हित मार्ग फैर तरीजै, सिर दीजै कान ना कीजै। कहाँ बुद्ध प्रभ तुच्छ हमारी, बरन सकै महिमा जो तिहारी। हम न सकत कर सिफत तुम्हारी, आप लिहो तुम कथा सुधारी। हमें दृष्ट शुभ करै, हरै अग पाप सकल मल। काम क्रोध अर लोभ मोह, वश करै सबै बल। सदा सुख मन वसै, दुख संसारै खोवै। गुर नव निध दरियाओ, जन्म हम कालख तोवै। सो कहो टल गुर सेवियै, अहनिस सहज सुभाए। दर्शन परसे गुरु का, जन्म मरण दुख जाय। दर्शन परसे गुरु का, जन्म मरण दुख जाय। सतनाम श्री वाहेगुरु साहिब जीओ। पाणी विचों रतन उपन्ने, मेर किया माधाणे। 68 तीरथ देवे थापे, पूर्वे लगै बाणे। पाणी विचों रतन उपन्ने, मेर किया माधाणे। 68 तीरथ देवे थापे, पूर्वे लगै बाणे। नहाए निवाजा नहाता पूजा, नहावन सदा सुजाने। मोया जीवदियां गत होवै, जां सिर पाइयै पाणे। नानक सिर खुथै सैताने, एना गल ना पहाणे। उठा होया होए बिलावल, जिया जुगत समाणे। उठै अन कमाद कपाहा, सब सै पड़दा होवै। उठै काहो चरहे नित सुरहे, सातन दहे बिलोवै। तेत के होम जाग साध पूजा, पैया कारज सोहै। गुरु समुंद नदी सब सिखे, नहाता जित वड्याए। नानक जे सिर खुथे नहावन नहाए,
ਤਾਂ ਸਤ ਚੱਟੇ ਸਿਰ ਛਾਏ। ਗੁਰੂ ਸਮੁੰਦ ਨਦੀ ਸਭ ਸਿੱਖੇ, ਨਹਾਤੈ ਜਿਤ ਵਡਿਆਏ। ਨਾਨਕ ਜੇ ਸਿਰ ਖੁਸ਼ੇ ਨਹਾਵਨ ਨਹਾਏ, ਤਾਂ ਸਤ ਚੱਟੇ ਸਿਰ ਛਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਚਬਰ ਛਤਰ ਤਖਤ ਦੇ ਮਾਲਕ 10 ਪਾਤਸ਼ਾਹੀਆਂ ਦੇ ਆਤਮਕ ਸਵਰੂਪ ਦੀਨਾ ਬੰਧੂ ਪਤਿਤ ਪਾਵਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਜ਼ੂਰ ਦੀ ਪਰਮ ਕਿਰਪਾਲਤਾ ਸਦਕਾ ਆਪ ਜੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਤਿਯੁਗੀ ਤਪ ਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਵਿਖੇ ਸਤਸੰਗਤ ਦੀਆਂ ਘੜੀਆਂ ਦਾ ਸੁਖ ਮਾਣ ਰਹੇ ਹੋ। ਹਜ਼ੂਰ ਦੇ ਦਰਬਾਰ ਅੰਦਰ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ। ਸਾਧ ਸੰਗਤ ਜੀ, ਸ਼ਹੀਦਾਂ ਦੇ ਡੁੱਲੇ ਹੋਏ ਖੂਨ ਨੂੰ ਯਾਦ ਕਰਦੇ ਹਾਂ, ਜੋ ਜੂਨ 1984 ਦੇ ਅੰਦਰ ਜ਼ਾਲਮ ਹਕੂਮਤ ਵੱਲੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਪਰ ਚੜ੍ਹਾਈ ਕੀਤੀ ਗਈ। ਜਿਸ ਤਰ੍ਹਾਂ ਦੀ ਬੇਦੋਸ਼ੀਆਂ ਦੀ ਕਤਲੋਗਾਰਤ ਹੋਈ, ਉਸ ਘੱਲੂਘਾਰੇ ਨੂੰ ਚੇਤੇ ਕਰਦਿਆਂ ਕੱਲ੍ਹ ਤੋਂ ਆਪਾਂ ਸ਼ਹੀਦਾਂ ਦੀ ਯਾਦ ਵਿੱਚ ਇਹ ਪ੍ਰਸੰਗ ਆਰੰਭ ਕੀਤਾ ਸੀਗਾ। ਅੱਜ 4 ਜੂਨ ਦਾ ਦਿਨ ਹੈ, ਜਦੋਂ ਜੂਨ 1984 4 ਜੂਨ ਦੀ ਇਹ ਜਿਹੜੀ ਬੀਤ ਚੁੱਕੀ 3 ਤੇ 4 ਦੀ ਦਰਮਿਆਨੀ ਰਾਤ ਹੈ, ਅੱਜ ਦੇ ਸਵੇਰ ਤੱਕ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਪਰਲਾ ਆਸਮਾਨ ਗੜਗੜਾਹਟ ਕਰ ਰਿਹਾ ਸੀ। ਬੱਦਲ ਵਾਂਗ ਤੋਪਾਂ ਗਰਜ ਰਹੀਆਂ ਸਨ, ਮੀਂਹ ਵਾਂਗ ਗੋਲੀ ਵਰ ਰਹੀ ਸੀ, ਆਕਾਸ਼ ਵਿੱਚ ਧੂੰਆਂ ਹੀ ਧੂੰਆਂ ਦਿਖਾਈ ਦਿੰਦਾ ਸੀ। ਉਸ ਸਮੇਂ ਸ਼ਹਿਰ ਦੇ ਵਾਸੀ ਇਉਂ ਮਹਿਸੂਸ ਕਰਦੇ ਸਨ ਕਿ ਜਿਵੇਂ ਇੱਕ ਇੱਕ ਗੋਲੇ ਨਾਲ ਸਾਰਾ ਸ਼ਹਿਰ ਦੀ ਧਰਤੀ ਹਿੱਲ ਰਹੀ ਹੋਵੇ। ਇਸ ਤਰ੍ਹਾਂ ਦਾ ਕੰਪਨ ਪੈਦਾ ਹੋ ਰਿਹਾ ਸੀ। ਜਨਰਲ ਬਰਾੜ ਦਾ ਆਪ ਦਾ ਇਹ ਮੰਨਣਾ ਕਿ ਉਹਨਾਂ ਨੇ 10:30 ਵਜੇ ਦਾ ਸਮਾਂ ਰਾਤ ਦਾ ਫੌਜ ਨੂੰ ਅੰਦਰ ਵਾੜਨ ਦਾ, ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰ ਅਟੈਕ ਕਰਨ ਦਾ ਚੁਣਿਆ, ਕਿਉਂਕਿ ਉਹਦੀਆਂ ਖੁਫੀਆ ਏਜੰਸੀਆਂ ਨੇ ਦੱਸਿਆ ਸੀਗਾ ਕਿ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਇਹ ਆਪਣੇ ਕਿਸੇ ਵੀ ਸਾਥੀ ਨੂੰ ਅੰਮ੍ਰਿਤ ਵੇਲੇ ਨਹੀਂ ਸੌਣ ਦਿੰਦੇ। ਜਦੋਂ ਅੰਮ੍ਰਿਤ ਵੇਲੇ ਦਾ ਸਮਾਂ ਹੁੰਦਾ ਹੈ, ਸਵੇਰ ਦਾ ਸਮਾਂ ਹੁੰਦਾ ਹੈ, 12 ਵਜੇ ਤੋਂ ਬਾਅਦ ਤਕਰੀਬਨ 2 ਵਜੇ ਤੋਂ ਇਹ ਸਾਰੇ ਉੱਠ ਜਾਂਦੇ ਆ ਤੇ ਫਿਰ ਦਿਨ ਚੜ੍ਹਦੇ ਤੱਕ ਆਪ ਦਾ ਨਿਤਨੇਮ ਗੁਰਬਾਣੀ ਪੜ੍ਹਦੇ ਰਹਿੰਦੇ ਆ। ਤੇ ਇਹਨਾਂ ਦੇ
ਸੌਣ ਦਾ ਵਕਤ ਇਹੀ ਹੈ ਕਿ 9 ਤੋਂ 12, 1, 2 ਵਜੇ ਤੱਕ ਇਹ ਆਰਾਮ ਕਰਦੇ ਆ। ਉਹਨਾਂ ਦੀ ਮਨਸ਼ਾ ਇਹ ਸੀ ਕਿ ਸੁੱਤੇ ਪਿਆਂ ਦੇ ਉੱਤੇ ਜਿਹੜੀ ਸਾਡੀ ਫੌਜ ਹੈ ਬਹੁਤ ਜਲਦੀ ਜਾ ਕਰਕੇ ਕਬਜ਼ਾ ਕਰ ਲਵੇਗੀ। ਜਦੋਂ ਆਪਾਂ ਇਤਿਹਾਸ ਨੂੰ ਵਾਚੀਏ ਨਾ, ਤੇ ਮੁਗਲਸ ਖਾਨ ਵੀ ਜਦੋਂ ਚੜ੍ਹ ਕੇ ਆਇਆ ਨਾ, ਇਹਨੂੰ ਇਹੀ ਭਰਮ ਸੀ ਕਿ ਗੁਰੂ ਕੇ ਸੁੱਤੇ ਹੋਣਗੇ। ਸਤਿਗੁਰੂ ਜੀ ਨੂੰ ਵੀ ਇੱਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਖਬਰ ਸੀ, ਤਿਆਰੀ ਸੀ, ਤੇ ਲੋਹਗੜ੍ਹ ਦੇ ਕਿਲੇ ਤੇ ਮਹਾਰਾਜ ਜੀ ਨੇ ਪਹਿਲਾਂ ਹੀ ਸਿੱਖ ਤਾਇਨਾਤ ਕਰ ਦਿੱਤੇ ਸੀਗੇ ਕਿ ਜਰਾ ਕੋਈ ਤੁਹਾਨੂੰ ਸ਼ੱਕ ਪਵੇ ਤੇ ਫਿਰ ਗੋਲੀਆਂ ਨਾਲ ਸਵਾਗਤ ਕਰਨਾ। ਮੁਗਲਸ ਖਾਨ ਜਦੋਂ ਅੰਮ੍ਰਿਤਸਰ ਸਾਹਿਬ ਦਾ ਨੇੜਾ ਕਰਨ ਲੱਗਾ ਤੇ ਲੋਹਗੜ੍ਹ ਦੇ ਕਿਲੇ ਵਿੱਚੋਂ ਸਿੱਖਾਂ ਨੇ ਫਿਰ ਬੰਦੂਕਾਂ ਵਿੱਚੋਂ ਫਾਇਰ ਖੋਲ ਕੇ ਮੁਗਲਸ ਖਾਨ ਨੂੰ ਜੀ ਆਇਆਂ ਆਖਿਆ ਸੀ। ਉਹਨੂੰ ਪਤਾ ਲੱਗ ਗਿਆ ਕਿ ਗੁਰੂ ਕੇ ਅੱਗੇ ਜਾਗਦੇ ਆ। ਅੰਦਰ ਨਹੀਂ ਸੀ ਵੜ ਸਕਿਆ। ਜਦੋਂ ਤੱਕ ਕਿ ਅੰਦਰ ਆਉਂਦੀ ਫੌਜ, ਉਦੋਂ ਤੱਕ ਮਹਾਰਾਜ ਸਾਹਿਬ ਜੀ ਸਿੱਖਾਂ ਸੂਰਮਿਆਂ ਸਮੇਤ ਸਾਵਧਾਨ ਹੋ ਗਏ ਸੀ। ਇਵੇਂ ਹੀ ਜਦੋਂ ਫੌਜ ਨੇ ਰਾਤ ਦਾ 10:30 ਵਜੇ ਦਾ ਸਮਾਂ ਇਹ ਚੁਣਿਆ, ਤੇ ਉਹ ਨਹੀਂ ਸੀ ਜਾਣਦੇ ਕਿ ਗੁਰੂ ਕੇ ਲਾ ਲੱਗੇ ਤਿਆਰ ਪਰ ਤਿਆਰ ਹਨ। ਮੂੰਹ ਦੀ ਖਾਣੀ ਪਈ। ਜਿੰਨੀ ਫੌਜ ਅੰਦਰ ਪ੍ਰਵੇਸ਼ ਕੀਤੀ ਸੀ, ਇੱਕ ਵੀ ਜਿਉਂਦਾ ਬਾਹਰ ਨਹੀਂ ਸੀ ਆ ਸਕਿਆ। ਇਹ ਹਾਲਾਤ ਸਾਧ ਸੰਗਤ ਜੀ, ਭਾਵੇਂ ਕਿ ਆਏ ਸਾਲ ਆਪਾਂ ਇਹ ਦਿਹਾੜੇ ਮਨਾਉਂਦੇ ਹਾਂ, ਪਰ ਆਪਾਂ ਨੂੰ ਜ਼ਰੂਰ ਇਹਨਾਂ ਦੇ ਤੱਥ ਵੀ ਵਿਚਾਰਨੇ ਚਾਹੀਦੇ ਹੈ ਕਿ ਜਿਹੜਾ ਸਾਡਾ ਅੱਜ ਵੀ ਸਰੂਪ ਧੁੰਦਲਾ ਕੀਤਾ ਜਾ ਰਿਹਾ ਹੈ। ਤੇ ਵੇਖੋ, ਭਾਵੇਂ ਦਿਨ ਆਇਆ ਹੈ ਸ਼ਹੀਦਾਂ ਦਾ, ਸਿੱਖ ਤਾਂ ਆਪ ਦੇ ਸ਼ਹੀਦਾਂ ਦੀ ਯਾਦ ਮਨਾਉਂਦੇ ਹੈ। ਗੁਰਧਾਮਾਂ ਦੀ ਜਿਹੜੀ ਬੇਅਦਬੀ ਹੋਈ ਸੀ, ਅਪਵਿੱਤਰਤਾ ਹੋਈ ਸੀ, ਉਸ ਦਿਹਾੜੇ ਨੂੰ ਚੇਤੇ ਕਰਕੇ ਕਿ ਭਾਈ ਅੱਜ ਦੇ ਦਿਨ ਸਿੱਖੀ ਲਹੂ ਲਹਾਨ ਹੋਈ ਸੀ। ਪਰ ਫਿਰ ਵੀ ਅੱਜ ਦੇ ਸਾਰੇ ਚੈਨਲ ਜਿਹੜੇ ਹੈ ਉਹ ਫਿਰ ਵੀ ਸੰਤਾਂ ਦੇ ਅਕਸ਼ ਨੂੰ, ਸਿੱਖਾਂ ਦੇ ਅਕਸ਼ ਨੂੰ ਸਾਰੇ ਦੇਸ਼ ਦੇ ਆਵਾਮ ਦੇ ਸਾਹਮਣੇ ਬਹੁਤ ਬੁਰਾ ਪੇਸ਼ ਕਰਦੇ ਆ। ਉਹ ਕਿਹੜਾ ਦਿਹਾੜਾ ਮਨਾਉਂਦੇ ਆ? ਜਿਹੜੇ ਵੀ ਚੈਨਲ ਤੇ ਤੁਸੀਂ ਵੇਖੋਗੇ ਉਹਦੇ ਤੇ ਸਿੱਖਾਂ ਨੂੰ ਇਹੀ ਦੱਸਿਆ ਗਿਆ ਹੋਵੇਗਾ ਕਿ ਇਹ ਆਤੰਕਵਾਦੀ ਨੇ, ਇਹ ਉਗਰਵਾਦੀ ਹਨ, ਇਹ ਵੱਖਵਾਦੀ ਨੇ, ਦੇਸ਼ ਦੀ ਅਖੰਡਤਾ ਨੂੰ ਖਤਰਾ ਸੀ। ਜਿਹੜਾ ਜਰਨਲ S.K. ਸਿਨਹਾ ਹੋਏ ਹੈ, ਮੈਂ ਪਿੱਛੇ ਵੀ ਉਹਨਾਂ ਦਾ ਜ਼ਿਕਰ ਕੀਤਾ ਸੀ, ਉਹ ਫੌਜ ਦੇ ਮੁਖੀ ਸਨ। ਉਹਨਾਂ ਦੀ ਆਪਣੀ ਲਿਖਤ ਹੈ, ਜਿਹੜਾ ਉਹਨਾਂ ਨੇ ਲੇਖ ਛਾਪਿਆ ਸੀਗਾ, ਉਹ 1984 ਜੁਲਾਈ ਦੇ ਮਹੀਨੇ ਛਪਿਆ ਸੀ। ਕੋਈ ਹੁਣ ਨਹੀਂ, ਉਹ ਤਾਂ ਤਕਰੀਬਨ 2016 'ਚ ਤਾਂ ਉਹ ਚੜ੍ਹਾਈ ਵੀ ਕਰ ਗਏ ਹੈ। ਤੇ ਜੁਲਾਈ 1984 ਨੂੰ ਉਹਨਾਂ ਦਾ ਲੇਖ ਛਪਿਆ ਸੀਗਾ। ਉਸ ਲੇਖ ਦੇ ਅੰਦਰ, ਇਹ ਮੇਰੇ ਬੋਲ ਨਹੀਂ, ਜਰਨਲ ਸਿਨਹਾ ਦੇ ਕਹੇ ਹੋਏ ਲਿਖੇ ਹੋਏ ਬੋਲ ਨੇ ਕਿ ਜਿਹੜਾ ਇਹ ਕਹਿਣਾ ਕਿ ਸੰਤ ਭਿੰਡਰਾਂ ਵਾਲੇ ਦੇ ਕਰਕੇ ਉਹਨਾਂ ਨੇ ਖਤਰਨਾਕ ਹਥਿਆਰ ਰੱਖੇ ਸੀ ਤਾਂ ਸਰਕਾਰ ਨੂੰ ਮਜਬੂਰਨ ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਕਰਨਾ ਪਿਆ, ਇਹ ਸਰਾਸਰ ਗਲਤ ਹੈ। ਇਹ ਮੇਰੇ ਬੋਲ ਨਹੀਂ, ਉਸ ਸਮੇਂ ਦੇ S.K. ਸਿਨਹਾ ਜਿਹੜਾ ਫੌਜ ਮੁਖੀ ਸੀ, ਉਹਦੇ ਫੌਜ ਦੇ ਮੁਖੀ ਤੋਂ ਇੱਕ ਅਹੁਦਾ ਉਸ ਦਾ ਥੱਲੇ ਸੀਗਾ। ਤੇ ਉਸਨੇ ਆਪਣੀ ਉਸ ਲਿਖਤ ਵਿੱਚ ਜ਼ਿਕਰ ਕੀਤਾ ਹੈ ਕਿ 1981 ਦੇ ਵਿੱਚ ਕਹਿੰਦਾ ਮੈਨੂੰ ਫੋਨ ਆਉਂਦਾ ਹੈ, ਸ਼ਾਇਦ ਉਹ ਫਰਵਰੀ ਮਹੀਨੇ ਦਾ ਜ਼ਿਕਰ ਕੀਤਾ ਹੈ, ਤੇ ਰਾਤ ਦੇ 10 ਵਜੇ ਦਾ ਸਮਾਂ ਵੀ ਉਸਨੇ ਜਿਹੜਾ ਦੱਸਿਆ ਕਿ ਇਹ ਨਹੀਂ ਦੱਸਿਆ, ਇੰਨਾ ਹੀ ਲਿਖਿਆ ਕਿ ਸਮਵਨ ਕਾਲ ਮੀ, ਵੀ ਕਿਸੇ ਨੇ ਮੈਨੂੰ ਕਾਲ ਕੀਤੀ ਹੈ ਦਿੱਲੀ ਤੋਂ। ਉਹ
ਕੀ ਕਿਹਾ ਹੈ ਕਿ ਦੇਸ਼ ਦੇ ਅੰਦਰ ਉੱਚ ਪੱਧਰੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਫੈਸਲਾ ਲਿਆ ਗਿਆ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਫੌਜ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ। ਤੇ ਜਰਨਲ ਸਿਨਹਾ ਕਹਿੰਦਾ ਕਿ ਮੈਂ ਅੱਗੋਂ ਇਹ ਗੱਲ ਕਹੀ ਕਿ ਇਹ ਮੈਂ ਆਰਡਰ ਆਪਣੇ ਚੀਫ ਦੇ ਮੂੰਹ ਤੋਂ ਜਾਂ ਰੱਖਿਆ ਮੰਤਰੀ ਦੇ ਮੂੰਹ ਤੋਂ ਸੁਣਨਾ ਚਾਹੁੰਦਾ ਹਾਂ। ਤੇ ਫਿਰ ਕਹਿੰਦੇ ਕਦੇ ਮੈਨੂੰ ਕਾਲ ਨਹੀਂ ਆਈ, ਦੁਬਾਰਾ ਮੁੜ ਕਾਲ ਨਹੀਂ ਫਿਰ ਆਈ ਕਦੇ ਵੀ। ਜਦੋਂ ਇਹ ਜਰਨਲ ਸਿਨਹਾ ਦਾ ਲਿਖਣਾ ਹੈ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਹਰਿਮੰਦਰ ਸਾਹਿਬ ਦੇ ਅੰਦਰ ਨਹੀਂ ਸੀ ਅਜੇ ਆਏ, ਉੱਥੇ ਅਜੇ ਨਹੀਂ ਸੀ ਆਏ, ਫੌਜ ਸਰਕਾਰ ਕਿਹੜੇ ਕਾਰਨਾਂ ਕਰਕੇ ਚਕਰਾਤਾ ਵਿੱਚ ਤੇ ਸਰਬਾਵਾਂ ਦੇ ਅੰਦਰ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬਿਲਡਿੰਗ ਦਾ ਸਾਰਾ ਸਟਰਕਚਰ ਤਿਆਰ ਕਰਕੇ ਫੌਜ ਨੂੰ ਅਟੈਕ ਦੀ ਤਿਆਰੀ ਉਹ ਕਾਹਦੇ ਵਾਸਤੇ ਕਰਵਾ ਰਹੀ ਸੀ। ਇਹ ਉਹਨਾਂ ਦੇ ਉਠਾਏ ਹੋਏ ਪ੍ਰਸ਼ਨ ਨੇ। ਫਿਰ 1982 ਦੇ ਅੰਦਰ ਇਹ ਸਰਕਾਰ ਨੇ ਕਹਿਣਾ ਸ਼ੁਰੂ ਕੀਤਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਕਿ ਇਹਨਾਂ ਕੋਲ ਬਹੁਤ ਖਤਰਨਾਕ ਹਥਿਆਰ ਹੈ, ਇਹਨਾਂ ਦਾ ਜਿਹੜਾ ਹੈ ਦੇਸ਼ ਦੇ ਅੰਦਰ ਬਹੁਤ ਜ਼ਿਆਦਾ ਜਿਹੜੀਆਂ ਕਾਰਵਾਈਆਂ ਨੇ ਉਹ ਦੇਸ਼ ਵਿਰੋਧੀ ਹਨ। ਸਾਧ ਸੰਗਤ ਜੀ, ਇਹ ਮੈਂ ਕੋਈ ਆਪਣੇ ਕੋਲੋਂ ਨਹੀਂ ਕਹਿ ਰਿਹਾ, ਜਿਨ੍ਹਾਂ ਲੀਡਰਾਂ ਨੇ ਇਹ ਗੱਲਾਂ ਕਹੀਆਂ ਨੇ ਆਪਣੇ ਕਹੇ ਮੁਤਾਬਕ ਵੀ ਜੇ ਉਹ ਕਾਰਵਾਈ ਕਰਨ ਪਰ ਕਰਦੇ ਨਹੀਂ, ਕੇਵਲ ਕਹਿੰਦੇ ਹੀ ਹੈ। ਸਵਾਮੀ ਸੁਬਰਾਮਨੀਅਮ ਅੱਜ ਵੀ ਬੀਜੇਪੀ ਦਾ ਖਾਸ ਲੀਡਰ ਮੰਨਿਆ ਜਾਂਦਾ ਹੈ। ਉਸ ਦੇ ਇੰਟਰਵਿਊ ਵਿੱਚ ਕਹੇ ਹੋਏ ਆਪਣੇ ਬੋਲ ਨੇ ਕਿ ਦੇਸ਼ ਦੀ ਪ੍ਰਧਾਨ ਮੰਤਰੀ ਉਸ ਸਮੇਂ ਬਾਹਰਲੀਆਂ ਏਜੰਸੀਆਂ ਦੇ ਢਹਿ ਚੜੀ ਹੋਈ ਸੀ ਤੇ ਸੰਤ ਜਰਨੈਲ ਸਿੰਘ ਜੀ ਦੀ ਬਾਬਤ ਉਹ ਆਪਣੀ ਸਟੇਟਮੈਂਟ ਦਿੰਦਾ ਹੈ ਕਿ ਕੋਈ ਵੀ ਉੱਥੇ ਸਬੂਤ ਨਹੀਂ ਮਿਲਿਆ ਕਿ ਉਹਨਾਂ ਦਾ ਕੋਈ ਬਾਹਰਲੀਆਂ ਏਜੰਸੀਆਂ ਨਾਲ ਸੰਬੰਧ ਹੋਣ, ਕਿਸੇ ਪ੍ਰਕਾਰ ਦੇ ਕੋਈ ਖਾਲਿਸਤਾਨ ਦੇ ਪਾਸਪੋਰਟ ਬਣਦੇ ਹੋਣ। ਜੇ ਇਹ ਤੁਸੀਂ ਗੱਲ ਮੰਨਦੇ ਹੋ ਤੇ ਕੀ ਅੱਜ ਵੀ ਹਕੂਮਤ ਦੇ ਖਿਲਾਫ ਤੁਸੀਂ ਦੇਸ਼ ਧਰੋਹ ਦਾ ਪਰਚਾ ਤਾਂ ਦਰਜ ਕਰ ਹੀ ਸਕਦੇ ਆ ਨਾ, ਤੁਹਾਡੀ ਹਕੂਮਤ ਹੈ ਹੁਣ। ਉਹਨਾਂ ਨੂੰ ਗਦਾਰੀ ਦਾ ਲੇਬਲ ਤਾਂ ਲਾ ਕੇ ਦੇਸ਼ ਦੇ ਆਵਾਮ ਨੂੰ ਦੱਸ ਸਕਦੇ ਆ ਨਾ ਕਿ ਬਾਹਰਲੀਆਂ ਦੇਸ਼ਾਂ ਦੀਆਂ ਏਜੰਸੀਆਂ ਦੇ ਹੱਥ ਕੌਣ ਚੜਿਆ ਹੋਇਆ ਸੀ, ਦੇਸ਼ ਦੀ ਅਖੰਡਤਾ ਨੂੰ ਕਿੰਨੇ ਚੋਟ ਮਾਰੀ ਹੈ। ਇਹ ਦਸਤਾਵੇਜ਼ ਕਹਿੰਦੇ ਆ, ਕੁਝ ਅਧਿਕਾਰੀ ਕਹਿੰਦੇ ਆ, ਪਰ ਉਹ ਸਿੱਖਾਂ ਨਾਲ ਹਮਦਰਦੀ ਤਾਂ ਕਰਦੇ ਆ ਇਹ ਕਹਿ ਕੇ ਕਿ ਸਿੱਖਾਂ ਦੇ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਗਰ ਨਾ ਸੀਸ ਦਿੱਤਾ ਹੁੰਦਾ ਤੇ ਹਿੰਦੁਸਤਾਨ ਅਫਗਾਨਿਸਤਾਨ ਵਰਗਾ ਹੁੰਦਾ। ਇਹ ਤਾਂ ਕਹਿੰਦੇ ਆ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਲਾਲ ਨਾ ਵਾਰਦੇ ਤੇ ਅੱਜ ਹਿੰਦੁਸਤਾਨ ਦੀ ਤਵਾਰੀਖ ਕੁਝ ਹੋਰ ਹੁੰਦੀ। ਪਰ ਸਿੱਖਾਂ ਨਾਲ ਕੇਵਲ ਇੱਕ ਦੋ ਲੀਡਰੀ ਜਿਹੜੇ ਹਮਦਰਦੀ ਦੇ ਬੋਲ ਵੀ ਕਹਿੰਦੇ ਆ, ਕਰਨਾ ਉਹਨਾਂ ਵੀ ਕੁਝ ਨਹੀਂ ਹੁੰਦਾ, ਕਿਉਂਕਿ ਜਦੋਂ ਹੱਕ ਹੀ ਨਹੀਂ ਦਵਾਏ ਜਾਂਦੇ ਫਿਰ ਜੋ ਘੱਟ ਗਿਣਤੀ ਦੇ ਚੇਅਰਮੈਨ ਰਹੇ ਆ ਭਾਈ ਤਰਲੋਚਨ ਸਿੰਘ ਜੀ, ਉਹਨਾਂ ਦੇ ਕਹੇ ਹੋਏ ਬੋਲ ਨੇ ਕਿ ਜਿਸ ਸਮੇਂ ਮੈਂ ਰਾਸ਼ਟਰਪਤੀ ਭਵਨ ਵਿੱਚ ਬਤੌਰ ਸਰਕਾਰੀ ਨੌਕਰ ਸਾਂ, ਸਾਧ ਸੰਗਤ ਜੀ, ਜਦੋਂ ਦਿੱਲੀ ਦੇ ਅੰਦਰ ਸਿੱਖਾਂ ਦਾ ਕਤਲੇਆਮ ਹੋਇਆ ਜਿਹਨੂੰ ਦੰਗਿਆਂ ਦਾ ਨਾਮ ਦਿੱਤਾ ਗਿਆ, ਦੰਗੇ ਨਹੀਂ ਸੀ। ਦੰਗੇ ਤਾਂ ਹੁੰਦੇ ਆ ਕਿ ਬਰਾਬਰ ਦੀਆਂ ਦੋ ਕੌਮਾਂ ਆਪਸ ਅੰਦਰ ਭਿੜਦੀਆਂ, ਉਹਨਾਂ ਕੋ ਵੀ ਬਰਾਬਰ ਦੇ ਹਥਿਆਰ ਹੈ। ਇਹ ਤਾਂ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਸੀ। ਤੇ ਉਸ ਦਾ ਕਹਿਣਾ ਕਿ ਰਕਾਬਗੰਜ ਦੇ ਅੰਦਰੋਂ ਸਿੱਖਾਂ ਦੀਆਂ ਚੀਕਾਂ ਦੀਆਂ ਆਵਾਜ਼ਾਂ ਸੁਣਦੀਆਂ ਸੀ, ਉੱਥੋਂ ਦੇ ਰਾਗੀ ਸਿੰਘ ਤੇ ਗ੍ਰੰਥੀ ਸਿੰਘਾਂ ਨੂੰ ਜਿਵੇਂ ਕੋਹ ਕੇ ਮਾਰਿਆ ਗਿਆ, ਰਾਸ਼ਟਰਪਤੀ ਭਵਨ ਉਹਨਾਂ ਦੀ ਕੋਈ ਮਦਦ ਨਹੀਂ ਕਰ ਸਕਿਆ। ਇਹ ਉਸ ਦਾ ਕਹਿਣਾ ਹੈ ਕਿ ਕਿੰਨੀ ਬੇਰਹਿਮੀ ਨਾਲ ਜਿਹੜੇ ਹਜੂਮ ਨੇ ਉਹਨਾਂ, ਕਿਉਂਕਿ ਉਹਨਾਂ ਕੋਲੋਂ ਹਥਿਆਰ ਵੀ ਇਹ ਕਹਿ ਕੇ ਰਵਾਇਤੀ ਸ਼ਸਤਰ ਵੀ ਲੈ ਲਏ ਸੀ ਕਿ ਪੁਲਿਸ ਤੁਹਾਡੀ ਰੱਖਿਆ ਕਰੇਗੀ, ਪਰ ਪੁਲਿਸ ਵੀ ਉੱਥੋਂ ਹਟਾ ਦਿੱਤੀ ਗਈ ਤੇ ਉਹਨਾਂ
ਹਜੂਮਾਂ ਨੇ ਅੰਦਰ ਵੜ ਕਰਕੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਤੇ ਸਿੱਖ ਬੀਬੀਆਂ ਦੀ ਇੱਜ਼ਤ ਲੁੱਟੀ, ਕਿਵੇਂ ਸਿੱਖਾਂ ਨੂੰ ਗਾਜਰਾਂ ਤੇ ਮੂਲੀਆਂ ਦੀ ਤਰ੍ਹਾਂ ਉੱਥੇ ਵੱਢ ਦਿੱਤਾ ਗਿਆ। ਇਹ ਸਾਧ ਸੰਗਤ ਜੀ ਕਿਸੇ ਨੂੰ ਭਾਵੇਂ ਕਿ ਬੜੇ ਤੱਥਾਂ ਨੂੰ ਤਕਰੀਬਨ 2-3% ਹੀ ਤੱਥ ਬਾਹਰ ਆਉਣ ਦਿੱਤੇ ਹੈ ਹਕੂਮਤ ਨੇ। ਬਹੁਤ ਸਾਰੇ ਤੱਥ ਜਿਹੜੇ ਹੈ ਉਹਨਾਂ ਨੂੰ ਅੱਜ ਵੀ ਛੁਪਾਇਆ ਗਿਆ ਹੈ। ਤੇ ਸਵਾਮੀ ਸੁਬਰਾਮਨੀਅਮ ਨੇ ਆਪਣੀ ਇੰਟਰਵਿਊ ਵਿੱਚ ਇਹ ਵੀ ਕਿਹਾ ਹੱਸਦਿਆਂ ਹੋਇਆਂ ਕਿ ਸਾਡੀ ਸਰਕਾਰ ਵੀ ਜਿਹੜਾ ਹੈ, ਕਹਿੰਦੇ ਮੈਂ ਕਿਹਾ ਕਿ ਜੂਨ 1984 ਦੇ ਜਿਹੜੇ ਹਾਲਾਤ ਬਣੇ ਸੀ ਉਹਨਾਂ ਨੂੰ ਜਨਤਾ ਦੇ ਸਾਹਮਣੇ ਲਿਆਉਣਾ ਚਾਹੀਦਾ, ਤੇ ਕਹਿੰਦੇ ਸਾਡੀ ਸਰਕਾਰ ਵੀ ਨਹੀਂ ਮੰਨਦੀ। ਉਹਦੇ ਤੇ ਤੁਸੀਂ ਅੰਦਾਜ਼ਾ ਲਾਓ ਕਿ ਅੱਜ ਵੀ ਜਿਹੜਾ ਆਪਣੇ ਆਪ ਨੂੰ ਸਾਡਾ ਬਹੁਤ ਵੱਡਾ ਹਿੱਸਾ ਪੰਥਕ ਕਹਿੰਦਾ ਹੈ, ਉਹ ਸਾਡਾ ਬਹੁਤ ਵੱਡਾ ਹਿੱਸਾ ਜਿਹੜਾ ਪੰਥਕ ਨਹੀਂ ਹੈ, ਉਹ ਹੀ ਨਹੀਂ ਚਾਹੁੰਦਾ ਕਿ ਜੂਨ 1984 ਦੇ ਤੱਥ ਬਾਹਰ ਆਉਣ, ਕਿਉਂਕਿ ਉਹਨਾਂ ਦਾ ਪੰਥਕ ਚਿਹਰਾ ਜਿਹੜਾ ਹੈ ਉਹ ਲੱਥ ਜਾਣਾ ਹੈ। ਦੇਸ਼ ਦੇ ਆਵਾਮ ਨੂੰ ਪਤਾ ਲੱਗ ਜਾਣਾ ਹੈ, ਸਿੱਖਾਂ ਨੂੰ ਪਤਾ ਲੱਗ ਜਾਣਾ ਹੈ ਕਿ ਇਹ ਪੰਥਕ ਨਹੀਂ, ਇਹ ਤਾਂ ਗਦਾਰ ਨੇ, ਇਹਨਾਂ ਨੇ ਪੰਥ ਦੀ ਪਿੱਠ 'ਚ ਛੁਰਾ ਮਾਰਿਆ ਹੈ। ਖੁਦ ਪੰਥ ਦਾ ਵੱਡਾ ਹਿੱਸਾ ਬਣੇ ਹੋਏ, ਆਪਣੇ ਆਪ ਨੂੰ ਪੰਥਕ ਅਖਵਾਉਂਦੇ ਹੋਏ, ਉਹ ਵੀ ਨਹੀਂ ਚਾਹੁੰਦੇ ਕਿ ਜੂਨ 1984 ਦਾ ਸੱਚ ਅੱਜ ਵੀ ਬਾਹਰ ਆਵੇ, ਨਹੀਂ ਆਉਣ ਦੇਣਾ ਚਾਹੁੰਦੇ, ਕਿਉਂਕਿ ਕੌਮ ਵਿੱਚ ਕੋਈ ਵਕਤ ਨਹੀਂ ਉਹਨਾਂ ਦੀ ਰਹਿ ਜਾਵੇਗੀ। ਤੋ ਸਾਧ ਸੰਗਤ ਜੀ ਇਹ ਬੜੀ ਦਰਦ ਭਰੀ ਕਹਾਣੀ ਹੈ। ਇੱਕ ਤਾਂ ਬੜੀ ਬੇਰਹਿਮੀ ਨਾਲ ਸਿੱਖਾਂ ਦਾ ਕਤਲੋਗਾਰਤ ਕੀਤੀ ਗਈ ਹੋਵੇ, ਸਾਡੇ ਮੁਕੱਦਸ ਅਸਥਾਨਾਂ ਨੂੰ ਢਹਿ ਢੇਰੀ ਕਰਨ ਦੀ ਜਿਹੜੀ ਇਹ ਨੀਤੀ ਸਰਕਾਰ ਨੇ ਧਾਰਨ ਕੀਤੀ ਹੋਵੇ। ਫਿਰ ਜਨਰਲ ਸਿਨਹਾ ਦਾ ਕਹਿਣਾ ਕਿ ਜੇ ਸਰਕਾਰ ਆਪਣਾ ਮਨ ਬਣਾ ਚੁੱਕੀ ਸੀ ਤੇ ਫਿਰ ਉਸ ਦਾ ਸਰਕਾਰ ਦਾ ਇਹ ਕਹਿਣਾ ਬਿਲਕੁਲ ਸਰਾਸਰ ਗਲਤ ਹੈ ਕਿ ਪਿੰਡਰਾਂ ਵਾਲਿਆਂ ਦੇ ਕਰਕੇ ਹਮਲਾ ਕੀਤਾ ਗਿਆ, ਕਿਉਂਕਿ ਕਹਿੰਦੇ ਨੇ ਉਦੋਂ ਪਿੰਡਰਾਂ ਵਾਲੇ ਅਜੇ ਅੰਦਰ ਮੌਜੂਦ ਨਹੀਂ ਸਨ। ਤੇ ਸਰਕਾਰ ਇਹ ਦੱਸੇ ਕਿ ਉਹ ਹਰਮੰਦਰ ਸਾਹਿਬ ਦੇ ਉੱਪਰ ਅਟੈਕ ਕਿਉਂ ਕਰਨਾ ਚਾਹੁੰਦੀ ਸੀ, ਅੱਜ ਤੱਕ ਨਹੀਂ ਦੱਸਿਆ ਗਿਆ, ਇਸ ਦਾ ਜਵਾਬ ਨਹੀਂ ਹੈ। ਤੇ ਜਨਰਲ ਸਿਨਹਾ ਨੇ ਕਿਹਾ ਕਿ ਸੰਤ ਪਿੰਡਰਾਂ ਵਾਲਿਆਂ ਵੱਲੋਂ ਤਾਂ ਦੇਸ਼ ਦੀ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਸੰਬੋਧਨ ਹੋ ਕਰਕੇ ਕਹਿ ਦਿੱਤਾ, ਪਰ ਆਪਣੇ ਵੱਲੋਂ ਕੀਤੀ ਹੋਈ ਕਾਰਵਾਈ ਲੁਕੋ ਲਈ, ਉਹ ਨਹੀਂ ਦੇਸ਼ ਵਾਸੀਆਂ ਨੂੰ ਦੱਸਿਆ ਕਿ ਸਰਕਾਰ ਦੀ ਮਨਸ਼ਾ ਕੀ ਹੈ ਸਿੱਖੀ ਨੂੰ ਨੇਸਤੋ ਨਬੂਤ ਕਰਨ ਦੀ, ਉਹ ਨਹੀਂ ਜ਼ਾਹਰ ਕੀਤੀ। ਇਸੇ ਹੀ ਦੇਸ਼ ਦੇ ਅੰਦਰ ਸਾਧ ਸੰਗਤ ਜੀ ਸਾਡੇ ਪੁਰਖਿਆਂ ਦੇ ਡੁੱਲੇ ਹੋਏ ਖੂਨ ਦਾ ਸਦਕਾ ਕਿਤੇ ਇਹਨਾਂ ਨੇ ਆਜ਼ਾਦੀ ਦਾ ਮੂੰਹ ਵੇਖਿਆ, ਤੇ ਉਸੇ ਹੀ ਦੇਸ਼ ਦੇ ਅੰਦਰ ਦੇਸ਼ ਦੀ ਹਕੂਮਤ ਨੇ ਫੌਜ ਨੂੰ ਚੜਾ ਕਰਕੇ ਜੋ ਸਥਾਨਾਂ ਦੀ ਬੇਅਦਬੀ ਕੀਤੀ, ਉਹ ਮੂੰਹ ਬੋਲਦੀ ਤਸਵੀਰ, ਭਾਵੇਂ ਕਿ ਤੱਥਾਂ ਨੂੰ ਲੁਕਾਉਣ ਦਾ ਯਤਨ ਕੀਤਾ ਗਿਆ। ਇਹ ਵੀ ਸਰਦਾਰ ਤਰਲੋਚਨ ਸਿੰਘ ਹੋਰਾਂ ਆਪ ਦੀ ਸਪੀਚ ਵਿੱਚ ਦੱਸਿਆ, ਲਿਖਤ ਵਿੱਚ ਵੀ ਕਿਹਾ ਕਿ ਜਦੋਂ ਗਿਆਨੀ ਜਾਲ ਸਿੰਘ ਨਾਲ ਇਹਨਾਂ ਦੀ ਡਿਊਟੀ ਸੀ, ਕਹਿੰਦੇ ਅਖੀਰਲੇ ਵਕਤ ਉੱਥੇ ਪੱਤਰਕਾਰ ਹੋਰ ਕਿਸੇ ਨੂੰ ਨਹੀਂ ਸੀ ਜਾਣ ਦਿੱਤਾ ਜਾਂਦਾ ਤੇ ਨਾ ਹੀ ਕੋਈ ਕੈਮਰਾਮੈਨ ਜਾਣ ਦਿੱਤਾ ਗਿਆ। ਕਹਿੰਦੇ ਜਦੋਂ ਸਾਰੇ ਹਾਲਾਤ ਵੇਖ ਕੇ ਮੈਂ ਦਿੱਲੀ ਵਾਪਸ ਆਇਆ ਤੇ ਮੈਨੂੰ 2 ਪੱਤਰਕਾਰਾਂ ਦੇ, ਸਰਦਾਰ ਖੁਸ਼ਵੰਤ ਸਿੰਘ ਦਾ ਨਾਮ ਲਿਆ ਤੇ ਇੱਕ ਪੰਜਾਬੀ ਟ੍ਰਿਬਿਊਨ ਦਾ ਕੋਈ ਸੀ ਉਹਦਾ ਨਾਮ ਲਿਆ, ਤੇ ਜੋ ਕੁਝ ਕਹਿੰਦਾ ਮੈਂ ਵੇਖਿਆ ਉਹਨਾਂ ਨੂੰ ਮੈਂ ਦੱਸ ਦਿੱਤਾ। ਉਹਨਾਂ ਨੇ ਉਹ ਖਬਰਾਂ ਜਦੋਂ ਛਪੀਆਂ ਸੁਰਖੀਆਂ ਬਣ ਕੇ, ਤੇ ਕਹਿੰਦੇ ਅਗਲੇ ਦਿਨ ਇੰਦਰਾ ਗਾਂਧੀ ਉਹ ਟੇਪ ਰਿਕਾਰਡ ਲੈ ਕੇ ਗਿਆਨੀ ਜਾਲ ਸਿੰਘ ਕੋਲ ਆਈ ਤੇ ਕਿਹਾ ਕਿ ਮੈਂ ਇਹਦੇ ਤੇ ਕਾਰਵਾਈ ਕਰਨੀ ਹੈ। ਕਹਿੰਦਾ ਮੇਰਾ ਸਾਰਾ ਫੋਨ ਟੇਪ ਹੋ ਚੁੱਕਾ ਸੀ। ਤੇ ਸਰਕਾਰ ਇਹ ਵੀ ਨਹੀਂ ਸੀ ਚਾਹੁੰਦੀ ਕਿ ਸਿੱਖ ਜੋ ਇਹਨਾਂ ਦੇ ਨਾਲ ਹੋਇਆ ਹੈ, ਇਹਨਾਂ ਦੀਆਂ ਖਬਰਾਂ ਲੋਕ ਜਾਣ ਸਕਣ ਕਿ ਇਹਨਾਂ ਦੇ ਨਾਲ ਹੋਇਆ ਕੀ ਹੈ। ਟੱਠਿਆ ਹੋਇਆ ਅਕਾਲ ਤਖਤ ਜੋ ਨੇ ਆਪਣੀ ਬੋਲ ਦੇ ਵਿੱਚ ਕਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਬੁਰੀ ਤਰ੍ਹਾਂ ਗਿਰ ਚੁੱਕਾ ਹੈ, ਇਹ ਸ਼ਬਦ ਵਰਤੇ ਹੈ। ਤੇ ਭਾਵੇਂ ਕਿ ਸਿੱਖ ਲੀਡਰਾਂ ਕੋਲ ਉਸ ਸਮੇਂ ਦੇ ਮੌਕੇ ਦੇ ਸਿੰਘ ਸਾਹਿਬਾਂ ਕੋਲੋਂ ਕਹਾਇਆ ਜਾ ਰਿਹਾ ਸੀ ਕਿ ਕੋਠਾ ਸਾਹਿਬ ਬਿਲਕੁਲ ਠੀਕ ਠਾਕ ਹੈ, ਪ੍ਰਸ਼ਾਦ ਘਰ ਠੀਕ ਠਾਕ ਹੈ, ਇਹ ਮੈਂ ਨਹੀਂ ਕਹਿ ਰਿਹਾ, ਉਦੋਂ ਦੀਆਂ ਅਖਬਾਰਾਂ ਕਢਾ ਲਓ, ਉਦੋਂ ਦੇ ਬਿਆਨ ਕਢਾ ਲਓ।
ਜੋ ਕੁਝ ਤੁਹਾਡੇ ਨਾਲ ਵਾਪਰਿਆ ਉਹ ਸਾਧ ਸੰਗਤ ਜੀ ਅੱਜ ਵੀ ਇੱਕ ਬਹੁਤ ਜ਼ਖਮ ਦੀ ਤਰ੍ਹਾਂ ਰਿਸਦਾ ਹੈ। ਤੇ ਜਿਹੜੀਆਂ ਇਹ ਕਾਰਵਾਈਆਂ ਹੋਈਆਂ, ਮੈਂ ਇੱਕ ਕਾਰਵਾਈ ਦਾ ਜ਼ਿਕਰ ਕਰਾਂ ਤੇ ਫਿਰ ਕੱਲ ਨੂੰ ਸ਼ੇਸ਼ ਆਪਾਂ ਜ਼ਿਕਰ ਕਰਾਂਗੇ, ਕਿਉਂਕਿ ਕਥਾ ਦਾ ਵੀ ਸਮਾਂ ਹੈ। ਜਿਸ ਵਕਤ 1 ਜੂਨ ਨੂੰ CRPF ਤੇ BSF ਜਿਹੜੀ ਸੀ ਉਹ ਦਰਬਾਰ ਸਾਹਿਬ ਦੇ ਚੁਗਿਰਦੇ ਉਹਨਾਂ ਨੇ ਮੋਰਚੇ ਤਾਂ ਪੁੱਟਣੇ ਸ਼ੁਰੂ ਕਰ ਦਿੱਤੇ ਸੀ। ਜਰਨਲ ਸਿਨਹਾ ਦਾ ਇਹ ਵੀ ਕਹਿਣਾ ਹੈ ਕਿ ਜੂਨ 1984 ਫਰਵਰੀ ਮਹੀਨੇ ਤੋਂ ਲੈ ਕਰਕੇ ਮਈ ਮਹੀਨੇ ਤੱਕ 10,000 ਗੋਲੀਆਂ ਦਰਬਾਰ ਸਾਹਿਬ ਤੇ ਦਾਗੀਆਂ ਜਾ ਚੁੱਕੀਆਂ ਸੀਗੀਆਂ। ਇਹ ਲਿਖਤ ਕਹਿ ਰਹੀ ਹੈ ਉਹ ਜਰਨਲ ਦੀ, ਮੈਂ ਨਹੀਂ ਕਹਿ ਰਿਹਾ। ਕਿਉਂ? ਇਹਦਾ ਕੋਈ ਜਵਾਬ ਨਹੀਂ ਹੈ ਸਰਕਾਰ ਦੇ ਕੋਲ। ਫਰਵਰੀ ਮਹੀਨੇ ਤੋਂ ਲੈ ਕੇ ਮਈ ਮਹੀਨੇ ਤੱਕ 10,000 ਗੋਲੀਆਂ ਦਾਗ ਦਿੱਤੀਆਂ ਗਈਆਂ ਸੀਗੀਆਂ। ਫਿਰ ਕਰਫਿਊ ਲੱਗਾ ਹੋਇਆ ਸੀ ਤੇ 3 ਜੂਨ ਨੂੰ ਕਰਫਿਊ ਵਿੱਚ ਢਿੱਲ ਦਿੱਤੀ ਗਈ ਤੇ 3 ਜੂਨ ਨੂੰ ਕੀ ਦਿਹਾੜਾ ਸੀ? ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਸ਼ਹੀਦੀ ਗੁਰਪੁਰਬ ਸੀ। ਤੇ ਜੇ ਤਾਂ ਸਰਕਾਰ ਨੇ ਮਨ ਬਣਾਇਆ ਸੀਗਾ ਕਿ ਅਸੀਂ ਹਮਲਾ ਕਰਨਾ ਤੇ ਜਿਹੜੇ ਹਥਿਆਰਬੰਦ ਉਹਨਾਂ ਨੂੰ ਹੀ ਪਕੜਨਾ, ਤੇ ਫਿਰ ਕਰਫਿਊ ਨਾ ਖੋਲ ਦੇ, ਕਰਫਿਊ ਲਾ ਕੇ ਰੱਖ ਦੇ ਕਿ ਆਮ ਜਨਤਾ ਦਾ ਨੁਕਸਾਨ ਨਾ ਹੋਵੇ। ਕਰਫਿਊ ਜਾਣ ਬੁੱਝ ਕੇ ਖੋਲਿਆ 3 ਜੂਨ ਨੂੰ ਕਿ ਲੋਕਾਂ ਨੂੰ ਲੱਗੇ ਕਿ ਆਮ ਹਾਲਾਤ ਹੋ ਗਏ ਹੈ। ਬਹੁ ਗਿਣਤੀ ਵਿੱਚ ਸੰਗਤ ਫਿਰ 3 ਜੂਨ ਨੂੰ ਅੰਦਰ ਆਈ ਹੈ। ਤੇ ਜਦੋਂ 3 ਜੂਨ ਨੂੰ ਬਹੁ ਗਿਣਤੀ ਵਿੱਚ ਸੰਗਤ ਅੰਦਰ ਆਈ ਹੈ, ਉਸ ਸਮੇਂ ਦੀ ਉੱਚ ਪੱਧਰੀ ਹੋਈ ਆਫੀਸਰਾਂ ਦੀ ਮੀਟਿੰਗ ਦੇ ਵਿੱਚ ਸਰਦਾਰ ਗੁਰਦਿਆਲ ਸਿੰਘ ਜੀ ਪੰਧੇਰ DIG BSF ਉਹਨਾਂ ਦੀ ਲਿਖਤ ਹੈ। ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿ ਰਿਹਾ, ਆਫੀਸਰਾਂ ਦੀਆਂ ਲਿਖਤਾਂ ਦੱਸ ਰਿਹਾ ਜਿਨ੍ਹਾਂ ਨੇ ਬਾਅਦ ਵਿੱਚ ਦੱਸਿਆ ਸਭ ਕੁਝ। ਜਦੋਂ ਇਹ ਮੀਟਿੰਗ ਹੋਈ ਜਿੱਥੇ ਖਾਲਸਾ ਕਾਲਜ ਆ, ਇੱਥੇ ਇਹਨਾਂ ਨੇ ਮਾਡਲ ਤਿਆਰ ਕੀਤਾ ਹੋਇਆ ਸੀਗਾ ਤੇ ਸਾਰੀ ਤਿਆਰੀ ਇੱਥੋਂ ਕਰਦੇ ਸੀਗੇ। ਉਸ ਮੀਟਿੰਗ ਦੇ ਅੰਦਰ ਪਹਿਲਾਂ 1 ਤੇ 2 ਜੂਨ ਨੂੰ ਫਾਇਰਿੰਗ ਹੋਈ ਹੈ CRP ਵੱਲੋਂ ਤੇ BSF ਵੱਲੋਂ। ਉਹ ਕਿਹਾ ਸਰਦਾਰ ਪੰਧੇਰ ਨੇ ਕਿ ਮੈਂ ਬਤੌਰ DIG ਉਸੇ ਵੇਲੇ ਇਹ ਆਪਣੇ ਜਿਹੜੇ ਸੀ ਜਰਨਲ ਨੂੰ ਲਿਖ ਕੇ ਕਿ ਇਹ ਫਾਇਰਿੰਗ ਬੰਦ ਹੋਣੀ ਚਾਹੀਦੀ ਹੈ, ਜਵਾਨਾਂ ਵਿੱਚ ਬਹੁਤ ਰੋਸ ਹੈ ਤੇ ਸਿੱਖ ਸੰਗਤਾਂ ਨਗਰਾਂ ਤੋਂ ਤਿਆਰ ਹੋ ਕੇ ਜਥੇ ਬਣ ਕੇ ਹਰਮੰਦਰ ਸਾਹਿਬ ਵੱਲ ਨੂੰ ਤੁਰ ਪਈਆਂ ਨੇ। ਇਹ ਨਾ ਹੋਵੇ ਕਿ ਫਿਰ ਫੈਸਲਾ ਲੈਣ ਵਿੱਚ ਦੇਰੀ ਹੋ ਜਾਵੇ। ਤੇ ਕਹਿੰਦੇ ਉਸ ਸਮੇਂ ਮੈਂ ਬਤੌਰ ਆਫੀਸਰ ਇਹ BSF ਵੱਲੋਂ ਫਾਇਰਿੰਗ ਬੰਦ ਕਰਵਾ ਦਿੱਤੀ ਸੀ ਤੇ ਜਿਹੜੀ CRPF ਵੱਲੋਂ ਉਹ ਫਾਇਰਿੰਗ ਨਹੀਂ ਬੰਦ ਹੋਈ, ਕਿਉਂਕਿ ਜਿਹੜਾ ਆਫੀਸਰ ਆਖੇ ਨਹੀਂ ਸੀ ਲੱਗਦਾ ਉਹਨੂੰ ਉਸੇ ਵੇਲੇ ਹੀ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਸੀ। ਅੰਮ੍ਰਿਤਸਰ ਸਾਹਿਬ ਦੇ DC ਨਾਲ ਕੀ ਹੋਇਆ? ਫੌਜ ਅੰਮ੍ਰਿਤਸਰ ਸਾਹਿਬ ਨੂੰ ਛਾਉਣੀ 'ਚ ਤਬਦੀਲ ਕਰ ਚੁੱਕੀ ਹੈ ਤੇ DC ਦੇ ਕੋਲੋਂ ਆਰਡਰ ਮੰਗੇ ਜਾ ਰਹੇ ਆ ਕਿ ਤੂੰ ਮੰਗ ਕਰ ਕਿ ਹਾਲਾਤ ਬਹੁਤ ਵਿਗੜ ਗਏ ਆ ਤੇ ਸਾਡੇ ਕੋਲੋਂ ਕਾਨੂੰਨ ਵਿਵਸਥਾ ਜਿਹੜੀ ਉਹ ਸਾਂਭੀ ਨਹੀਂ ਜਾ ਰਹੀ ਤੇ ਫੌਜ ਬੁਲਾਈ ਜਾਵੇ। ਉਹ ਕਹਿੰਦਾ ਫੌਜ ਤਾਂ ਆਈ ਪਈ ਹੈ, ਮੇਰੇ ਕੋਲੋਂ ਲਿਖਤੀ ਬਿਆਨ ਕਿਉਂ ਲੈ ਰਹੇ ਆ? ਉਹਨੇ ਕਿਹਾ ਕਿ ਮੈਂ ਲਿਖਤੀ ਨਹੀਂ ਦੇਵਾਂਗਾ ਤੇ ਉਸੇ ਸਮੇਂ ਉਹਨੂੰ DC ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ। ਅਜੇ ਵੀ ਹੈ ਨਵਾਂ DC ਲਾਇਆ ਗਿਆ ਤੇ ਜਿਹਨੂੰ ਨਵੇਂ ਨੂੰ ਲਿਆਂਦਾ ਹੀ ਇਸ ਕਰਕੇ ਹੈ ਕਿ ਤੂੰ ਲਿਖਤੀ ਕਰਕੇ ਦੇਣਾ, ਤੇ ਉਹਨ ਤਾਂ ਆਉਂਦਿਆਂ ਹੀ ਲਿਖਤੀ ਸਾਈਨ ਹੀ ਮਾਰਨੇ, ਰਬੜ ਦੀ ਮੋਹਰ ਹੈ। ਮੀਟਿੰਗ ਵਿੱਚ ਬੈਠਦਿਆਂ ਹੋਇਆਂ ਕਿਹਾ ਕਿ ਇਹ ਸਾਡਾ ਆਪਣਾ DC ਹੈ, ਜੋ ਤੁਸੀਂ ਕਹੋਗੇ ਬਰਾੜ ਸਾਹਿਬ ਉਸੇ ਤਰ੍ਹਾਂ ਹੋਏਗਾ। ਲਿਖਤੀ ਰੂਪ ਵਿੱਚ ਇਹ ਇਸ ਕਰਕੇ ਲਿਆ ਗਿਆ ਕਿ ਦਸਤਾਵੇਜ਼ ਬਣ ਸਕੇ ਕਿ ਸਰਕਾਰ ਨੇ ਨਹੀਂ ਫੌਜ ਚੜਾਈ, ਅੰਮ੍ਰਿਤਸਰ ਸਾਹਿਬ ਦੇ DC ਨੇ, ਉਥੋਂ ਦੇ ਆਵਾਮ ਨੇ ਮੰਗ ਕੀਤੀ ਕਿ ਫੌਜ ਲਿਆਂਦੀ ਜਾਵੇ, ਇੱਥੇ ਜਾਨਾਂ ਨੂੰ ਖਤਰਾ ਹੈ, ਲੋਕਾਂ ਦਾ ਜਨ ਜੀਵਨ ਜਿਹੜਾ ਹੈ ਉਹ ਖਤਰੇ ਵਿੱਚ ਪੈ ਗਿਆ ਹੈ। ਇਸ ਕਰਕੇ ਸਰਕਾਰ ਨੂੰ ਲੋਕਾਂ ਦੀ ਭਲਾਈ ਲਈ, ਬੱਚਿਆਂ ਬਜ਼ੁਰਗਾਂ ਔਰਤਾਂ ਦੀ ਰੱਖਿਆ ਲਈ ਫੌਜ ਲਿਆਉਣੀ ਪਈ। ਝੂਠੇ ਦਸਤਾਵੇਜ਼ ਬਣਾਏ ਤੇ ਪਰ ਉਹ
ਮੰਨੇ ਨਹੀਂ ਕਿਸੇ ਨੇ। ਭਾਵੇਂ ਦੇਸ਼ ਦੇ ਆਵਾਮ ਨੂੰ ਬਹੁਤ ਕੁਝ ਦੱਸਿਆ ਗਿਆ ਤੇ ਅੱਜ ਵੀ ਭੁੱਲੇ ਹੋਏ ਲੋਕ ਉਹਨਾਂ ਦੇ ਮਗਰ ਹੀ ਲੱਗੇ ਹੋਏ। ਤੇ ਜਿਸ ਵਕਤ ਉਸ ਮੀਟਿੰਗ ਦੇ ਅੰਦਰ ਜਦੋਂ 3 ਜੂਨ ਦੀ ਜਿਹੜੀ ਗੱਲ ਸਰਦਾਰ ਗੁਰਦਿਆਲ ਸਿੰਘ ਜੀ ਪੰਧੇਰ ਲਿਖਦੇ ਆ, ਉਹ ਕਹਿੰਦੇ ਆ ਕਿ 3 ਜੂਨ ਨੂੰ ਮੈਨੂੰ ਫਿਰ ਆਰਡਰ ਮਿਲਿਆ। ਉਹ ਆਰਡਰ ਮੀਟਿੰਗ ਵਿੱਚ ਸਾਹਮਣੇ ਬੈਠਿਆਂ ਬਰਾੜ ਨੇ ਦਿੱਤਾ ਹੈ ਕਿ ਤੁਸੀਂ ਆਪਣੀ ਫੋਰਸ ਵੱਲੋਂ ਫਾਇਰਿੰਗ ਆਰੰਭ ਕਰਾਓ। ਉਹ ਕਹਿਣ ਲੱਗੇ ਪਹਿਲਾਂ ਤਾਂ ਕਰਫਿਊ ਖੋਲ ਦਿੱਤਾ ਹੈ, ਅੰਦਰ ਬਹੁਤ ਜ਼ਿਆਦਾ ਸੰਗਤ ਆ ਚੁੱਕੀ ਹੈ, ਇਸ ਵਕਤ ਗੋਲੀ ਚਲਾਉਣੀ ਤਾਂ ਸੰਗਤ ਦੇ ਬਹੁਤ ਜ਼ਿਆਦਾ ਜਿਹੜੇ ਹੈ ਲੋਕ ਸੰਗਤ ਵਿੱਚੋਂ ਜ਼ਖਮੀ ਹੋਣਗੇ, ਮਰ ਜਾਣਗੇ। ਇਹ ਗੋਲੀ ਚਲਾਉਣੀ ਬਿਲਕੁਲ ਜਿਹੜੀ ਹੈ ਉਹ ਕਾਨੂੰਨ ਦੇ ਉਲਟ ਵਾ ਤੇ ਇਹ ਮੈਂ ਆਪਣੀ ਫੋਰਸ ਨੂੰ ਇਹ ਨਹੀਂ ਹੁਕਮ ਦਿਆਂਗਾ। ਤੇ ਜਨਰਲ ਬਰਾੜ ਨੇ ਉਸ ਨੂੰ ਅੱਗੋਂ ਜਵਾਬ ਦਿੱਤਾ ਕਿ ਇਹ ਸਿੱਧੀ ਸਿੱਧੀ ਬਗਾਵਤ ਹੈ। ਉਹ ਕਹਿਣ ਲੱਗਾ ਜੇ ਤੁਸੀਂ ਗੋਲੀ ਚਲਵਾਉਣਾ ਚਾਹੁੰਦੇ ਆ ਤਾਂ ਮੈਨੂੰ ਲਿਖਤੀ ਰੂਪ ਵਿੱਚ ਦਿਓ। ਲਿਖਤੀ ਰੂਪ ਵਿੱਚ ਸਰਕਾਰ ਕੁਝ ਨਹੀਂ ਦੇਣਾ ਚਾਹੁੰਦੀ। ਜੋ ਉਹਦੀ ਮਨਸਾ ਹੈ ਹਰਮੰਦਰ ਸਾਹਿਬ ਜੀ ਦੇ ਉੱਪਰ ਅਟੈਕ ਕਰਨ ਦੀ, ਉਹ ਲਿਖਤੀ ਰੂਪ ਵਿੱਚ ਕੋਈ ਦਸਤਾਵੇਜ਼ ਨਾ ਬਣੇ। ਤੇ ਫਿਰ ਜਨਰਲ ਬਰਾੜ ਨੇ ਕਿਹਾ ਕਿ ਲਿਖਤੀ ਰੂਪ ਵਿੱਚ ਲੈਣ ਦੀ ਕੀ ਲੋੜ ਹੈ ਜਦੋਂ ਮੈਂ ਆਰਡਰ ਦੇ ਰਿਹਾ ਹਾਂ। ਕਹਿਣ ਲੱਗਾ ਸਰ ਮੈਂ ਵੀ ਇਸ ਫੋਰਸ ਨੂੰ ਜੁਆਇਨ ਕੀਤਾ ਤੇ ਸਾਨੂੰ ਪੜ੍ਹਾਇਆ ਗਿਆ ਇਸ ਦੇਸ਼ ਦੇ ਕਾਨੂੰਨ ਮੁਤਾਬਕ ਕਿ ਜਦੋਂ ਗੋਲੀ ਚਲਾਉਣੀ ਹੋਵੇ ਉਦੋਂ 7-8 ਕਾਰਨ ਹੁੰਦੇ ਆ ਜਿਹੜੇ ਮੈਂ ਵੀ ਪੇਪਰਾਂ 'ਚ ਭਰਨੇ ਆ ਤਾਂ ਗੋਲੀ ਚਲਾਉਣ ਦਾ ਆਰਡਰ ਦੇ ਸਕਦਾ। ਕਿਉਂਕਿ ਬਾਅਦ ਵਿੱਚ ਜਦੋਂ ਇਨਕੁਆਇਰੀ ਖੁੱਲ੍ਹਦੀ ਹੈ ਉਦੋਂ ਫਿਰ ਜਵਾਬ ਦੇਣਾ ਪੈਂਦਾ ਆਫੀਸਰਾਂ ਨੂੰ ਕਿ ਉਸ ਸਮੇਂ ਗੋਲੀ ਚਲਾਉਣ ਦੇ ਕਾਰਨ ਕੀ ਸੀ ਤੇ ਗੋਲੀ ਜਦੋਂ ਚਲਾਈ ਗਈ ਤੇ ਅੱਗੇ ਦੁਸ਼ਮਣ ਕੋਲ ਕਿਹੋ ਜਿਹੇ ਹਥਿਆਰ ਸਨ ਤੇ ਜਿਨ੍ਹਾਂ ਉੱਤੇ ਗੋਲੀ ਚਲਾਈ ਗਈ ਉਹਨਾਂ ਦੀ ਗਿਣਤੀ ਕਿੰਨੀ ਸੀ ਵਗੈਰਾ ਵਗੈਰਾ। ਕਹਿੰਦਾ ਸਭ ਕੁਝ ਇਹ ਕਾਨੂੰਨੀ ਕਾਰਵਾਈ ਕਰਨੀ ਪੈਂਦੀ ਹੈ, ਇਸ ਕਰਕੇ ਤੁਸੀਂ ਮੈਨੂੰ ਲਿਖਤੀ ਆਰਡਰ ਦਿਓਗੇ ਤੇ ਮੈਂ ਅੱਗੇ ਜਿਹੜੀ ਕਾਰਵਾਈ ਫਿਰ ਤੋਰ ਸਕਾਂਗਾ। ਜਨਰਲ ਬਰਾੜ ਨੇ ਉਸੇ ਵੇਲੇ ਉਸ ਨੂੰ ਬਰਖਾਸਤ ਕਰਨ ਦੇ ਹੁਕਮ ਦੇ ਦਿੱਤੇ ਸੀ। ਮੀਟਿੰਗ ਵਿੱਚੋਂ ਭਾਵੇਂ ਉਹ ਉੱਠ ਗਏ ਸੀ ਤੇ ਪਹਿਲੋਂ ਜੋ ਉਹਨਾਂ ਦੀ ਮੀਟਿੰਗ ਦੇ ਅੰਦਰ ਗੱਲਬਾਤ ਹੋਈ ਹੈ ਉਹ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ। ਕਹਿੰਦੇ ਕਿ ਜਦੋਂ 4 ਜੂਨ ਨੂੰ ਇਹਨਾਂ ਨੇ ਮਨ ਬਣਾ ਲਿਆ ਸੀਗਾ ਕਿ ਅਸੀਂ ਅੰਦਰ ਫੌਜ ਨੇ ਹਮਲਾ ਕਰਨਾ ਹੈ ਤੇ ਉਸ ਸਮੇਂ ਬਰਾੜ ਨੇ ਆਪਣੀ ਰਾਏ ਦਿੰਦਿਆਂ ਹੋਇਆਂ ਕਿਹਾ, ਸਭ ਲਿਖਤ ਰੂਪ ਵਿੱਚ ਪਿਆ ਹੈ, ਆਪਣੀ ਰਾਏ ਦਿੰਦਿਆਂ ਹੋਇਆਂ ਕਿਹਾ ਕਿ ਇਹ ਕੇਵਲ 2 ਘੰਟੇ ਦਾ ਆਪਰੇਸ਼ਨ ਹੈ ਤੇ 2 ਘੰਟਿਆਂ ਦੇ ਵਿੱਚ ਹੀ ਉਹਨਾਂ ਨੇ ਗੋਡੇ ਟੇਕ ਦੇਣੇ ਆ, ਸਿਲੰਡਰ ਕਰ ਦੇਣਾ ਹੈ। ਇਹ ਕੇਵਲ ਇੰਨਾ ਕੁ ਆਪਰੇਸ਼ਨ ਹੈ ਜਿਵੇਂ ਪੈਰ ਚੋਂ ਕੰਡਾ ਕੱਢਣ ਦੇ ਬਰਾਬਰ ਵਾ। ਇਸ ਤਰ੍ਹਾਂ ਉਸਨੇ ਆਪਣੀ ਜਿਹੜੇ ਆਫੀਸਰ ਸੀ ਜਿਨ੍ਹਾਂ ਨੇ ਅੱਗੇ ਕਮਾਂਡ ਵੀ ਦੇਣੀ ਸੀ ਉਹਨਾਂ ਨੂੰ ਸੰਬੋਧਨ ਕੀਤਾ ਤੇ ਨਾਲ ਹੀ ਪੰਧੇਰ ਸਾਹਿਬ ਨੇ ਕਿਹਾ ਕਿ ਮੈਨੂੰ ਪੁੱਛਿਆ ਕਿ ਤੁਹਾਡਾ ਕੀ ਓਪੀਨੀਅਨ ਹੈ। ਕਹਿਣ ਲੱਗੇ ਮੇਰਾ ਓਪੀਨੀਅਨ ਪੁੱਛਦੇ ਹੋ ਤੇ ਜੋ ਕੁਝ ਤੁਸੀਂ ਸੋਚਿਆ ਇਹ ਸਰਾਸਰ ਗਲਤ ਹੈ, ਕਿਉਂਕਿ ਜਿਹੜੇ ਆਫੀਸਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਸ਼ਖਸੀਅਤ ਤੋਂ ਵਾਕਿਫ ਸਨ ਉਹਨਾਂ ਨੂੰ ਪਤਾ ਸੀ ਕਿ ਉਹ ਗੋਡੇ ਨਹੀਂ ਟੇਕਣਗੇ। ਕਹਿੰਦੇ ਉਸ ਸਮੇਂ ਮੈਂ ਆਪਣਾ ਓਪੀਨੀਅਨ ਦਿੱਤਾ ਕਿ ਉਹ ਸਿੱਖ ਨੇ, ਐਜ ਏ ਸਿੱਖ ਮੈਂ ਦੱਸ ਰਿਹਾ ਕਿ ਉਹ ਗੋਡੇ ਨਹੀਂ ਟੇਕਣਗੇ, ਕਿਉਂਕਿ ਸਾਨੂੰ ਵੀ ਜਦੋਂ ਲੜਨ ਵਾਸਤੇ ਦੱਸਿਆ ਜਾਂਦਾ ਹੈ ਤੇ ਉਦੋਂ ਅਸੀਂ ਆਪਣੇ ਸਿੱਖ ਸਿਪਾਹੀਆਂ ਨੂੰ ਦੇਸ਼ ਦਾ ਵਾਸਤਾ ਨਹੀਂ ਪਾਈਦਾ, ਚਮਕੌਰ ਸਾਹਿਬ ਦੀ ਕੱਚੀ ਗੜੀ ਚੇਤੇ ਕਰਾਈਦੀ ਹੈ ਤੇ ਉਹਨਾਂ ਨੂੰ ਚਮਕੌਰ ਸਾਹਿਬ ਦੀ ਕੱਚੀ ਗੜੀ ਮੈਨੂੰ ਪੱਕਾ ਪਤਾ ਹੈ ਕਿ ਯਾਦ ਹੈ, ਕਿਉਂਕਿ ਮੈਂ ਉਹਨਾਂ ਦੀ ਸ਼ਖਸੀਅਤ ਤੋਂ ਵਾਕਿਫ ਹਾਂ। ਉਹ ਗੋਡੇ ਨਹੀਂ ਟੇਕਣਗੇ, ਆਖਰੀ ਖੂਨ ਤੱਕ ਲੜਨਗੇ, ਆਖਰੀ ਕਤਰਾ ਵਹਾ ਦੇਣਗੇ। ਤੇ ਹੱਸ ਪਿਆ ਕਹਿੰਦਾ ਬਰਾੜ ਅੱਗੋਂ ਗੱਲ ਸੁਣ ਕਰਕੇ। ਕਹਿੰਦਾ ਜਦੋਂ ਫੌਜ ਦੀਆਂ ਲਮਜੀਆਂ ਦੇ ਫਾਇਰ ਖੁੱਲ੍ਹਦੇ ਨੇ, ਟੰਕਾਂ ਦੇ ਤੋਪਾਂ ਦੇ ਗੋਲੇ ਚੱਲਦੇ ਨੇ, ਆਕਾਸ਼ ਵਿੱਚ ਜਹਾਜ਼ ਤੇ ਹੈਲੀਕਾਪਟਰ ਮੰਡਰਾਉਂਦੇ ਆ ਨਾ, ਉਦੋਂ ਵੱਡਿਆਂ ਵੱਡਾਂ ਦੀਆਂ ਪਤਲੂਣਾਂ ਗਿੱਲੀਆਂ ਹੋ ਜਾਂਦੀਆਂ ਨੇ। ਕਹਿੰਦਾ ਸਰ ਤੁਸੀਂ ਮੈਨੂੰ ਮੇਰਾ ਓਪੀਨੀਅਨ ਪੁੱਛਿਆ ਸੀ, ਮੈਂ ਦੱਸ ਦਿੱਤਾ, ਪਰ ਯਾਦ ਰੱਖਿਓ
ਉਹ ਤੁਹਾਡੀਆਂ ਪਤਲੂਣਾ ਤਾਂ ਗਿੱਲੀਆਂ ਕਰ ਦੇਣਗੇ, ਉਹਨਾਂ ਦੀਆਂ ਪਤਲੂਣਾ ਤੁਸੀਂ ਗਿੱਲੀਆਂ ਨਹੀਂ ਕਰ ਸਕੋਗੇ। ਉਹ ਗੁੱਸੇ ਵਿੱਚ ਆ ਗਿਆ ਸੀ। ਇਹ ਸਾਰੀਆਂ ਗੱਲਾਂ ਬਾਤਾਂ ਇਹ ਆਫੀਸਰਾਂ ਦੀਆਂ ਹੋਈਆਂ, ਇਹ ਦਰਜ ਹਨ। ਤੇ ਜਦੋਂ ਫਿਰ ਸਾਧ ਸੰਗਤ ਜੀ, ਭਾਵੇਂ ਕਿ ਵੇਖੋ ਉਹ DIG ਆਪਣਾ, ਉਹਨੇ ਕੋਈ ਦੇਸ਼ ਧਰੋ ਵਾਲਾ ਕਰਮ ਨਹੀਂ ਕੀਤਾ, ਕੋਈ ਇਹੋ ਜੀ ਗੱਲ ਨਹੀਂ ਕਹੀ, ਸਗੋਂ ਕਿ ਇਹ ਫੌਜ ਦੇ ਹਿੱਤ ਵਿੱਚ ਹੀ ਦੱਸਿਆ। ਜੋ ਕੁਝ ਦੁਸ਼ਮਣ ਦੇ ਕੋਲ, ਚਾਹੇ ਦੁਸ਼ਮਣ ਦੇ ਪੱਖ 'ਚ ਹੀ ਖੜੇ ਆ ਨਾ ਉਸ ਸਮੇਂ, ਤੇ ਸਿੰਘ ਉਹਨਾਂ ਦੇ ਦੁਸ਼ਮਣ ਫੌਜ ਦੇ ਪੱਖ ਵਿੱਚ ਨੇ। ਤੇ ਉਹਨਾਂ ਦਾ ਜਿਹੜਾ ਸਿਆਣਾ ਕੋਈ ਵੀ ਹੁੰਦਾ ਹੈ ਉਹ ਸੱਚ ਦੱਸਦਾ ਹੈ, ਪਰ ਜਿਹਨੂੰ ਹਕੂਮਤ ਦਾ ਨਸ਼ਾ ਹੁੰਦਾ ਹੈ, ਹਥਿਆਰਾਂ ਦਾ ਤੇ ਫੌਜ ਦਾ ਨਸ਼ਾ ਹੁੰਦਾ ਹੈ, ਉਹ ਸੱਚ ਵੀ ਸੁਣਨਾ ਨਹੀਂ ਬਰਦਾਸ਼ਤ ਕਰਦਾ। ਜੇ ਆਪਾਂ ਆਪਣੇ ਇਤਿਹਾਸ ਨੂੰ ਵੇਖੀਏ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉੱਪਰ ਚੜ੍ਹਾਈ ਕੀਤੀ ਪਹਾੜੀ ਰਾਜਿਆਂ ਨੇ, ਤੇ ਇੱਕ ਮੰਡੀ ਵਾਲਾ ਰਾਜਾ ਸੀ, ਉਹ ਬਾਕੀ ਦੇ ਰਾਜਿਆਂ ਨੂੰ ਕਹਿੰਦਾ ਸੀ ਕਿ ਜੋ ਤੁਸੀਂ ਕਰਨ ਲੱਗੇ ਹੋ ਸਹੀ ਨਹੀਂ। ਤੇ ਬੈਠੇ ਹੋਏ ਸਭਾ ਵਿੱਚ ਭੀਮ ਚੰਦ ਰਾਜੇ ਨੇ ਕਿਹਾ ਇਹਦਾ ਕਾਰਨ, ਕਹਿੰਦਾ ਜਿਵੇਂ ਸੂਰਜ ਨੂੰ ਨਹੀਂ ਪਕੜਿਆ ਜਾ ਸਕਦਾ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਕੜਿਆ ਨਹੀਂ ਜਾ ਸਕਦਾ। ਸੂਰਜ ਦੀਆਂ ਜ਼ੁਲਫਾਂ ਨੂੰ ਹੱਥ ਪਾਵੋਗੇ, ਆਪਣੇ ਹੱਥ ਸੜਾ ਲਓਗੇ, ਇਵੇਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਅਣਖ ਤੇ ਗੈਰਤ ਨੂੰ ਹੱਥ ਪਾਵੋਗੇ, ਤੁਹਾਡਾ ਸਤਿਆਨਾਸ਼ ਹੋ ਜਾਵੇਗਾ। ਤੇ ਉਹਦੇ ਤੇ ਵਿਸ਼ਵਾਸ ਕਰਨ ਦੀ ਥਾਂ ਉਹਨੂੰ ਕੀ ਕਿਹਾ ਗਿਆ, ਕਹਿੰਦਾ ਇਹਨੇ ਗੁਰੂ ਘਰ ਦਾ ਕੜਾ ਖਾ ਲਿਆ। ਇਹ ਲੱਗਦਾ ਹੈ ਵੀ ਗੁਰੂ ਸਾਹਿਬ ਦੀ ਸੰਗਤ ਵਿੱਚੋਂ ਕਿਤੇ ਗੇੜਾ ਮਾਰ ਆਇਆ ਹੈ। ਭੀਮ ਚੰਦ ਕਹਿੰਦਾ ਇਹਨੂੰ ਮੇਰੀ ਤਾਕਤ ਦਾ ਪਤਾ ਨਹੀਂ। ਤੇ ਵੇਖ ਲਓ ਸਾਡਾ ਇਤਿਹਾਸ ਕੀ ਕਹਿੰਦਾ, ਕਿੰਨੀ ਫੌਜ ਸੀ ਉਹਨਾਂ ਕੋਲ। ਤੇ ਗੁਰੂ ਸਾਹਿਬ ਦੇ ਕੋਲ ਭੰਗਾਣੀ ਦੇ ਯੁੱਧ ਵਿੱਚ 1700 ਘੋੜਸਵਾਰ ਸਿੱਖ ਸਨ, ਤੇ 3.5 ਲੱਖ ਫੌਜ ਦੇ ਤਿਵੇਂ ਦੰਦ ਖੱਟੇ ਕੀਤੇ ਸੀ। ਇਹ ਧਰਤੀ ਦੀ ਛਾਤੀ ਤੇ ਲਿਖਿਆ ਇਤਿਹਾਸ ਹੈ ਗੁਰੂਦੇਵ ਦਾ। ਚਮਕੌਰ ਸਾਹਿਬ ਦੀ ਗੜੀ ਦੱਸਦੀ ਹੈ ਕਿ ਸਿੱਖ ਕੌਣ ਨੇ। ਜਿਹਨੂੰ ਨਹੀਂ ਪਤਾ ਉਹ ਵੀ ਜਾਣ ਲੈਂਦਾ ਹੈ ਇਸ ਕੌਮ ਦਾ ਇਤਿਹਾਸ ਪੜ੍ਹ ਕੇ ਕਿ ਇਹ ਕੌਮ ਕਿਹੋ ਜਿਹੀ ਹੈ, ਜਿਉਂਦੀ ਕਿਵੇਂ ਹੈ ਤੇ ਮਰਦੀ ਕਿਵੇਂ ਹੈ। ਜਦੋਂ ਉਹ DIG ਨੇ ਇਹ ਦੱਸਿਆ ਕਿ ਮੈਨੂੰ ਵਿਸ਼ਵਾਸ ਹੈ ਕਿ ਜਿੰਨੇ ਅੰਦਰ ਉਹ ਸਿੰਘ ਹਨ ਉਹਨਾਂ ਨੂੰ ਚਮਕੌਰ ਸਾਹਿਬ ਦੀ ਗੜੀ ਯਾਦ ਹੈ। ਤੇ ਉਸ ਸਮੇਂ ਸਾਧ ਸੰਗਤ ਜੀ, ਭਾਵੇਂ ਕਿ ਜਦੋਂ ਆਫੀਸਰ ਦਾ ਨਰਾਦਰ ਕੀਤਾ ਗਿਆ, ਉਹਨੇ ਆਪ ਦੇ ਵੱਡੇ ਆਫੀਸਰ ਨੂੰ ਕਿਹਾ ਕਿ ਮੈਂ ਇਸ ਅਹੁਦੇ ਤੇ ਕੰਮ ਹੀ ਨਹੀਂ ਕਰਨਾ ਚਾਹੁੰਦਾ। ਜਦੋਂ ਜਲੀਲ ਕੀਤਾ ਉਹਨੂੰ ਛੁੱਟੀ ਕਰ ਦਿੱਤਾ ਗਿਆ, ਭਾਵੇਂ ਕਿ ਧਾਰਾ ਲਾ ਕਰਕੇ ਅਹੁਦੇ ਤੋਂ ਬਰਖਾਸਤ ਕਰਨ ਵਾਸਤੇ ਵੀ ਕਿਹਾ ਗਿਆ, ਪਰ ਕਿਉਂਕਿ ਚਾਰਜ ਲਾਉਣ ਨੂੰ ਅੱਗੇ ਕੋਈ ਲੱਭਦਾ ਨਹੀਂ ਸੀ ਨਾ ਕਿ ਚਾਰਜ ਲਾਈਏ ਤੇ ਕਿਹੜੀ ਗੱਲ ਤੇ ਲਾਈਏ, ਫਿਰ ਭਾਵੇਂ ਅਹੁਦੇ ਤੋਂ ਨਹੀਂ ਲਾਇਆ ਗਿਆ, ਪਰ ਇਨਕੁਆਰੀਆਂ ਇਹੋ ਜੀਆਂ ਚੱਲੀਆਂ ਕਿ ਜਿਸ ਵਿੱਚ ਬਹੁਤ ਸਿੱਖਾਂ ਅਫਸਰਾਂ ਨੂੰ ਜਲੀਲ ਕੀਤਾ ਗਿਆ। ਬਹੁਤ ਜ਼ਿਆਦਾ ਉਹਨਾਂ ਨੂੰ ਇਹੋ ਜਿਹੀ ਹੀਣ ਭਾਵਤਾ ਮਹਿਸੂਸ ਕਰਾਈ ਕਿ ਤੁਸੀਂ ਇਸ ਦੇਸ਼ ਦੇ ਅੰਦਰ ਗੁਲਾਮ ਹੋ। ਇਹ ਸਾਧ ਸੰਗਤ ਜੀ, ਜਦੋਂ 84 ਦਾ ਘੱਲੂਘਾਰਾ ਹੁੰਦਾ ਹੈ, ਕਿਵੇਂ ਫਿਰ ਉਹ ਮਰਜੀਵੜੇ ਯੋਧੇ ਚਮਕੌਰ ਸਾਹਿਬ ਦੀ ਗੜੀ ਦਾ ਇਤਿਹਾਸ ਜਿਹੜਾ ਹੈ ਕੌਮ ਨੂੰ ਫਿਰ ਸਰਜੀਤ ਕਰਕੇ ਸਾਹਮਣੇ ਦਿਖਾਉਂਦੇ ਹੈ, ਉਹ ਕੱਲ ਦੇ ਦੀਵਾਨ ਤੋਂ ਆਪਾਂ ਸਰਵਣ ਕਰਾਂਗੇ। ਤੇ ਮੈਂ ਕੇਵਲ ਆਪ ਜੀ ਨੂੰ ਇਹ ਬੇਨਤੀ ਕੀਤੀ ਹੈ, ਕਿਉਂਕਿ ਸੰਸਾਰ ਭਰ ਤੋਂ ਸਿੱਖ ਜਿੱਥੇ ਪਿਆਰ ਕਰਨ ਵਾਲੇ ਇਸ ਆਵਾਜ਼ ਨੂੰ ਸੁਣਦੇ ਹੈ, ਕਿਉਂਕਿ ਅੱਜ ਵੀ ਸਿੱਖਾਂ ਦਾ ਚਿਹਰਾ ਜਿਹੜਾ ਨਾ ਉਹ ਇਹੀ ਸਾਹਮਣੇ ਆਵਾਮ ਦੇ ਪੇਸ਼ ਕੀਤਾ ਜਾਂਦਾ ਹੈ ਕਿ ਇਹ ਉਗਰਵਾਦੀ ਹੈ, ਵੱਖਵਾਦੀ ਹੈ, ਦੇਸ਼ ਦੀ ਅਖੰਡਤਾ ਨੂੰ ਇਹਨਾਂ ਤੋਂ ਖਤਰਾ ਹੈ। ਬੜੇ ਬੜੇ ਇਹੋ ਜਿਹੇ ਇਹ ਜਾਇਮ ਪੇਸ਼ਾ ਕੌਮ ਹੈ, ਇਹ ਖੂਨ ਖਰਾਬਾ ਚਾਹੁੰਦੇ ਹੈ, ਸ਼ਾਂਤੀ ਇਹਨਾਂ ਨੂੰ ਚੰਗੀ ਨਹੀਂ ਲੱਗਦੀ, ਜਦੋਂ ਕਿ ਕਦੇ ਵੀ ਸਿੱਖ ਨੇ ਕਦੇ ਕਿਸੇ ਉੱਤੇ ਵਾਅਦਾ ਨਹੀਂ ਕੀਤਾ ਹੈ। ਇਹ ਵੀ ਭਾਵੇਂ ਕਿ ਉਹਨਾਂ ਦੇ ਆਪਣੇ ਨੁਕਤੇ ਮੁਤਾਬਕ ਉਹ ਫਾਇਰਿੰਗ ਇਸ ਕਰਕੇ ਕਰਦੇ ਸਨ ਕਿ ਪਤਾ ਚੱਲ ਜਾਵੇ ਕਿ ਅੱਗੇ ਮੋਰਚੇ ਉਹਨਾਂ ਦੇ ਕਿੱਥੇ ਕਿੱਥੇ ਹੈ, ਪਰ ਕਿਸੇ ਵੀ ਫਾਇਰਿੰਗ ਦਾ ਅੰਦਰੋਂ ਜਵਾਬ ਨਹੀਂ ਮਿਲਿਆ। ਜਦੋਂ ਫੌਜ ਅੰਦਰ ਆਪ ਉਤਰੀ ਹੈ ਨਾ, ਤੇ ਫਿਰ ਵੀ ਮਹਾਂਪੁਰਖਾਂ ਦਾ ਇਹ ਕਹਿਣਾ ਸੀ ਕਿ ਪਹਿਲੀ ਗੋਲੀ ਸਾਡੇ ਵੱਲੋਂ ਨਹੀਂ ਚੱਲਣੀ ਚਾਹੀਦੀ, ਪਹਿਲੀ ਗੋਲੀ ਦੁਸ਼ਮਣ ਵੱਲੋਂ ਚੱਲਣੀ ਚਾਹੀਦੀ ਹੈ, ਤੇ ਫਿਰ ਇੱਕ ਵੀ ਗੋਲੀ ਤੁਹਾਡੀ ਖਾਲਸਾ ਜੀ ਖਰਾਬ ਨਹੀਂ ਹੋਣੀ ਚਾਹੀਦੀ। ਕੋਈ ਗੋਲੀ ਅਜਾਈ ਨਾ ਚਲਾਇਓ। ਫਿਰ
ਇਹ ਮਹਾਂਪੁਰਖਾਂ ਨੇ ਕਿਹਾ ਕਿ ਜਦੋਂ ਉਹ ਸਾਡੇ ਤੇ ਆ ਕੇ ਪ੍ਰਸ਼ਨ ਕਰਨਗੇ, ਜੁੱਤੀਆਂ ਸਮੇਤ ਫੌਜ ਅੰਦਰ ਵੜ ਜਾਵੇਗੀ, ਫਿਰ ਜਵਾਬ ਦੇਣਾ ਖਾਲਸੇ ਦਾ ਫਰਜ਼ ਹੈ। ਤੇ ਕਿਹੋ ਜਿਹਾ ਮੂੰਹ ਤੋੜਵਾਂ ਜਵਾਬ ਦਿੱਤਾ ਉਹਨਾਂ ਸੂਰਬੀਰਾਂ ਦੀ ਵੀਰਤਾ ਆਪਾਂ ਸਰਵਣ ਕਰਾਂਗੇ। ਮੇਰੇ ਦੱਸਣ ਦਾ ਮੰਤਵ ਇਹ ਸੀ ਕਿ ਜੇ ਤਾਂ ਅੱਜ ਵੀ ਉਹਨਾਂ ਦਾ ਹਿਰਦਾ ਸੁਹਿਰਦ ਹੋਵੇ ਤੇ ਜਰਨਲ ਸਿਨਹਾ ਦਾ ਲੇਖ ਹੀ ਚੈਨਲਾਂ ਤੇ ਚਲਾਇਆ ਜਾਵੇ, ਦੱਸਿਆ ਜਾਵੇ ਕਿ ਉਸ ਸਮੇਂ ਸਿੱਖਾਂ ਦਾ ਕੀ ਕਿਰਦਾਰ ਸੀ ਤੇ ਹਕੂਮਤ ਦਾ ਕੀ ਕਿਰਦਾਰ ਸੀ। ਜਾਂ ਜਿਹੜੇ ਕੋਈ ਲੀਡਰ ਚਾਹੁੰਦੇ ਆ ਕਿ ਸਿੱਖਾਂ ਨੂੰ ਹੱਕ ਮਿਲਣ ਤੇ ਉਹ ਹਕੂਮਤ ਹੈ ਜੇ ਉਹਨਾਂ ਦੀ, ਤੇ ਉਸ ਸਮੇਂ ਦੀ ਹਕੂਮਤ ਦੇ ਉੱਤੇ ਦੇਸ਼ ਧਰੋਹ ਦਾ ਪਰਚਾ ਤਾਂ ਦਰਜ ਕਰਨ, ਫਿਰ ਦਸਤਾਵੇਜ਼ ਤਾਂ ਤਿਆਰ ਹੋ ਸਕਣ। ਕੁਛ ਵੀ ਉਹਨਾਂ ਨੇ ਅੱਜ ਵੀ ਕੁਛ ਨਹੀਂ ਹੋ ਰਿਹਾ, ਨਾ ਪਹਿਲਾਂ ਕਿਸੇ ਕੁਛ ਕੀਤਾ। ਇੱਥੋਂ ਤੱਕ ਕਿ ਦਿੱਲੀ ਦੇ ਅੰਦਰ ਜਿਨ੍ਹਾਂ ਨੇ ਕਤਲੇਆਮ ਕੀਤੀ ਹੈ ਉਹ ਅੱਜ ਵੀ ਸ਼ਰੇਆਮ ਸਭ ਨੂੰ ਪਤਾ ਹੈ, ਉਹਨਾਂ ਨੂੰ ਕੋਈ ਕਾਨੂੰਨ ਨਹੀਂ ਸਜ਼ਾ ਦੇ ਸਕਿਆ। ਪਰ ਜੇ ਸਿੰਘਾਂ ਨੇ ਆਪਦੇ ਧਰਮ ਦੇ ਮੁਤਾਬਕ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਜੀ ਨੇ ਪੂਰਨੇ ਪਾਉਂਦਿਆਂ ਹੋਇਆਂ ਸੁਖਾ ਸਿੰਘ ਤੇ ਮਤਾਬ ਸਿੰਘ ਜੀ ਦੀ ਕਰਨੀ ਤੇ ਜ਼ਾਲਮ ਨੂੰ ਸਜ਼ਾ ਦਿੱਤੀ ਹੈ, ਤੇ ਉਹਨਾਂ ਵਾਸਤੇ ਕਾਨੂੰਨ ਵੇਖ ਲਓ ਕਿੱਡੀ ਛੇਤੀ ਭਾਈ ਬੇਅੰਤ ਸਿੰਘ ਜੀ ਨੇ ਭਾਵੇਂ ਹਥਿਆਰ ਰੱਖਤਾ ਸੀ, ਕਿਹਾ ਜੋ ਮੈਂ ਕਰਨਾ ਕਰ ਲਿਆ, ਪਰ ਉਹਨਾਂ ਨੂੰ ਗ੍ਰਿਫਤਾਰ ਕਰਕੇ ਵੀ ਗੋਲੀਆਂ ਮਾਰੀਆਂ ਗਈਆਂ। ਭਾਈ ਸਤਵੰਤ ਸਿੰਘ ਜੀ ਨੂੰ ਤੇ ਭਾਈ ਕੇਰ ਸਿੰਘ ਜੀ ਨੂੰ ਫਾਂਸੀ ਦੇ ਰੱਸਿਆਂ ਤੇ ਲਟਕਾਇਆ ਗਿਆ। ਪਰ ਜਿਨ੍ਹਾਂ ਨੇ ਸ਼ਰੇਆਮ ਸੜਕਾਂ ਦੇ ਉੱਤੇ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਸਿੱਖਾਂ ਨੂੰ ਸਾੜਿਆ, ਗਾਜਰਾਂ ਤੇ ਮੂਲੀਆਂ ਦੀ ਤਰ੍ਹਾਂ ਵੱਢ ਦਿੱਤਾ, ਕੜਾ ਵੇਖ ਕੇ ਹੀ, ਭਾਵੇਂ ਮੋਨਾ ਹੀ ਸੀਗਾ, ਸਿਰ ਤੇ ਕੇਸ ਨਹੀਂ ਨੇ ਸੀਗੇ, ਤਾਂ ਵੀ ਕੜਾ ਵੇਖ ਕੇ ਕਿ ਸਿੱਖ ਹੈ ਉਹਨੂੰ ਵੀ ਮਾਰ ਦਿੱਤਾ ਸੀ। ਇਹੋ ਜਿਹੇ ਦਿੱਲੀ ਦੇ ਹਾਲਾਤ ਸਨ ਤੇ ਇਹ ਸਭ ਜਾਣਦੇ ਆ, ਪਰ ਉਹਨਾਂ ਚੀਜ਼ਾਂ ਨੂੰ ਦੇਸ਼ ਦੇ ਆਵਾਮ ਦੇ ਸਾਹਮਣੇ ਉਜਾਗਰ ਨਹੀਂ ਕਰਦੇ ਕਿ ਦੇਸ਼ ਵਾਸੀਆਂ ਨੂੰ ਪਤਾ ਨਾ ਚੱਲ ਜਾਵੇ ਕਿ, ਤੇ ਸਾਡਾ ਵੀ ਬਹੁਤ ਸਾਰਾ ਹਿੱਸਾ, ਮੈਂ ਪਹਿਲਾਂ ਬੇਨਤੀ ਕੀਤੀ ਆ, ਉਹ ਪਤਾ ਨਹੀਂ ਚੱਲਣ ਦੇਣਾ ਚਾਹੁੰਦਾ, ਕਿਉਂਕਿ ਉਹਨਾਂ ਦੇ ਵੀ ਚਿਹਰੇ ਬੇਨਕਾਬ ਹੁੰਦੇ ਆ। ਉਹਨਾਂ ਕੋਲੋਂ ਵੀ ਪੰਥ ਦੀਆਂ ਉਹ ਮਹਾਨ ਜਿਹੜੇ ਅਹੁਦੇ ਆ ਉਹ ਖੁੱਸਦੇ ਆ, ਜਿਹਦੇ ਅਜੇ ਵੀ ਪੰਥ ਦੇ ਅੰਦਰ ਸਮਝਦੇ ਆ ਕਿ ਸਾਡੀ ਹਕੂਮਤ ਹੈ, ਅਸੀਂ ਹੀ ਪੰਥ ਹਾਂ। ਪ੍ਰਸਾਦ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਭਾਈ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ, ਕਦੇ ਵਕਤ ਆਉਂਦਾ ਹੈ, ਕਿਉਂਕਿ ਨਿਰੰਕਾਰ ਦਾ ਬਣਾਇਆ ਹੋਇਆ ਇਹ ਕਾਨੂੰਨ ਹੈ, ਸਦਾ ਕੂੜ ਦੀ ਰਾਤ ਨਹੀਂ ਰਹਿੰਦੀ, ਸੱਚ ਦਾ ਸੂਰਜ ਕਦੇ ਚੜ੍ਹਦਾ ਹੈ ਜ਼ਰੂਰ। ਤੇ ਨਿਰੰਕਾਰ ਨੂੰ ਜਦੋਂ ਪਾਇਆ ਇਹ ਕਿਸੇ ਦੇ ਵੱਸ ਨਹੀਂ, ਜਦੋਂ ਬਾਜਾਂ ਵਾਲੇ ਸਤਿਗੁਰੂ ਜੀ ਨੂੰ ਪਾਇਆ ਸੱਚ ਦਾ ਸੂਰਜ ਚੜ੍ਹੇਗਾ ਜ਼ਰੂਰ। ਤੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਸਾਨੂੰ ਸਿੱਖਿਆ ਦਿੰਦੇ ਆ, ਆਓ ਮਨ ਬਿਰਤੀ ਇਕਾਗਰ ਕਰੀਏ। ਇਹ ਪਾਵਨ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸ਼੍ਰੀ ਕੰਠ ਤੋਂ ਉਚਾਰਨ ਹੋਇਆ। ਸਰੇਵੜਿਆਂ ਦੇ ਦੇਸ਼ ਵਿੱਚ ਮਹਾਰਾਜ ਨੇ ਜਦੋਂ ਸਰੇਵੜੇ ਨੇ ਚਰਚਾ ਕੀਤੀ ਮਹਾਰਾਜ ਦੇ ਨਾਲ, ਤਾਂ ਸਤਿਗੁਰਾਂ ਜੀ ਨੇ ਦੱਸਿਆ ਕਿ ਤੁਹਾਡੇ ਜੋ ਅਸੂਲ ਹਨ ਉਹ ਬਿਲਕੁਲ ਬੇਬੁਨਿਆਦ ਨੇ। ਤੁਸੀਂ ਜ਼ਿੰਦਗੀ ਜਿਨ੍ਹਾਂ ਅਸੂਲਾਂ ਤੇ ਜਿਉਂਦੇ ਹੋ ਤੇ ਸੋਚਦੇ ਹੋ ਕਿ ਪਰਮਾਰਥ ਨੂੰ ਪ੍ਰਾਪਤ ਹੋ ਜਾਵਾਂਗੇ, ਇਹ ਮਹਾਰਾਜ ਕਹਿੰਦੇ ਕਿ ਭਾਈ ਜੀਵਨ ਹੀ ਬੱਤਰ ਹੈ ਤੁਹਾਡਾ ਇਹ ਜਿਉਣਾ, ਤੇ ਪਰਮਾਰਥ ਤਾਂ ਕੀ ਪ੍ਰਾਪਤ ਹੋਣਾ ਹੈ। ਇਹ ਭਾਈ ਮਰਦਾਨਾ ਜੀ ਨੇ ਫਿਰ ਪੁੱਛਿਆ ਸੀ ਮਹਾਰਾਜ ਇਹਨਾਂ ਦੇ ਕੀ ਅਸੂਲ ਨੇ, ਕਿਹੋ ਜਿਹਾ ਜੀਵਨ ਜਿਉਂਦੇ ਹੈ, ਤੇ ਸਤਿਗੁਰੂ ਜੀ ਨੇ ਦੱਸਿਆ ਸੀ। ਸ਼ਬਦ ਆਪਾਂ ਆਰੰਭ ਕੀਤਾ ਸੀਗਾ ਅੱਗੇ, ਜਿਸ ਪਾਣੀ ਨੂੰ ਇਹ ਚੰਗਾ ਨਹੀਂ ਸਮਝਦੇ, ਇਸ਼ਨਾਨ ਨਹੀਂ ਕਰਦੇ, ਉਸ ਪਾਣੀ ਦੇ ਮਹਾਰਾਜ ਨੇ ਗੁਣ ਦੱਸੇ ਕਿ ਭਾਈ ਪਾਣੀ ਦੇ ਗੁਣ ਕੀ ਹੈ। ਤੇ ਆਪਾਂ ਆਰੰਭ ਤੋਂ ਹੀ ਅੱਖਰੀ ਅਰਥ ਮੈਂ ਕਰਾਂਗਾ, ਕੇਵਲ ਜਿਹੜੇ ਕੱਲ ਅਰਥ ਹੋ ਚੁੱਕੇ ਉਹਨਾਂ ਦਾ ਵਿਸਥਾਰ ਨਹੀਂ ਹੋਏਗਾ, ਅੱਖਰੀ ਅਰਥ ਹੋਣਗੇ। ਸ਼ਬਦ ਦੇ ਸੰਪੂਰਨ ਹੋਣ ਦੀ ਨਾਲੇ ਮਰਿਆਦਾ ਪੂਰੀ ਹੋਵੇਗੀ। ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ
ਸਲੋਕ ਮਹਲਾ ਪਹਿਲਾ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਦੇ ਸ਼੍ਰੀ ਕੰਠ ਤੋਂ ਮਹਾਰਾਜ ਸ਼ਲੋਕ ਉਚਾਰਨ ਕਰਦੇ ਆ। ਸਿਰ ਖੁਹਾਏ ਪਿਹ ਮਲਵਾਣੇ। ਮਹਾਰਾਜ ਦੱਸਦੇ ਭਾਈ ਮਰਦਾਨਿਆਂ ਸਰੇਵੜੇ ਜਿਹੜੇ ਆ ਇਹ ਸਿਰ ਖੁਹਾ ਲੈਂਦੇ, ਸਾਰਾ ਭਾਵ ਪਟਾ ਦਿੰਦੇ ਆ ਕੇਸ ਚੁਟਕੀਆਂ ਨਾਲ, ਕੱਟਦੇ ਨਹੀਂ, ਖਿੱਚ ਖਿੱਚ ਕੇ ਜਿਹੜੇ ਆ ਉਹ ਕੇਸ ਪੁੱਟ ਦਿੰਦੇ ਆ। ਤੇ ਪੀਹ ਮਲਵਾਣੀ, ਮੈਲ ਵਾਲਾ ਜਿਹੜਾ ਆਟੇ ਦਾ ਧੋਣ ਹੁੰਦਾ ਉਹ ਪਾਣੀ ਪੀਂਦੇ ਆ ਕਿ ਜੀਵ ਨਾ ਮਰਨ ਦਾ ਸਾਨੂੰ ਪਾਪ ਲੱਗੇ। ਝੂਠਾ ਮੰਗ ਮੰਗ ਖਾਹੇ। ਤੇ ਝੂਠਾ ਮੰਗ ਮੰਗ ਕੇ ਖਾਂਦੇ ਆ, ਕਿਉਂਕਿ ਮਹਾਰਾਜ ਨੇ ਕਿਹਾ ਨਾ ਕਿ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਉਹ ਆਟਾ ਗੁੰਨਦਿਆਂ ਵੀ ਉਹ ਕਹਿੰਦੇ ਜੀ ਮਰ ਜਾਂਦੇ ਆ ਨਾ, ਇਸ ਕਰਕੇ ਆਪ ਨਹੀਂ ਗੁੰਨਦੇ, ਆਪ ਨਹੀਂ ਪਕਾਉਂਦੇ। ਉਹ ਕਹਿੰਦੇ ਜਿਹੜਾ ਪੱਕਿਆ ਹੋਇਆ ਭੋਜਨ ਹੈ ਬਚਿਆ ਹੈ ਝੂਠਾ ਉਹ ਸਾਨੂੰ ਦਿਓ, ਇਉਂ ਖਾਂਦੇ ਆ। ਮਹਾਰਾਜ ਕਹਿੰਦੇ ਝੂਠਾ ਮੰਗ ਮੰਗ ਕਰਕੇ। ਫੋਲ ਫਦੀਹਤ ਮੋਹ ਲੈਨ ਪੜਾਸਾ। ਫਿਰ ਕਿੰਨੀ ਗੰਦੀ ਕਿਰਿਆ ਕਰਦੇ ਆ ਆਪ ਚੋਂ, ਤਾਂ ਕਹਿੰਦੇ ਕਿ ਜੀ ਨਾ ਮਰਨ। ਹਜੂਰ ਕਹਿੰਦੇ ਭਾਈ ਫੋਲ ਫਦੀਹਤ, ਆਪ ਦੀ ਗੰਦਗੀ ਵਿਸ਼ਟਾ ਜਿਹੜੀ ਆ ਉਹ ਸੋਟੀ ਨਾਲ ਜਿਹੜੀ ਆ ਫਰੋਲਦੇ ਆ। ਮੋਹ ਲੈਣ ਪੜਾਸਾ, ਉਹ ਜਿਹੜੀ ਗੰਦੀ ਹਵਾੜ ਹੈ, ਪੜਾਸ ਹੈ ਭਾਫ, ਉਹ ਮੂੰਹ ਤੇ ਮਹਾਰਾਜ ਕਹਿੰਦੇ ਭਾਈ ਲੈਂਦੇ ਆ, ਸੁੰਘਦੇ ਆ, ਇਹੋ ਜੀ ਗੰਦੀ ਕਿਰਿਆ ਕਰਦੇ ਆ। ਪਾਣੀ ਦੇਖ ਸੰਗਾਹੇ। ਤੇ ਪਾਣੀ ਨੂੰ ਵੇਖ ਕੇ ਸੰਗਦੇ ਆ, ਵਿੱਚ ਨਹੀਂ ਵੜਦੇ, ਸ਼ੰਕਾ ਕਰਦੇ ਆ ਕਿ ਵਿੱਚ ਵੜਿਆ ਕਿਤੇ ਪਾਣੀ 'ਚ ਜੀ ਨਾ ਮਰ ਜਾਣ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਪਾਣੀ 'ਚ ਨਹੀਂ ਵੜਦੇ। ਭੇਡਾਂ ਵਾਂਗੇ ਸਿਰ ਖੁਆਇਨ। ਉਹਨਾਂ ਦੇ ਸਿਰ ਕਿਵੇਂ ਖੋਏ ਜਾਂਦੇ ਆ, ਕੇਸ ਕਿਵੇਂ ਖਿੱਚੇ ਜਾਂਦੇ ਆ, ਜਿੱਦਾਂ ਭੇਡਾਂ ਦੇ ਸਾਧ ਸੰਗਤ ਜੀ ਉੱਨ ਦੇੜੀ ਜਾਂਦੀ ਹੈ ਨਾ, ਇਵੇਂ ਮਹਾਰਾਜ ਕਹਿੰਦੇ ਸਰੇਵੜੇ ਜਦੋਂ ਚੇਲਾ ਬਣਾਉਂਦੇ ਆ ਤੇ ਰਾਮ ਚਟਾਕਾ ਅਬ ਸੁਖ ਜਾਤਾ ਇਹੋ ਜੇ ਬੋਲ ਬੋਲਦੇ ਹੋਏ ਸਾਰੇ ਕੇਸ ਜਿਹੜੇ ਪੁੱਟ ਦਿੰਦੇ ਆ, ਭੇਡਾਂ ਵਾਂਗੂ ਮੁੰਨ ਦਿੰਦੇ ਆ। ਭਰਿਆਨ ਹੱਥ ਸੁਆਹੇ। ਤੇ ਹੱਥ ਸੁਆਹ ਨਾਲ ਭਰੇ ਹੁੰਦੇ, ਜਿਹੜਾ ਚੁਟਕੀਆਂ ਨਾਲ ਖਿੱਚਦਾ ਹੈ ਪੁੱਟਦਾ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਭੇਡਾਂ ਵਾਂਗੂ ਜਿਹੜੇ ਆ ਸਿਰ ਉਹਨਾਂ ਦੇ ਖੋਹੇ ਜਾਂਦੇ ਆ। ਮਾਓ ਪਿਓ ਕਿਰਤ ਗਵਾਇਨ। ਜਿਹੜੀ ਮਾਤਾ ਪਿਤਾ ਦੀ ਪੁਕਾਰ ਦੀ ਕਿਰਤ ਸੀ ਨਾ ਉਹ ਤਾਂ ਗਵਾਈ ਦਿੰਦੇ ਆ ਕਿ ਮਾਤਾ ਪਿਤਾ ਨੇ ਏਡਾ ਉਪਕਾਰ ਕੀਤਾ, ਜਿਨ੍ਹਾਂ ਨੇ ਬਚਪਨ ਸੰਭਾਲਿਆ, ਜਨਮ ਦਿੱਤਾ, ਉਹਨਾਂ ਦੀ ਸੇਵਾ ਹੀ ਨਹੀਂ ਕਰਦੇ। ਮਾਤਾ ਪਿਤਾ ਦੇ ਕੀਤੇ ਹੋਏ ਉਪਕਾਰਾਂ ਨੂੰ ਭੁਲਾ ਦਿੰਦੇ, ਵਿਸਾਰ ਦਿੰਦੇ ਆ। ਟੱਬਰ ਰੋਵਨ ਤਾਹੇ। ਤਾਹੀਂ ਤਾਹਾਂ ਮਾਰਦਾ ਹੋਇਆ ਸਾਰਾ ਟੱਬਰ ਰੋਂਦਾ ਹੈ ਕਿ ਇਹਨੂੰ ਇਹੋ ਹੀ ਲੱਭੇ ਸੀ ਸਰੇਬੜੇ, ਕਿਉਂਕਿ ਉਹ ਘਰ ਨਹੀਂ ਨਾ ਜਾਣ ਦਿੰਦੇ ਵਾਪਸ। ਟੱਬਰ ਵੀ ਸਾਰਾ ਤਾਹਾਂ ਮਾਰ ਮਾਰ ਰੋਂਦਾ ਕਿ ਕਿੱਥੇ ਸਰੇਵੜਿਆਂ 'ਚ ਰਲ ਗਿਆ। ਧੰਨ ਮਹਾਰਾਜ ਵੇਖ ਲੋ ਕਿਹੋ ਜੀ ਸਿੱਖੀ ਦਿੱਤੀ ਹੈ। ਘਰ ਬਾਰੀ ਹੋਏ ਵਰਤਿਆ, ਘਰ ਬਾਰੀ ਸਿੱਖ ਪੈਰੀ ਪਾਏ। ਸੱਚੇ ਪਾਤਸ਼ਾਹ ਆਪ ਗ੍ਰਸਤ ਨੂੰ ਧਾਰਨ ਕੀਤਾ, ਗ੍ਰਸਤੀ ਸਿੱਖਾਂ ਨੂੰ ਕਿਹਾ ਕਿ ਭਾਈ ਤੁਸੀਂ ਗ੍ਰਸਤ ਆਸ਼ਰਮ ਨੂੰ ਧਾਰਨ ਕਰਕੇ ਸਿੱਖੀ ਕਮਾ ਕੇ ਸੱਚਖੰਡ ਵਿੱਚ ਨਿਵਾਸ ਕਰ ਸਕਦੇ ਹੋ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸਭ ਤੋਂ ਉੱਤਮ ਸਿੱਖਿਆ ਗਰੀਬ ਨਵਾਜ ਦੀ। ਨਹੀਂ ਤਾਂ ਘਰ-ਬਾਰ ਨੂੰ ਛੱਡ ਕੇ ਕਾਮ ਵਾਸ਼ਨਾ ਤਾਂ ਅੰਦਰੋਂ ਮੁੱਕਦੀ ਨਹੀਂ ਤੇ ਬਣੇ ਆ ਸਰੇਵੜੇ, ਅੰਦਰੋਂ ਜਿਹੜੇ ਆ ਫੁਰਨੇ ਉਵੇਂ ਹੀ ਫੁਰਦੇ ਆ। ਮਹਾਰਾਜ ਕਹਿੰਦੇ ਭਾਈ ਟੱਬਰ ਵੀ ਤਾਹਾਂ ਮਾਰ ਮਾਰ ਰੋਂਦਾ ਹੈ, ਆਪ ਦਾ ਵੀ ਕੋਈ ਜਿਹੜਾ ਪਰਮਾਰਥ ਦਾ ਰਾਹ ਤਾਂ ਕੀ ਲੱਭਣਾ, ਜ਼ਿੰਦਗੀ ਨਹੀਂ ਚੱਜ ਨਾਲ ਜੀਵੀ ਜਾਂਦੀ, ਬੋ ਆਉਂਦੀ ਰਹਿੰਦੀ ਕੋਲੋਂ। ਨਾ ਪਿੰਡ ਨਾ ਪੱਤਲ। ਮਹਾਰਾਜ ਕਹਿੰਦੇ ਨੇ ਉਹਨਾਂ ਪਿੰਡ ਨਾ ਪੱਤਲ ਕਿਰਿਆ। ਮਹਾਰਾਜ ਕਹਿੰਦੇ ਕਿ ਉਹਨਾਂ ਦੇ ਪਿੱਛੋਂ ਜਿਹੜਾ ਹੈ ਨਾ ਕੋਈ ਇਹੋ ਜੀ ਉਹਨਾਂ ਦੀ ਕਿਰਿਆ ਜਿਹੜੀ ਹੈ 17 12 13 ਇਹ ਕੋਈ ਨਹੀਂ ਕਰਦਾ ਹੈ। ਨਾ ਪਿੰਡ ਭਰਾਉਂਦੇ ਆ, ਪੇੜਾ ਰੱਖਦੇ ਆ ਜਿਹੜਾ, ਤੇ ਨਾ ਇਸ ਪ੍ਰਕਾਰ ਮਹਾਰਾਜ ਕਹਿੰਦੇ ਪੱਤਲਾਂ ਹੀ ਮਨਸਦੇ ਆ। ਪੱਤਿਆਂ ਦੀਆਂ ਪੱਤਲਾਂ ਦੇ ਅੰਦਰ ਜਿਹੜਾ ਭੋਜਨ ਪਾ ਕੇ ਦੇਣਾ ਉਹਨੂੰ ਪੱਤਲ ਕਹਿੰਦੇ ਆ। ਇਉਂ ਪੱਤਲਾਂ ਵੀ ਕੋਈ ਨਹੀਂ ਮਨਸਦਾ, ਪਿੰਡ ਕੋਈ ਨਹੀਂ ਭਰਾਉਂਦਾ, ਤੇ ਕੋਈ 12 13 17 ਜਿਹੜੀ ਹੈ ਉਹ ਕਿਰਿਆ ਵੀ ਕੋਈ ਨਹੀਂ ਮਹਾਰਾਜ ਕਹਿੰਦੇ ਭਾਈ ਉਹਨਾਂ ਦੀ ਕਰਦਾ। ਨਾ ਦੀਵਾ ਮੋਏ ਕਿਥਾਉ ਪਾਹੇ। ਤੇ ਦੀਵਾ ਕੋਈ ਨਹੀਂ ਜਗਾਉਂਦਾ, ਜਿਵੇਂ ਹਿੰਦੂ ਮਤ ਵਿੱਚ ਜਗਾਇਆ ਜਾਂਦਾ ਜਾਂ 360 ਦੀਵੇ ਪਰਵਾਏ ਜਾਂਦੇ ਆ। ਤੇ ਮਹਾਰਾਜ ਕਹਿੰਦੇ ਮੂਇਆਂ ਨੇ ਮਰਿਆਂ ਨੇ ਕਿੱਥੇ ਪੈਣਾ ਨਾ, ਤਾਂ ਕੀ ਕਿੱਥੇ ਨਰਕਾਂ 'ਚ ਹੀ ਪੈਣਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਾ ਮੂਏ ਕਿਥਾਹੂ ਪਾਹੀ, ਨਹੀਂ ਪਤਾ ਕਿ ਮਰ ਕੇ ਕਿੱਥੇ ਪੈਣਗੇ, ਕੀ ਉਹਨਾਂ ਦੀ ਹਾਲਤ ਹੋਵੇਗੀ। 68 ਤੀਰਥ ਦੇਨ ਨਾ ਢੋਏ। ਜਿਹੜੇ 68 68 ਤੀਰਥ ਮੰਨੇ ਆ ਨਾ, ਉਹ ਇਹ ਸਾਖੀ ਹੈ ਕਿ ਪਾਰਵਤੀ ਨੇ ਆਖਿਆ ਸ਼ਿਵਾਂ ਨੂੰ ਕਿ ਮਹਾਰਾਜ ਮੈਨੂੰ ਤੀਰਥ ਯਾਤਰਾ ਕਰਾਓ।
ਤੇ ਕਹਿੰਦੇ ਚੰਗਾ। ਉਹ ਜਦੋਂ ਤੁਰਦੀ ਤੁਰਦੀ ਤੀਰਥਾਂ ਤੇ ਘੁੰਮਦੀ ਥੱਕ ਗਈ, ਕਹਿਣ ਲੱਗੀ ਮਹਾਰਾਜ ਬਸ ਹੁਣ ਨਹੀਂ, ਮੈਂ ਹੋਰ ਨਹੀਂ ਕਰਨੇ। ਤੇ ਉਹ 68 ਤੀਰਥ ਵੈ ਉਹ ਮੁੱਖ ਮੰਨੇ। ਕਹਿੰਦੇ ਸ਼ਿਵਾ ਨੇ ਵਰ ਦਿੱਤਾ ਵੀ ਚੰਗਾ, ਜਿਹੜੇ ਇਹ 68 ਤੀਰਥਾਂ ਤੇ ਨਹਾ ਲੂਗੇ ਉਹਨੂੰ ਸਾਰੇ ਤੀਰਥਾਂ ਦੇ ਨਹਾਉਣ ਦਾ ਫਲ ਮਿਲ ਜਾਏਗਾ। ਇਹ ਹਿੰਦੂ ਮਤ ਵਿੱਚ ਮੰਨਿਆ ਜਾਂਦਾ ਹੈ। ਮਹਾਰਾਜ ਕਹਿੰਦੇ ਜਿਹੜੇ ਸਰੇਬੜੇ ਆ ਨਾ, ਉਹਨਾਂ ਨੂੰ ਹੋਰ ਕਿਸੇ ਨਾਲ ਢੋਈ ਤਾਂ ਕੀ ਦੇਣੀ, ਉਹਨਾਂ ਨੂੰ 68 ਤੀਰਥ ਨਹੀਂ ਢੋਈ ਦਿੰਦੇ, ਕਿਉਂਕਿ ਪਾਣੀ 'ਚ ਤਾਂ ਨਹਾਉਂਦੇ ਨਹੀਂ ਜਾ ਕੇ, ਤੀਰਥ ਕੀ ਕਰਨ। ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਤੀਰਥ ਵੀ ਢੋਈ ਨਹੀਂ ਦਿੰਦੇ, ਤਾਂ ਤੀਰਥਾਂ ਤੇ ਰਹਿਣ ਵਾਲੇ ਵੀ ਲੋਕ ਢੋਈ ਨਹੀਂ ਦਿੰਦੇ। ਕਹਿੰਦੀ ਇੰਨੇ ਬੋ ਮਾਰਦਾ, ਸਰਾਂ 'ਚ ਵੀ ਕੋਈ ਕਮਰਾ ਨਹੀਂ ਦਿੰਦਾ ਇਹੋ ਜਿਹੇ ਨੂੰ। ਤੇ ਕਿਉਂਕਿ ਜਿਹਨੇ ਨਹਾਉਣਾ ਹੀ ਨਹੀਂ, ਜੂਆਂ ਸਿਰ 'ਚ ਤੇ ਭਾਵੇਂ ਛਫਾ ਚੱਟ ਹੁੰਦੇ ਆ ਸਾਰੇ ਹੀ ਪਟਾ ਦਿੰਦੇ ਆ, ਪਰ ਫਿਰ ਵੀ ਸਰੀਰ ਤਾਂ ਗੰਦਗੀ ਦਾ ਸਾਧ ਸੰਗਤ ਜੀ ਪੁਤਲਾ ਹੀ ਆ ਨਾ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਾ। ਤੇ ਇਹੀ ਸਰੀਰ ਦੀ ਚਮੜੀ 'ਚ ਜੂਆਂ ਪੈ ਜਾਂਦੀਆਂ ਨੇ, ਕਈ ਪ੍ਰਕਾਰ ਦੇ ਜੀ ਪੈਦਾ ਹੋ ਜਾਂਦੇ ਆ। ਇਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਹੈ। ਮਹਾਰਾਜ ਕਹਿੰਦੇ ਭਾਈ 68 ਤੀਰਥ ਵੀ ਢੋਈ ਨਹੀਂ ਦਿੰਦੇ। ਬ੍ਰਾਹਮਣ ਅੰਨ ਨਾ ਖਾਹੇ, ਜੇ ਉਹਨਾਂ ਨੂੰ ਪੁੰਨ ਲੱਗੇ ਕਹਿਣ ਵੀ ਅਸੀਂ ਭਾਈ ਬ੍ਰਾਹਮਣਾਂ ਨੂੰ ਭੋਜਨ ਕਰ ਦਈਏ, ਬ੍ਰਾਹਮਣ ਕਹਿੰਦੇ ਤੁਹਾਡੇ ਹੱਥ ਦਾ ਭੋਜਨ, ਜਾਓ ਕੰਮ ਕਰੋ ਜਾ ਕੇ। ਬ੍ਰਾਹਮਣ ਉਹਨਾਂ ਦਾ ਅੰਨ ਨਹੀਂ ਖਾਂਦੇ ਹਨ। ਅਥਵਾ ਜਿਹੜਾ ਬ੍ਰਾਹਮਣ ਅੰਨ ਖਾਂਦੇ ਆ ਉਹ ਤਾਂ ਫਿਰ ਸੁਚਮਤਾ ਨਾਲ ਖਾਂਦੇ ਆ ਨਾ। ਬ੍ਰਾਹਮਣਾਂ ਵਰਗਾ ਬਣਾਇਆ ਹੋਇਆ ਅੰਨ ਜਿਹੜਾ ਹੈ ਨਹੀਂ ਖਾਂਦੇ, ਕਿਉਂਕਿ ਝੂਠਾ ਮੰਗ ਮੰਗ ਕੇ ਖਾਂਦੇ ਹਨ। ਦੋਵੇਂ ਤਰ੍ਹਾਂ ਇਸ ਦੇ ਅਰਥ ਲਾਉਣੇ, ਪਰ ਮੁੱਖ ਅਰਥ ਨੇ ਬ੍ਰਾਹਮਣ ਇਹਨਾਂ ਦਾ ਅੰਨ ਨਹੀਂ ਖਾਂਦੇ ਹਨ, ਅਪਵਿੱਤਰ ਹਨ। ਇਹਨਾਂ ਦਾ ਅੰਨ ਕੀ ਖਾਣਾ ਜਿਹੜੇ ਆਪ ਹੀ ਝੂਠਾ ਖਾਂਦੇ ਆ। ਸਦਾ ਕੁਚੇਲ ਰਹਿ ਦਿਨ ਰਾਤੇ, ਦਿਨ ਰਾਤ ਹੀ ਮਹਾਰਾਜ ਕਹਿੰਦੇ ਭਾਈ ਕੁਚੀਲ ਰਹਿੰਦੇ ਆ, ਮੈਲੇ ਰਹਿੰਦੇ ਆ, ਮੈਲ ਨਾਲ ਭਰੇ ਹੀ ਰਹਿੰਦੇ ਆ। ਮੱਥਾ ਟਿਕੇ ਨਾਹੇ, ਮੱਥੇ ਦੇ ਉੱਤੇ ਤਿਲਕ ਵੀ ਨਹੀਂ ਮਹਾਰਾਜ ਕਹਿੰਦੇ ਭਾਈ ਇਹ ਕੱਢ ਦੇ। ਤੇ ਜਿਨ ਸਾਧ ਸੰਗਤ ਜੀ ਦਾਤਣ ਨਹੀਂ ਕਰਨੀ, ਨਹਾਉਣਾ ਨਹੀਂ, ਦਾਤਣ ਨਾ ਕਰੇ ਭਲਾ ਕੋਈ ਇੱਕ ਦਿਨੀ, ਤੇ ਉਹਦੇ ਲਾਗੇ ਨਹੀਂ ਕੋਈ ਖਲੋ ਸਕਦਾ। ਇੰਨੀ ਗੰਦੀ ਬਦਬੂ ਮੂੰਹ ਚੋਂ ਆਉਂਦੀ ਹੈ, ਜਿਵੇਂ ਕੋਈ ਮੁਰਦਾ ਮਰਿਆ ਹੁੰਦਾ ਨਾ, ਉਹਦਾ ਸਰੀਰ ਬੋ ਮਾਰਦਾ। ਇਸ ਤਰ੍ਹਾਂ ਦੀਆਂ ਭੈੜੀਆਂ ਬਦਬੂਆਂ ਸਰੀਰ ਛੱਡਣ ਲੱਗ ਜਾਂਦਾ ਹੈ। ਇਹ ਤਾਂ ਪਾਣੀ ਦੀ ਸੁਚਮਤਾ ਹੈ ਨਾ, ਜਿਹਦੇ ਕਰਕੇ ਮਹਾਰਾਜ ਸਾਨੂੰ ਵੇਖੋ ਏਡੇ ਅਸੂਲ ਬਖਸ਼ਿਸ਼ ਕੀਤੇ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਭਾਈ ਨਾਮ ਜਪਣਾ ਤਾਂ ਇਸ਼ਨਾਨ ਸੋਧ ਲੈ। ਇਹ ਸਤਿਗੁਰਾਂ ਜੀ ਨੇ ਕਿੱਡੇ ਅਸੂਲ ਦਿੱਤੇ ਆ। ਪਹਿਲੋਂ ਜਲ ਨਾਲ ਜੁੜਨ ਦੀ ਆਗਿਆ ਕੀਤੀ ਹੈ। ਇਉਂ ਮਹਾਰਾਜ ਕਹਿੰਦੇ ਰਾਤ ਦਿਨ ਹੀ ਭਾਈ ਗੰਦੇ ਹੀ ਰਹਿੰਦੇ ਆ। ਝੁੰਡੇ ਪਾਏ ਬਹਿਨ ਨਿਤ ਮਰਣਾ, ਤੇ ਝੁੰਡੀ ਪਾ ਕੇ ਨਾ ਗੋਲ ਧਾਰਾ ਬਣਾ ਕੇ ਸਿਰ ਦੇ ਉੱਤੋਂ ਦੀ ਕੱਪੜਾ ਲੈ ਕੇ ਧੌਣ ਥੱਲੇ ਸੁੱਟ ਕੇ ਮਹਾਰਾਜ ਕਹਿੰਦੇ ਇਉਂ ਬੈਠੇ ਰਹਿੰਦੇ ਜਿਵੇਂ ਮਰਨੇ ਤੇ ਮਰਗ ਤੇ ਜਾ ਕੇ ਬੀਬੀਆਂ ਬੈਠੀਆਂ ਰਹਿੰਦੀਆਂ, ਝੋਰਾ ਕਰਦੀਆਂ, ਅਫਸੋਸ ਨਾਲ ਮੂੰਹ ਥੱਲੇ ਸਿੱਟ ਲੈਂਦੀਆਂ ਨੇ। ਦੜ ਦੀਵਾਨ ਨਾ ਜਾਹੇ, ਤੇ ਜੇ ਕਿਤੇ ਸੰਗਤ ਪਤਾ ਲੱਗ ਜੇ ਹੁੰਦੀ ਹੈ ਤੇ ਅੰਦਰ ਹੀ ਦੜ ਜਾਂਦੇ ਆ ਉਸ ਦੀਵਾਨ ਸਭਾ ਵਿੱਚ। ਸਤ ਸੰਗਤ ਦੇ ਦੀਵਾਨ ਸਭਾ 'ਚ ਨਹੀਂ ਜਾਂਦੇ। ਲੱਕੇ ਕਾਸੇ ਹੱਥੇ ਫੁੰਮਣ, ਲੱਕ ਦੇ ਨਾਲ ਲੱਕੜ ਦੇ ਕਾਸੇ ਬੰਨੇ ਹੁੰਦੇ ਆ ਤੇ ਹੱਥਾਂ ਵਿੱਚ ਫੁੰਮਣ ਹੁੰਦੇ ਆ ਜਿਹੜੇ ਸੂਤ ਦੇ ਝਾੜੂ। ਅੱਗੋਂ ਪਿੱਛੇ ਜਾਹੇ, ਤੇ ਝਾੜੂ ਨਾਲ ਜੀ ਪਰਾਂ ਕਰਦੇ ਜਾਂਦੇ ਆ ਕਿ ਪੈਰ ਥੱਲੇ ਆ ਕੇ ਕਿਤੇ ਕੀੜੀ ਨਾ ਮਰ ਜੇ। ਤੇ ਗੁਰੂ ਨੂੰ ਅੱਗੇ ਲਾ ਲੈਂਦੇ ਆ, ਅੱਗੋਂ ਪਿੱਛੇ ਜਾਹੀ ਉਹ ਉਹਨੂੰ ਅੱਗੇ ਤੋਰ ਲੈਂਦੇ ਆ। ਤੇ ਅੱਗੜ ਪਿਛੜ ਹੋ ਕਰਕੇ ਉਹਦੀ ਪੈੜ ਵਿੱਚ ਪੈੜ ਧਰਦੇ ਹੋਏ ਮਹਾਰਾਜ ਕਹਿੰਦੇ ਭਾਈ ਇਉਂ ਤੁਰੇ ਜਾਂਦੇ ਆ। ਨਾ ਓਏ ਜੋਗੇ ਨਾ ਓਏ ਜੰਗਮ, ਨਾ ਮਹਾਰਾਜ ਕਹਿੰਦੇ ਭਾਈ ਉਹ ਜੋਗੀ ਆ, ਗੋਰਖ ਪੰਥੀਏ ਵੀ ਹੈ ਨਹੀਂ, ਨਾ ਉਹ ਜੰਗਮ ਜਿਹੜੇ ਸ਼ਿਵਾਂ ਦਾ ਵਿਆਹ ਗਾਉਂਦੇ ਆ। ਨਾ ਓਏ ਕਾਜੇ ਮੁੱਲਾ, ਨਾ ਉਹ ਕਾਜੀ ਆ ਜਿਹੜੇ ਸ਼ਰ੍ਹਾ ਦੀ ਵਿਵਸਥਾ ਦੱਸਦੇ ਆ, ਨਾ ਉਹ ਮੁੱਲਾ ਜਿਹੜੇ ਬਾਂਗ ਦਿੰਦੇ ਆ। ਇਹ ਕੁਝ ਵੀ ਨਹੀਂ ਹਨ ਮਹਾਰਾਜ ਕਹਿੰਦੇ ਆ। ਇੱਕ ਸਾਧ ਸੰਗਤ ਜੀ ਹੈ ਇੱਥੇ ਦੇਸ਼ ਵਿੱਚ ਸਰੇਵੜਾ, ਤੇ ਉਹ ਕਿਸੇ ਚੈਨਲ ਦੇ ਉੱਤੇ ਉਹਦੀ ਮੀਟਿੰਗ ਜਿਹੜੀ ਆ ਇੰਟਰਵਿਊ ਲੈਂਦੇ ਆ। ਤੇ ਉਹ ਕਹਿੰਦੇ ਕਿਸੇ ਗੱਡੀ ਗੁੱਡੀ 'ਚ ਵੀ ਨਹੀਂ ਚੜ੍ਹਦੇ, ਤੁਰ ਕੇ ਆਉਂਦੇ ਆ। ਤੇ ਉਹਨਾਂ ਨੇ ਜਦੋਂ ਉਹਨੂੰ ਇੰਟਰਵਿਊ ਤੇ ਸੱਦਣਾ ਸੀ ਕਹਿੰਦੇ ਉਹਨੂੰ ਤੁਰ ਕੇ ਆਉਣ ਲੱਗਿਆਂ ਸਾਲ ਲੱਗ ਗਿਆ ਉੱਥੇ ਤੱਕ। ਇਸ ਤਰ੍ਹਾਂ ਦੀਆਂ ਗੱਲਾਂ ਹਨ ਇਹਨਾਂ ਦੀਆਂ। ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਫਿਰ ਪੜ੍ਹਦੇ ਹੋਏ ਪੰਕਤੀ, ਉਹ ਨਾ ਓਏ ਜੋਗੇ ਨਾ ਓਏ ਜੰਗਮ, ਨਾ ਓਏ ਕਾਜੇ ਮੁੱਲਾ। ਨਾ ਜੋਗੀ ਹੈ, ਨਾ ਜੰਗਮ ਹੈ, ਨਾ ਕਾਜੀ ਹੈ, ਨਾ ਮੁੱਲਾ ਹੈ। ਕੋਈ ਵੀ ਮਹਾਰਾਜ ਕਹਿੰਦੇ ਭਾਈ ਇਹਨਾਂ ਦਾ ਧਰਮ ਹੈ ਨਹੀਂਗਾ। ਦਈਏ ਵਿਗੋਏ ਫਿਰ ਹੈ ਵਿਗੋਤੇ, ਦਈਏ ਪ੍ਰੇਰਕ ਪਰਮੇਸ਼ਰ ਵੱਲੋਂ ਵਿਗੋਏ ਭੁੱਲੇ ਹੋਏ ਐ ਤੇ ਫਿਰ ਰਹੇ ਐ। ਤੇ ਕਿਸ ਤਰ੍ਹਾਂ ਫਿਰਦੇ ਆ? ਵਿਗੁੱਤੇ ਖਰਾਬ ਹੀ ਹੁੰਦੇ ਫਿਰਦੇ ਆ। ਸ਼ਾਂਤੀ ਹੈ ਕਿਤੇ ਇਹਨਾਂ ਨੂੰ? ਮਹਾਰਾਜ ਕਹਿੰਦੇ ਨਾ ਭਾਈ ਇਹਨਾਂ ਨੂੰ ਸ਼ਾਂਤੀ ਕਿੱਥੋਂ ਆਉਣੀ ਹੈ, ਭਟਕਦੇ ਹੀ ਫਿਰ
ਫਿਰਦੇ ਆ, ਖਰਾਬ ਹੁੰਦੇ ਆ। ਫਿੱਟਾ ਵਤੈ ਗੱਲਾਂ, ਜਿਹੜਾ ਇਹਨਾਂ ਦਾ ਗੱਲਾ, ਪਹਿਲਾ ਗੱਲਾ ਦਾ ਅਰਥ ਹੈ ਟੋਲਾ। ਜਿਹੜਾ ਇਹਨਾਂ ਦਾ ਟੋਲਾ, ਇਹਨਾਂ ਮਹਾਰਾਜ ਕਹਿੰਦੇ ਭਾਈ ਅਵਤੈ ਦਾ ਅਰਥ ਹੈ ਫਿਰਨਾ। ਤੇ ਇਸ ਪ੍ਰਕਾਰ ਜਿਹੜਾ ਵਤੈ, ਇਹਨਾਂ ਦਾ ਜਿਹੜਾ ਟੋਲਾ ਹੈ ਨਾ, ਮਹਾਰਾਜ ਕਹਿੰਦੇ ਫਟਕਾਰਿਆ ਹੀ ਫਿਰਦਾ, ਰੱਬ ਵੱਲੋਂ ਹੀ ਫਟਕਾਰੇ ਹੋਏ ਹਨ। ਕਿੰਨੀ ਬਨਸਪਤੀ ਹੈ ਦਾਤਣ ਕਰਨ ਨੂੰ, ਉਹ ਦਾਤਣ ਨਹੀਂ ਕਰਦੇ। ਨਹਾਉਣ ਨੂੰ ਪਰਮੇਸ਼ਰ, ਜਲ ਪੀਣ ਨੂੰ ਬਣਾਇਆ, ਸਭ ਕੁਝ ਉਹ ਕਰਦੇ ਨਹੀਂ, ਤੇ ਫਟਕਾਰੇ ਹੋਈ ਹੈ। ਜਿਹਦੇ ਕੋਲੋਂ ਇੰਨੀ ਬਦਬੂ ਆਵੇ, ਇਹੋ ਜਿਹਾ ਕੁਚੀਲ ਰਹੇ। ਮਹਾਰਾਜ ਕਹਿੰਦੇ ਭਾਈ ਇਹਨਾਂ ਦਾ ਸਾਰਾ ਟੋਲਾ ਜਿਹੜਾ ਫਟਕਾਰਿਆ ਹੀ ਫਿਰਦਾ ਹੈ। ਫਿਰ ਪੜੋ ਪੰਕਤੀ, ਫਿੱਟਾ ਫਿੱਟਾ ਵਤੈ ਗੱਲਾਂ। ਤੇ ਜੇ ਫਿੱਟ ਅਵਤੈ ਗੱਲਾਂ, ਤੇ ਇਹਨਾਂ ਦੀਆਂ ਜਿਹੜੀਆਂ ਮਹਾਰਾਜ ਕਹਿੰਦੇ ਭਾਈ ਗੱਲਾਂ ਹਨ ਨਾ, ਉਹ ਅਵਤਾ, ਅਵੈੜਤਾਈ ਵਾਲੀਆਂ, ਸਾਰੀਆਂ ਪੁੱਠੀਆਂ ਨੇ, ਕੋਈ ਸਿੱਧੀ ਗੱਲ ਨਹੀਂ ਹੈਗੀ। ਤੇ ਮਹਾਰਾਜ ਕਹਿੰਦੇ ਭਾਈ ਇਹ ਫਟਕਾਰੇ ਹੋਏ ਆ ਪਰਮੇਸ਼ਰ ਵੱਲੋਂ। ਜੀਆਂ ਮਾਰ ਜੀਵਾਲੇ ਸੋਏ, ਜੀਆਂ ਨੂੰ ਮਾਰਨ ਵਾਲਾ ਤੇ ਜੀਵਾਲਨ, ਜੀਵਨ ਦਾਨ ਦੇਣ ਵਾਲਾ ਤਾਂ ਸੋਈ ਉਹ ਹੈ ਪਰਮੇਸ਼ਰ। ਇਹ ਕੌਣ ਹੈ? ਕਹਿੰਦੇ ਕਿ ਅਸੀਂ ਜੀ ਕਿਤੇ ਜੀ ਨਾ ਮਰ ਜੇ। ਮੂੰਹ ਤੇ ਵੀ ਇਹਨਾਂ ਨੇ ਪਾਇਆ ਹੁੰਦਾ ਹੈ ਮਾਸਕ ਜਿਹਾ ਛੋਟਾ ਜਿਹਾ, ਉਹ ਨੱਕ ਦੇ ਲਾਗੋਂ ਦੀ ਬੰਨ ਕੇ ਤਾਂ ਤਣੀ ਜੀ ਸਿਰ ਨਾਲ ਬੰਨੀ ਹੁੰਦੀ ਹੈ, ਤੇ ਉਹ ਥੱਲੋਂ ਨਹੀਂ, ਉਹਨੂੰ ਇੱਕੋ ਹੀ ਤਣੀ, ਇੱਕ ਤਣੀ ਇੱਕ ਪਾਸੇ ਇੱਕ ਪਾਸੇ ਹੁੰਦੀ ਹੈ। ਤੇ ਇਸ ਤਰ੍ਹਾਂ ਉਹਨਾਂ ਨੇ ਪਰਦਾ ਜਿਹਾ ਮੂੰਹ ਤੇ ਕੀਤਾ ਹੁੰਦਾ ਕਿ ਸਾਹ ਲੈਣ ਲੱਗਿਆ ਵੀ ਜੀ ਨਾ ਅੰਦਰ ਜਾਣ ਤੇ ਸਾਡੇ ਕੋਲੋਂ ਕਿਤੇ ਹੱਤਿਆ ਨਾ ਹੋ ਜੇ। ਮਹਾਰਾਜ ਕਹਿੰਦੇ ਭਾਈ ਜੀਆਂ ਨੂੰ ਜੀਵਨ ਦਾਨ ਦੇਣ ਵਾਲੇ ਇਹ ਕੌਣ ਹੈ? ਸਰੇਵੜੇ ਥੋੜੋ ਜੀਵਨ ਦਾਨ ਦੇਣ ਵਾਲੇ, ਉਹ ਤਾਂ ਨਿਰੰਕਾਰ ਹੈ, ਵਾਹਿਗੁਰੂ ਹੈ। ਤੇ ਜੇ ਮਹਾਰਾਜ ਕਹਿੰਦੇ ਮਾਰਨ ਵਾਲੇ, ਇਹ ਕੋਈ ਹੋਰ ਥੋੜੋ ਮਾਰਨ ਵਾਲਾ, ਜੀਆਂ ਨੂੰ ਮਾਰਨ ਵਾਲਾ ਵੀ ਉਹ ਹੀ ਹੈ ਪਰਮੇਸ਼ਰ ਵਾਹਿਗੁਰੂ। ਉਹਦੇ ਘਰੋਂ ਜਦੋਂ ਸੁਨੇਹਾ ਆਉਂਦਾ ਹੈ ਤੇ ਜੀਆਂ ਨੂੰ ਮੌਤ ਦਾ ਸਾਧ ਸੰਗਤ ਜੀ ਸੱਦਾ ਪੈਂਦਾ ਹੈ। ਤੇ ਜਦੋਂ ਮਹਾਰਾਜ ਜਿਵਾਉਣਾ ਚਾਹੇ ਤਾਂ ਫਿਰ ਕੋਈ ਮਾਰ ਹੀ ਨਹੀਂ ਸਕਦਾ, ਜਦੋਂ ਰੱਖਣ ਵਾਲਾ ਸਮਰੱਥ ਹੈ। ਮਹਾਰਾਜ ਕਹਿੰਦੇ ਭਾਈ ਜਿਉਣ ਵਾਲਾ ਤੇ ਮਾਰਨ ਵਾਲਾ ਵਾਹਿਗੁਰੂ ਹੈ, ਉਹਦੇ ਹੱਥ ਵਿੱਚ ਹੈ ਜ਼ਿੰਦਗੀ ਤੇ ਮੌਤ। ਅਵਰ ਨਾ ਕੋਈ ਰੱਖਾ, ਹੋਰ ਕੋਈ ਰੱਖਿਆ ਨਹੀਂ ਕਰ ਸਕਦਾ ਹੈ। ਜਿਵੇਂ ਕਹਿੰਦੇ ਅਸੀਂ ਰੱਖਿਆ ਕਰਦੇ ਹਾਂ ਜੀਵਾਂ ਦੀ, ਮਰਨ ਨਹੀਂ ਦਿੰਦੇ ਜੀਆਂ ਨੂੰ। ਇਹ ਸਾਧ ਸੰਗਤ ਜੀ ਵੇਖ ਲੋ ਕਿਹੋ ਜਿਹਾ ਕਿਰਿਆ ਕਰਮ ਕਰਦੇ ਆ। ਮਹਾਰਾਜ ਕਹਿੰਦੇ ਭਾਈ ਰੱਖਿਆ ਕਰਨ ਵਾਲਾ ਵੀ ਕੋਈ ਹੋਰ ਨਹੀਂ, ਉਹ ਹੈ ਪਰਮੇਸ਼ਰ ਆਪ ਖੁਦ। ਦਾਨ ਹੋਤਾ ਇਸ਼ਨਾਨ ਹੋ ਵੰਜੇ, ਵਾਂਝੇ ਰਹਿ ਗਏ। ਮਹਾਰਾਜ ਕਹਿੰਦੇ ਇਸ਼ਨਾਨ ਕਰਨ ਤੋਂ, ਇਸ਼ਨਾਨ ਨਹੀਂ ਕਰਨਾ ਤੇ ਦਾਨ ਇਹਨਾਂ ਕੀ ਕਰਨਾ? ਜਿਹੜੇ ਆਪ ਝੂਠਾ ਮੰਗ ਖਾਂਦੇ, ਉਹਨਾਂ ਦਾਨ ਕੀ, ਕਿਸੇ ਨੂੰ ਪੁੰਨ ਕੀ ਕਰਨਾ ਏ? ਭਸ ਪਾਏ ਸਿਰ ਖੁੱਥਾ, ਇਹਨਾਂ ਦਾ ਸਿਰ ਜਿਹੜਾ ਖੁੱਥੇ, ਮਹਾਰਾਜ ਕਹਿੰਦੇ ਖੋਇਆ ਹੋਇਆ, ਉਹਦੇ ਤੇ ਲਾਹਨਤਾਂ ਦੀ ਸਵਾਹ ਹੀ ਪੈਂਦੀ ਆ। ਉਹ ਕਹਿੰਦੇ ਜਾ ਪਰਾਂ ਸਰੇਵੜੇ ਦੇ ਕੀ ਗੱਲ ਕਰਦਾ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਜਿਹੜੇ ਦਾਨੇ ਪਸੰਦ ਹੀ ਨਹੀਂ ਕਰਦੇ ਐ, ਇਹਨਾਂ ਦੇ ਸਿਰ ਤੇ ਪ੍ਰਤੱਖ ਵੀ ਸਵਾਹ ਹੀ ਪੈਂਦੀ ਹੈ, ਤੇ ਉਵੇਂ ਵੀ ਲਾਹਨਤਾਂ ਦੀ ਸਵਾਹ ਹੀ ਪੈਂਦੀ ਹੈ, ਤੇ ਪਰਲੋਕ ਵਿੱਚ ਵੀ ਸਵਾਹ ਹੀ ਪੈਂਦੀ ਆ। ਪਾਣੇ ਵਿੱਚ ਹਾਂ ਰਤਨ ਉਪਾਨੇ। ਇੱਥੇ ਤੱਕ ਸਾਧ ਸੰਗਤ ਜੀ ਹੋਈ ਸੀ ਕੱਲ ਕਥਾ। ਅੱਗੇ ਹੁਣ ਮਹਾਰਾਜ ਸਾਹਿਬ ਜੀ ਦੱਸਦੇ ਆ ਭਾਈ ਮਰਦਾਨਿਆ, ਜਿਸ ਪਾਣੀ ਨੂੰ ਇਹ ਚੰਗਾ ਨਹੀਂ ਸਮਝਦੇ, ਉਸ ਪਾਣੀ ਦੀ ਸਿਫਤ ਦਸੀਏ ਕਿ ਹਾਂ ਮਹਾਰਾਜ ਦੱਸੋ, ਕਿਰਪਾ ਕਰੋ। ਤੇ ਸਤਿਗੁਰੂ ਜੀ ਹੁਣ ਪਾਣੀ ਦੀ ਸਿਫਤ ਮਹਾਰਾਜ ਦੱਸਦੇ ਆ ਕਿ ਭਾਈ ਪਾਣੀ ਦੇ ਕਿਹੋ ਜਿਹੇ ਵਡਮੁੱਲੇ ਗੁਣ ਹਨ। ਹਜੂਰ ਫਰਮਾਉਂਦੇ ਆ, ਪਾਣੀ ਵਿੱਚ ਹਾਂ ਰਤਨ ਉਪਾਨੇ। ਮਹਾਰਾਜ ਕਹਿੰਦੇ ਪਾਣੀ ਚੋਂ 14 ਰਤਨ ਪੈਦਾ ਹੋਏ ਆ ਭਾਈ ਮਰਦਾਨਿਆ। ਸ੍ਰੀਮਣ ਰੰਭਾ ਬਾਵਨੀ ਧਨਖ ਧਨੰਤਰ ਬਾਜ, ਇਹ ਰਤਨ ਜਿਹੜੇ ਆ ਸਾਧ ਸੰਗਤ ਜੀ 14 ਮੰਨੇ ਮਹਾਰਾਜ ਕਹਿੰਦੇ ਸਮੁੰਦਰ ਚੋਂ, ਪਾਣੀ ਚੋਂ ਹੀ ਜਿਹੜੇ ਆ ਉਹ ਪੈਦਾ ਹੋਏ ਹਨ। ਮੇਰ ਕੀਆ ਮਾਧਾਣੇ, ਜਿਹੜਾ ਮੇਰ ਮੰਦਰਾਚਲ ਪਰਬਤ ਸੀ ਨਾ, ਉਹ ਮਧਾਣਾ ਪਾਇਆ ਸੀ। ਮਾਧਾਣਾ ਪਰਬਤ ਕਰ ਨੇਤਰ ਬਾਸਕ ਸ਼ਬਦ ਰਿੜ ਕੇ ਆਉਣ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਦੀ ਬਾਣੀ 'ਚ ਜ਼ਿਕਰ ਵੀ ਕੀਤਾ ਹੈ। ਇਹ ਮਹਾਰਾਜ ਕਹਿੰਦੇ ਵੇਖੋ ਮੰਦਰਾਚਲ ਪਰਬਤ ਦਾ ਜਦੋਂ ਸ਼ੇਸ਼ ਬਾਗ ਨਾਗ ਦਾ ਜਿਹੜਾ ਸੀ ਨਾ, ਨੇਤਰਾ ਪਾ ਕਰਕੇ ਇੱਕ ਪਾਸੇ ਦੈਂਤ ਲੱਗੇ, ਇੱਕ ਪਾਸੇ ਦੇਵਤੇ ਲੱਗੇ, ਤੇ ਜਦੋਂ ਮੰਦਰਾਚਲ ਪਰਬਤ ਨੂੰ ਰਿੜਕਿਆ ਤੇ ਉਹ ਫਿਰ ਸਮੁੰਦਰ ਦੇ ਅੰਦਰੋਂ 14 ਰਤਨ ਜਿਹੜੇ ਸੀ ਕੱਢੇ ਗਏ ਸੀ। ਮਹਾਰਾਜ ਕਹਿੰਦੇ ਭਾਈ ਜੇ 14 ਰਤਨਾਂ ਦਾ ਵੀ ਜ਼ਿਕਰ ਆਉਂਦਾ ਨਾ, ਤੇ ਉਹ ਭਾਈ ਮਰਦਾਨਿਆ ਪਾਣੀ ਚੋਂ ਹੀ ਨਿਕਲੇ ਸਨ। 68 ਤੀਰਥ ਦੇਵੇ ਥਾਪੇ, ਫਿਰ ਜਿਹੜੀ ਦੇਵੀ ਥਾਪੇ, ਦੇਵੀ ਬਹੁ ਵਚਨ ਭਾਵ ਦੇਵਤਿਆਂ ਨੇ ਤਪ ਕਰ ਕਰਕੇ ਜਿਹੜੇ 68 ਤੀਰਥ ਜਿਹੜੇ ਆ ਸਥਾਪਨ ਕੀਤੇ ਹੋਏ ਆ। ਪੁਰਬੇ ਲਗਾ ਬਾਣੀ, ਉਹਨਾਂ ਦੇ ਉੱਤੇ ਬਾਣੀ ਭਾਵ ਪਾਣੀ ਕਰਕੇ ਪੁਰਬ ਲੱਗਦੇ ਆ। ਉੱਥੇ ਜਾ ਕਰਕੇ ਕੁਰੂਕਸ਼ੇਤਰ ਕੀ ਕਰਨ ਜਾਂਦੇ ਆ? ਉਹ ਨਹਾਉਣ ਹੀ ਜਾਂਦੇ ਆ, ਉੱਥੇ ਪੁਰਬ ਲੱਗਦੇ ਆ। ਮਹਾਰਾਜ ਕਹਿੰਦੇ ਭਾਈ ਪਾਣੀ ਕਰਕੇ ਲੱਗਦੇ ਆ।
ਜੇ ਪਾਣੀ ਨਾ ਹੋਵੇ, ਹਰਿਦੁਆਰ ਗੰਗਾ ਨਾ ਹੋਵੇ ਤੇ ਕੀ ਉਥੇ ਉਹਨਾਂ ਦਾ ਤੀਰਥ ਹੋਊਗਾ। ਮਹਾਰਾਜ ਕਹਿੰਦੇ ਭਾਈ ਇਹ ਪੁਰਬੀ ਲੱਗਾ ਬਾਣੀ, ਪੁਰਬ ਲੱਗਦੇ ਆ ਤੇ ਉਥੇ ਵੇਦਾਂ ਸ਼ਾਸਤਰਾਂ ਦੀ ਜਿਹੜੀ ਆ ਬਾਣੀ ਉਹ ਪੜ੍ਹਦੇ ਆ। ਤੇ ਪਰ ਇਹ ਤਾਂ ਮਹਾਰਾਜ ਕਹਿੰਦੇ ਭਾਈ ਤੀਰਥਾਂ ਤੇ ਨਹਾਉਣਾ ਚੰਗਾ ਹੀ ਨਹੀਂ ਸਮਝਦੇ ਹਨ, ਜਲ 'ਚ ਵੜਨਾ ਹੀ ਨਹੀਂ ਚੰਗਾ ਸਮਝਦੇ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜੇ 68 ਤੀਰਥ ਵੀ ਹਨ ਨਾ, ਉਹਨਾਂ ਦੀ ਮਹਿਮਾ ਭਾਈ ਮਰਦਾਨਿਆਂ ਪਾਣੀ ਕਰਕੇ ਹੀ ਹੈ। ਤੇ ਜਿੱਥੇ ਦੇਵਤਿਆਂ ਨੇ ਬਹਿ ਕਰਕੇ ਤਪ ਕੀਤਾ ਤੇ ਅਸਥਾਪਨ ਕੀਤੇ ਹਨ, ਪਾਣੀ ਦੀ ਮਹਿਮਾ ਮਹਾਰਾਜ ਦੱਸਦੇ ਆ। ਇਹ ਨਹੀਂ ਦੱਸਦੇ ਕਿ 68 ਤੀਰਥਾਂ ਤੇ ਨਹਾਇਓ ਜਾ ਕੇ, ਜਾਂ ਇਹ ਭਾਵ ਸਮਝਣਾ ਚਾਹੀਦਾ ਹੈ। ਕਈ ਸਾਧ ਸੰਗਤ ਜੀ ਗੁਰਬਾਣੀ ਹੈ ਤਾਂ ਸਵਾਂਤੀ ਬੂੰਦ, ਪਰ ਹੁਣ ਸਮਝਣ ਵਾਲਾ ਕੋਈ ਗਿੱਦੜ ਬਿਰਤੀ ਨਾਲ ਧਾਰਨ ਕਰ ਲੇ ਤਾਂ ਫਿਰ ਗੁਰਬਾਣੀ ਦਾ ਕਸੂਰ ਨਹੀਂ। ਇਹ ਤਾਂ ਹੁਣ ਜਗਿਆਸੂ ਬਣ ਕਰਕੇ ਧਾਰਨ ਕਰਨੀ ਚਾਹੀਦੀ ਹੈ, ਫਿਰ ਗਿਆਨ ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ। ਤੇ ਜੇ ਕੋਈ ਇਉਂ ਸੁਣ ਲਿਓ ਕਿ ਲਓ ਵੇਖੋ ਜੀ ਉਹ ਗੁਰਬਾਣੀ 'ਚ ਵੀ ਲਿਖਿਆ 68 ਤੀਰਥ ਮਹਾਰਾਜ ਕਿਹਾ ਵੀ ਬੜੀ ਮਹਿਮਾ ਹੈ ਪਾਣੀ ਕਰਕੇ। ਸਾਧ ਸੰਗਤ ਜੀ ਮਹਾਰਾਜ ਪਾਣੀ ਦੇ ਗੁਣ ਦੱਸ ਰਹੇ ਹੈ ਕਿ ਜੇ 68 ਤੀਰਥ ਹਨ ਤਾਂ ਉਹ ਵੀ ਪਾਣੀ ਕਰਕੇ ਹੀ ਨੇ, ਤੇ 68 ਤੀਰਥ ਕਾਹਨੂੰ ਕੋਈ ਮੰਨਦਾ। ਫਿਰ ਮਹਾਰਾਜ ਨੇ ਕਿਹਾ ਕਿ ਭਾਈ ਉੱਥੇ ਪੁਰਬ ਲੱਗਦੇ ਆ, ਲੋਕ ਫਿਰ ਵੀ ਸਮਝਦੇ ਹੀ ਹੈ ਨਾ ਕਿ ਸਾਡੀ ਕਲਿਆਣ ਹੁੰਦੀ, ਉੱਥੇ ਜਾਂਦੇ ਆ ਤੇ ਸਰੇਬੜੇ ਪਾਣੀ ਨੂੰ ਹੀ ਚੰਗਾ ਨਹੀਂ ਸਮਝਦੇ। ਜੇ ਉਹਨਾਂ ਨੂੰ ਮਹਾਰਾਜ ਨੇ ਤਾਂ ਕਿਹਾ ਨਾ ਕਿ ਭਾਵੇਂ ਪਰਮਾਰਥ ਦਾ ਕੋਈ ਭਲਾ ਨਹੀਂ ਹੁੰਦਾ, ਪਰ ਫਿਰ ਵੀ ਸਰੀਰ ਦੀ ਸੁੱਧੀ ਤਾਂ ਕਰ ਹੀ ਲੈਂਦੇ ਨੇ, ਸਰੇਵੜਿਆਂ ਤੋਂ ਤਾਂ ਚੰਗੇ ਹੀ ਹੈ ਨਾ। ਤਾਂ ਮਹਾਰਾਜ ਕਹਿੰਦੇ ਭਾਈ ਮਰਦਾਨਿਆਂ ਜਿਹੜੇ 68 ਤੀਰਥ ਦੇਵਤਿਆਂ ਨੇ ਥਾਪੇ ਹੋਏ, ਉੱਥੇ ਪੁਰਬ ਲੱਗਦੇ ਆ, ਵੇਦਾਂ ਸ਼ਾਸਤਰਾਂ ਦੀ ਬਾਣੀ ਪੜ੍ਹੀ ਜਾਂਦੀ ਆ, ਬਾਣੀ ਅਥਵਾ ਪਾਣੀ ਕਰਕੇ ਹੀ ਪੁਰਬ ਲੱਗਦੇ ਆ ਤੇ ਤੀਰਥ ਥਾਪੇ ਹਨ। ਨਹਾਏ ਨਿਵਾਜਾ ਨਹਾਤਾ ਪੂਜਾ। ਤੇ ਫਿਰ ਜੇ ਮੁਸਲਮਾਨ ਤੇ ਹਿੰਦੂ ਦੋ ਫਿਰਕੇ ਵੱਡੇ ਉਸ ਸਮੇਂ ਮੰਨੇ ਜਾਂਦੇ ਸੀ, ਤੇ ਮਹਾਰਾਜ ਕਿਹਾ ਨਹਾਏ ਨਿਵਾਜਾ, ਜੇ ਉਹ ਨਮਾਜ਼ ਪੜ੍ਹਦੇ ਆ ਤੇ ਪਹਿਲੋਂ ਨਹਾਉਂਦੇ ਆ, ਨਹਾਤੇ ਬਿਨਾਂ ਨਮਾਜ਼ ਕੀ ਪੜ੍ਹਨੀ ਆ। ਉਹ ਕਹਿੰਦੇ ਜਾ ਉਜੂ ਨਹੀਂ ਕੀਤਾ ਤੂੰ ਨਮਾਜ਼ ਕੀ ਪੜ੍ਹਨੀ ਹੈ, ਮਸਜਿਦ ਦੇ ਅੰਦਰ ਨਹੀਂ ਆਉਣ ਦਿੰਦੇ। ਜੇ ਤੁਸੀਂ ਮਸੀਤਾਂ ਵਿੱਚ ਜਾਓਗੇ, ਭਾਵੇਂ ਉਹਨਾਂ ਦੀ ਆਪਦੀ ਪ੍ਰਕਿਰਿਆ ਹੈ, ਮਹਾਰਾਜ ਉਹ ਵੀ ਥਾਵਾਂ ਥਾਵਾਂ ਤੇ ਦੱਸੀ ਹੈ, ਪਰ ਫਿਰ ਵੀ ਪਾਣੀ ਨਾਲ ਹੀ ਸੰਬੰਧ ਰੱਖਦੇ ਆ ਨਾ ਪਹਿਲੋਂ। ਮਹਾਰਾਜ ਨੇ ਕਿਹਾ ਨਹਾਏ ਨਿਵਾਜਾਂ, ਨਹਾਏ ਨਹਾ ਕਰਕੇ ਨਮਾਜ਼ ਪੜ੍ਹਦੇ ਆ ਤੇ ਉਹ ਸੁਚਮਤਾ ਮੰਨਦੇ ਆ। ਤੇ ਜੇ ਹਿੰਦੂਆਂ 'ਚ ਵੇਖੀਏ ਫਿਰ ਪੜੋ ਨਹਾਏ ਨਿਵਾਜਾ ਨਹਾਤਾ ਪੂਜਾ। ਨਹਾਤਾ ਪੂਜਾ, ਨਹਾ ਕੇ ਪੂਜਾ ਕਰਦੇ ਆ। ਤੇ ਜੇ ਉਦਾਂ ਹੀ ਕ੍ਰਿਸ਼ਨ ਜੀ ਦੀ ਮੂਰਤੀ ਸਾਹਮਣੇ ਜਾ ਕੇ ਬੈਠ ਜਾਵੇ ਤੇ ਮੰਤਰ ਪੜਨ ਲੱਗ ਜਾਏ, ਉਹਨੂੰ ਉਹਦੇ ਘਰ ਵਾਲੇ ਵੀ ਜਿਹਨੂੰ ਕੱਖ ਨਹੀਂ ਪਤਾ ਹੁੰਦਾ, ਉਹ ਕਹਿੰਦੇ ਜਾ ਨਹਾ ਕੇ ਆ, ਪਹਿਲਾਂ ਤੂੰ ਪੂਜਾ 'ਚ ਆ ਗਿਆ, ਸਾਰੀ ਪੂਜਾ ਖਲਲ ਪਾਤਾ, ਵਿਘਨ ਪਾਤਾ, ਪੂਜਾ ਹੀ ਪੂਰੀ ਨਹੀਂ ਸਮਝਦੇ। ਇਉਂ ਮਹਾਰਾਜ ਕਹਿੰਦੇ ਭਾਈ ਜਿਹੜੇ ਮੁਸਲਮਾਨ ਹੈ ਉਹ ਨਹਾ ਕੇ ਨਮਾਜ਼ ਅਦਾ ਕਰਦੇ ਇਸ਼ਨਾਨ ਕਰਕੇ, ਤੇ ਹਿੰਦੂ ਵੀ ਇਸ਼ਨਾਨ ਕਰਕੇ ਹੀ ਮਹਾਰਾਜ ਕਹਿੰਦੇ ਭਾਈ ਪੂਜਾ ਪਾਠ ਕਰਦੇ ਆ। ਨਹਾਵਨ ਸਦਾ ਸੁਜਾਣੇ। ਤੇ ਜਿਹੜੇ ਸੁਜਾਣੀ ਸ੍ਰੇਸ਼ਟ ਪੁਰਖ ਹੈ ਉਹ ਸਦਾ ਹੀ ਇਸ਼ਨਾਨ ਕਰਦੇ ਆ ਸੁਚਮਤਾ ਵਾਸਤੇ। ਮਹਾਰਾਜ ਕਹਿੰਦੇ ਭਾਈ ਜਿਹੜੇ ਸੁਜਾਨ ਸ੍ਰੇਸ਼ਟ ਹੈ ਨਾ, ਉਹ ਇਸ਼ਨਾਨ ਕਰਨਾ ਚੰਗਾ ਸਮਝਦੇ ਆ। ਮੋਇਆ ਜੀਵਦਿਆਂ ਗਤ ਹੋਵੈ। ਫਿਰ ਮਹਾਰਾਜ ਨੇ ਕਿਹਾ ਕਿ ਮੋਇਆ ਮਰਦਿਆਂ ਜਦੋਂ ਜੀਵ ਚੜ੍ਹਾਈ ਕਰ ਜਾਂਦਾ ਹੈ ਤੇ ਜਿਉਂਦਿਆਂ ਜਦੋਂ ਜਨਮ ਹੁੰਦਾ ਹੈ, ਉਦੋਂ ਮਹਾਰਾਜ ਕਹਿੰਦੇ ਭਾਈ ਸਰੀਰ ਦੀ ਸੁੱਧੀ ਜਿਹੜੀ ਹੈ ਨਾ ਗਤ ਪ੍ਰਾਪਤ ਹੁੰਦੀ ਆ। ਜਾਂ ਸਿਰ ਪਾਈਐ ਪਾਣੀ। ਜਾਂ ਜਦੋਂ ਮਹਾਰਾਜ ਕਹਿੰਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਪਾਣੀ ਪਾ ਦਈਦਾ ਨਾ, ਫਿਰ ਸੁੱਧੀ ਪ੍ਰਾਪਤ ਹੋ ਜਾਂਦੀ ਹੈ, ਸੁੱਧ ਹੋ ਜਾਂਦਾ ਹੈ। ਸਾਧ ਸੰਗਤ ਜੀ ਜਦੋਂ ਜਿਉਂਦਿਆਂ ਭਾਵ ਜਨਮ ਹੁੰਦਾ ਹੈ, ਉਦੋਂ ਕੀ ਹੁੰਦਾ ਹੈ, ਸਾਰਾ ਜਿਹੜਾ ਬੱਚਾ ਜਨਮ ਵੇਲੇ ਨਾ ਜੇਰ ਨਾਲ ਹੀ ਲਿਬੜਿਆ ਹੁੰਦਾ ਹੈ, ਖੂਨ ਨਾਲ ਲਿਬੜਿਆ ਹੁੰਦਾ ਹੈ, ਤੇ ਉਹਨੂੰ ਪੈਰਾਂ ਤੋਂ ਪਕੜ ਕੇ ਪੁੱਠਾ ਹੀ ਕਰ ਦਿੰਦੇ ਆ ਵੈਦ ਡਾਕਟਰ, ਕਿਉਂਕਿ ਮਾਤਾ ਦੇ ਉਦਰ 'ਚ ਪੁੱਠਾ ਹੁੰਦਾ ਨਾ, ਛੇਤੀ ਉਹਨੂੰ ਸਿੱਧਾ ਨਹੀਂ ਕਰਦੇ, ਲਟਾ ਦਿੰਦੇ ਆ। ਤੇ ਪੁੱਠਾ ਕਰਕੇ ਕੀ ਕਰਦੇ, ਉਹਨੂੰ ਕੋਸੇ ਜਲ ਨਾਲ ਉਸੇ ਵੇਲੇ ਉਹਦਾ ਇਸ਼ਨਾਨ ਕਰਾਉਂਦੇ, ਉਹ ਸਾਰੀ ਜਿੰਨੀ ਮਲੀਨ ਕਿਰਿਆ ਹੁੰਦੀ ਹੈ ਨਾ ਉਹਦੇ ਨਾਲੋਂ ਉਤਾਰ ਦਿੰਦੇ ਆ। ਤੇ ਜਦੋਂ ਉਤਰਦੀ ਹੈ ਉਹਦੇ ਹੌਲੇ ਹੌਲੇ ਬੁੱਲ ਖੁੱਲਦੇ ਆ, ਅੱਖਾਂ ਖੁੱਲਦੀਆਂ, ਤੇ ਸਰੀਰ ਦੀ ਸੁੱਧੀ ਦੀ ਪ੍ਰਕਿਰਿਆ ਜਿਹੜੀ ਹੈ ਨਾ ਗਤ ਪ੍ਰਾਪਤ ਹੁੰਦੀ। ਤੇ ਜਦੋਂ ਮਰ ਜਾਂਦਾ ਜੀਵ, ਚੜ੍ਹਾਈ ਕਰ ਜਾਂਦਾ, ਉਦੋਂ ਵੀ ਅਪਵਿੱਤਰ ਮੰਨਦੇ ਆ ਦੇਹ ਨੂੰ। ਸਾਡੇ ਧਰਮ ਵਿੱਚ ਵੀ ਆਪਾਂ ਕੀ ਕਰਦੇ ਆ, ਸੰਸਕਾਰ ਤੋਂ ਪਹਿਲਾਂ ਇਸ਼ਨਾਨ ਕਰਾਉਨੇ ਆ ਤੇ ਸਮੇਤ ਕੇਸੀ ਇਸ਼ਨਾਨ ਕਰਾਈਦਾ ਹੈ। ਮਹਾਰਾਜ ਨੇ ਕਿਹਾ ਜਾਂ ਸਿਰ ਪਾਈਐ ਪਾਣੀ, ਜਾਂ ਜਦੋਂ ਸਿਰ ਤੋਂ ਲੈ ਕੇ ਪੈਰਾਂ ਤੱਕ ਪਾਣੀ ਪਾਈਦਾ ਤੇ ਫਿਰ ਕੀ ਹੁੰਦਾ, ਜਿਹੜੀ ਸਾਧ ਸੰਗਤ ਜੀ ਸੁੱਧੀ ਹੈ ਨਾ, ਇਹ ਗਤ ਪ੍ਰਾਪਤ ਹੁੰਦੀ ਹੈ, ਪਵਿੱਤਰਤਾ ਪ੍ਰਾਪਤ ਹੁੰਦੀ ਹੈ। ਤੇ ਫਿਰ ਇਸ਼ਨਾਨ ਕਰਨ ਤੋਂ ਬਾਅਦ ਉਹ ਤਾਂ ਲੰਮੀ ਪ੍ਰਕਿਰਿਆ ਸਾਰੀ, ਜਿਵੇਂ ਸਾਡੇ ਮਹਾਰਾਜ ਸਾਹਿਬ ਜੀ ਨੇ ਧਰਮ ਵਿੱਚ ਅੰਤਮ ਸੰਸਕਾਰ ਦੱਸਿਆ ਹਜੂਰ ਨੇ
ਕਿ ਇਸ਼ਨਾਨ ਕਰਾਉਂਦਿਆਂ ਜਪਜੀ ਸਾਹਿਬ ਦਾ ਪਾਠ ਕਰਨਾ, ਕਕਾਰ ਉਵੇਂ ਹੀ ਸਰੀਰ ਤੇ ਮਹਾਰਾਜ ਨੇ ਕਿਹਾ ਭਾਈ ਧਾਰਨ ਕਰਾਉਣੇ, ਜਿਵੇਂ ਜਿਉਂਦਿਆਂ ਰਹਿਤ ਰੱਖੀ ਹੈ, ਸੀਤੇ ਕੱਪੜੇ ਪਹਿਨਾਉਣੇ, ਤੇ ਉਹ ਅਰਦਾਸ ਕਰਕੇ ਫਿਰ ਸ਼ਮਸ਼ਾਨ ਭੂਮਿਕਾ ਨੂੰ ਤੁਰਨਾ। ਮਹਾਰਾਜ ਸਾਰੀ ਰਹਿਤ ਦੱਸੀ ਹੈ ਗਰੀਬ ਨਵਾਜ ਨੇ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਜਨਮ ਵੇਲੇ ਵੀ ਪਾਣੀ ਵੇਖੋ ਕਿਹੋ ਜੀ ਸੁੱਧੀ ਕਰ ਦਿੰਦਾ ਹੈ, ਨਹੀਂ ਤੇ ਉਹ ਜੇਰ ਮੂੰਹ ਨੂੰ ਚਲੀ ਜਾਵੇ, ਉਹ ਮਲੀਨ ਪ੍ਰਕਿਰਿਆ ਬੱਚੇ ਦੇ ਮੂੰਹ ਨੂੰ ਚਲੀ ਜਾਵੇ ਤੇ ਉਹਦੇ ਮਰਨ ਦਾ ਵੀ ਖਤਰਾ ਹੁੰਦਾ ਹੈ, ਨੱਕ ਚੜ ਜਾਵੇ। ਵੇਖੋ ਪਰਮੇਸ਼ਰ ਨੇ ਕਿਆ ਅਚਰਜ ਰੀਤ ਰਚੀ ਹੈ, ਅੰਦਰ ਗਰਭ ਦੇ ਨਾੜੂਏ ਨਾਲ ਪਲ ਰਿਹਾ ਹੈ, ਬਾਹਰ ਆਉਂਦਿਆਂ ਸਾਰੀ ਉਹਨੂੰ ਨਹਾਉਣਾ ਪੈਂਦਾ, ਇਸ਼ਨਾਨ ਕਰਾਉਣਾ ਪੈਂਦਾ ਹੈ, ਤੇ ਫਿਰ ਮੂੰਹ ਰਾਹੀਂ ਉਹਦੇ ਸਵਾਸ ਚੱਲਣ ਲੱਗਦੇ, ਨਹੀਂ ਤੇ ਨਾੜੂਏ ਰਾਹੀਂ ਸਾਰੀ ਪ੍ਰਕਿਰਿਆ ਹੋ ਰਹੀ ਹੁੰਦੀ ਹੈ। ਐਸੀ ਪਰਮੇਸ਼ਰ ਦੀ ਅਚਰਜ ਕਲਾ ਹੈ। ਮਹਾਰਾਜ ਕਹਿੰਦੇ ਨੇ ਕਿ ਪਾਣੀ ਦੇ ਨਾਲ ਹੀ ਇਹ ਸੁਚਮਤਾ ਹੁੰਦੀ ਹੈ। ਤੇ ਇਸ ਪੰਕਤੀ ਦੇ ਜਿਹੜੇ ਸਾਧ ਸੰਗਤ ਜੀ ਗੁਰੂ ਜੀ ਦੇ ਜਿਹੜੇ ਹੈ ਉਪਦੇਸ਼ ਤੋਂ ਉਲਟ ਅਰਥ ਕਰਦੇ ਆ ਨਾ, ਉਹ ਵੀ ਆਪ ਸਰਵਣ ਕਰਨਾ, ਕਿਉਂਕਿ ਕਈ ਐਸੇ ਹਨ ਨਾ ਤਾਂ ਉਹਨਾਂ ਨੂੰ ਕੋਈ ਅਰਥ ਪਤਾ ਹੁੰਦਾ, ਨਾ ਬਾਣੀ ਦਾ ਕੋਈ ਬੋਧ ਹੈ, ਤੇ ਉਹ ਸਿੱਖਿਆ ਪਤਾ ਕੀ ਦਿੰਦੇ ਆ, ਕਹਿੰਦੇ ਆ ਮਹਾਰਾਜ ਨੇ ਕਿਹਾ ਜੀਵਦਿਆਂ ਮੋਇਆ ਗਤ ਹੋਵੇ ਜਾਂ ਸਿਰ ਪਾਈਐ ਪਾਣੀ, ਕਹਿੰਦੇ ਸਵੇਰੇ ਕੇਸ਼ੀ ਇਸ਼ਨਾਨ ਕਰੋ ਬਸ ਮੁਕਤੀ ਹੈ। ਤੇ ਇਹੋ ਜਿਹੀਆਂ ਸਿੱਖਿਆਵਾਂ ਦਿੰਦੇ ਆ। ਫਿਰ ਦਸਮ ਦਵਾਰ ਦੀ ਬੜੀ ਸਿੱਖਿਆ ਦੇਣਗੇ ਤੇ ਉੱਤੇ ਲਿਖ ਕੇ ਬਲੈਕ ਬੋਰਡਾਂ ਦੇ ਉੱਤੇ ਕਿ ਇੱਥੇ ਦਸਮ ਦਵਾਰ ਹੈ, ਇੱਥੇ ਆਹ ਚੱਕਰ, ਇੱਥੇ ਆਹ ਚੱਕਰ ਖੁੱਲਦਾ। ਇਹ ਕੋਈ ਲਘੁੱਤਮ ਦਾ ਸਵਾਲ ਹੈ ਵੀ ਬਾਣੀ ਤੁਸੀਂ ਮਹਾਰਾਜ ਸਾਹਿਬ ਆਕਿਆ ਕੀਤੀ ਹੈ ਕਿ ਨਾਮ ਨਾਲ ਪ੍ਰੀਤ ਲਾਓ, ਸਤ ਸੰਗਤ ਕਰੋ। ਸਤਿਗੁਰੂ ਜੀ ਨੇ ਜੋ ਸਿੱਖਿਆ ਦਿੱਤੀ ਹੈ ਉਹਦੇ ਤੋਂ ਉਲਟ ਜਾ ਕੇ ਆਪਦੀਆਂ ਮਨਮਰਜ਼ੀਆਂ ਕਰਦੇ, ਗੁਰਬਾਣੀ ਦੇ ਅਰਥ ਨਹੀਂ ਪਤਾ ਹੁੰਦੇ ਤੇ ਅਨਰਥ ਕਰ ਦਿੰਦੇ। ਕੀ ਉਹ ਕਰਦੇ ਅਰਥ, ਉਹ ਵੀ ਆਪ ਸੁਣੋ। ਇਹ ਗੁਰਬਾਣੀ ਦੇ ਅੰਸ਼ੇ ਨਾਲ ਮੇਲ ਨਹੀਂ ਖਾਂਦੇ ਜੋ ਅਰਥ ਕਰਦੇ, ਪਰ ਆਪ ਜੀ ਨੂੰ ਦੱਸਣ ਵਾਸਤੇ ਬੇਨਤੀ ਕਰਦਾ ਹਾਂ। ਮੋਇਆ ਜਿਵਦਿਆਂ ਗਤ ਹੋਵੇ, ਉਹ ਗਤ ਦਾ ਅਰਥ ਮੁਕਤੀ ਕਰਦੇ ਆ, ਭਾਵੇਂ ਕਿ ਮੁਕਤੀ ਹੁੰਦਾ ਹੈ, ਪਰ ਇੱਥੇ ਪ੍ਰਕਰਣ ਵਿੱਚ ਗਤ ਦਾ ਅਰਥ ਪ੍ਰਾਪਤ ਹੋਣਾ ਹੈ। ਸਾਧ ਸੰਗਤ ਜੀ ਸੁੱਧੀ ਦਾ ਪ੍ਰਾਪਤ ਹੋਣਾ। ਕਹਿੰਦੇ ਜੀਵਦਿਆਂ ਤੇ ਮਰਿਆਂ ਗਤ ਮੁਕਤੀ ਹੋ ਜਾਂਦੀ ਆ। ਜਾਂ ਸਿਰ ਪਾਈਐ ਪਾਣੀ, ਜਾਂ ਕਹਿੰਦੇ ਪਾਣੀ ਪਾ ਲਈਏ ਨਾ ਸਿਰ 'ਚ ਤੇ ਫਿਰ ਕਹਿੰਦੇ ਮੁਕਤੀ ਹੈ। ਇਹ ਮਹਾਰਾਜ ਦੇ ਉਪਦੇਸ਼ ਤੋਂ ਉਲਟ ਹੈ। ਜੇ ਬਾਣੀ ਦੇ ਅੰਦਰ ਮੁਕਤੀ ਨਾਮ ਤੋਂ ਹੈ, ਬਾਣੀ ਦੇ ਅੰਦਰ ਮੁਕਤੀ ਗੁਰੂ ਜੀ ਦੇ ਉਪਦੇਸ਼ ਕਮਾਉਣ ਤੋਂ ਹੈ, ਪਾਣੀ 'ਚ ਨਹਾਉਣ ਤੋਂ ਮੁਕਤੀ ਨਹੀਂ ਹੈ। ਜੇ ਨਹਾਉਣ ਤੋਂ ਮੁਕਤੀ ਹੋਵੇ ਤੇ ਮਹਾਰਾਜ ਦਾ ਇੰਨਾ ਹੀ ਉਪਦੇਸ਼ ਕਾਫੀ ਹੈ ਕਿ ਜਲ ਕੇ ਮੱਜਨ ਜੇਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ। ਫਿਰ ਤਾਂ ਡੱਡੂ ਸਭ ਤੋਂ ਪਹਿਲਾਂ ਬ੍ਰਹਮ ਗਿਆਨੀ ਹੋਣਾ ਚਾਹੀਦਾ, ਕਿਉਂਕਿ ਰਹਿੰਦਾ ਹੀ ਜਲ 'ਚ ਹੈ। ਸਤਿਗੁਰੂ ਜੀ ਨੇ ਕਿਹਾ ਜਲ ਨਾਲ ਸਰੀਰ ਦੀ ਸੁੱਧੀ ਕਰਨੀ, ਪਰ ਜਿਹੜੇ ਕਹਿੰਦੇ ਸਿਰ 'ਚ ਪਾਣੀ ਪਾਉਣ ਨਾਲ ਹੀ ਮੁਕਤੀ ਹੈ, ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਤੋਂ ਉਲਟ ਹੈ। ਸਾਧ ਸੰਗਤ ਜੀ ਸਤਿਗੁਰੂ ਜੀ ਦਾ ਉਪਦੇਸ਼ ਜਿਹੜਾ ਨਾ ਉਹ ਸਾਨੂੰ ਪਹਿਲਾਂ ਘੋਖਣਾ ਚਾਹੀਦਾ ਹੈ, ਪਰ ਅੱਜ ਕੀ ਹੈ, ਹਰ ਕੋਈ ਕਹਿੰਦਾ ਕਿ ਮੈਂ ਤਾਂ ਗਿਆਨੀ ਹਾਂ, ਮੈਂ ਤਾਂ ਵਿਦਵਾਨ ਹਾਂ। ਤੇ ਖਾਸ ਕਰਕੇ ਗਿਆਨੀਆਂ ਨੂੰ ਵੀ ਇਹ ਸਾਧ ਸੰਗਤ ਜੀ ਮਾਫ ਕਰਨਾ, ਸਾਡੇ ਮਹਿਕਮੇ ਨੂੰ ਨਾ ਹੰਕਾਰ ਬਾਹਲਾ ਹੋਇਆ ਰਹਿੰਦਾ ਹੈ। ਗੁਰਬਾਣੀ ਦੀ ਕਥਾ, ਸ਼ਹੀਦਾਂ ਦੀ ਕਥਾ ਕਰਨ ਦੀ ਬਜਾਏ ਅਸੀਂ ਸਿੱਖ ਪੰਥ ਦੇ ਅੰਦਰ ਕੋਈ ਨਾ ਕੋਈ ਬਖੇੜਾ ਖੜਾ ਕਰਨਾ ਤੇ ਆਪਣੇ ਵੱਲ ਧਿਆਨ ਆਕਰਸ਼ਿਤ ਕਰਨ ਵਿੱਚ ਬੜਾ ਚੰਗਾ ਸਮਝਦੇ ਹਾਂ ਕਿ ਮੀਡੀਏ ਵਿੱਚ ਛਾਏ ਰਹੀਏ। ਜਾਂ ਤਾਂ ਉਹਨਾਂ ਦੀ ਇਹ ਮਨਸ ਹੈ ਤੇ ਜਾਂ ਫਿਰ ਸਰਕਾਰ ਦਾ ਹੀ ਹੱਥ ਠੋਕਾ ਬਣ ਕਰਕੇ ਇਹੋ ਜਿਹੇ ਨਾਜ਼ੁਕ ਸਮੇਂ ਦੇ ਅੰਦਰ ਪੰਥ ਦੇ ਅੰਦਰ ਵਖਰੇਵੇਂ ਪਾਉਣੇ ਬਹੁਤ ਮਾੜੀ ਗੱਲ ਹੈ। ਨਰੋਲ ਗੁਰਬਾਣੀ ਦੀ ਕਥਾ ਤੇ ਸ਼ਹੀਦਾਂ ਦਾ ਜਿਹੜਾ ਸਿਰਜਿਆ ਹੋਇਆ ਇਤਿਹਾਸ ਉਹੀ ਦੱਸਣਾ ਚਾਹੀਦਾ ਹੈ। ਆਪਣਾ ਐਡਾ ਸ਼ਾਨਾ ਮੱਤਾ ਇਤਿਹਾਸ, ਜਦੋਂ ਤੁਸੀਂ ਕੋਈ ਇਹੋ ਜਿਹੀਆਂ ਗੱਲਾਂ ਕਰਨੀਆਂ, ਜਦੋਂ ਕੋਈ ਤੁਹਾਨੂੰ ਲੱਗੇਗਾ ਕਿ ਭਾਈ ਸਿੱਖ ਕੌਮ ਜਿਹੜੀ ਆ ਉਹ ਹੁਣ ਪ੍ਰਫੁੱਲਤ ਹੋ ਗਈ ਹੈ, ਅਸੀਂ ਆਪਣੇ ਜਿਹੜੇ ਆ ਫੈਸਲੇ ਆਪ ਲੈ ਸਕਦੇ ਆ, ਉਦੋਂ ਇਹੋ ਜਿਹੀਆਂ ਗੱਲਾਂ ਵਾਚ ਲਿਓ। ਪਰ ਇਸ ਸਮੇਂ ਦੇ ਅੰਦਰ ਪੰਥ ਦੇ ਅੰਦਰ ਜਿਹੜੀ ਆ ਦੁਬਿਧਾ ਨਹੀਂ ਬਣਾਉਣੀ ਚਾਹੀਦੀ। ਤੋ ਇਹ ਸਾਧ ਸੰਗਤ ਜੀ ਗੁਰਬਾਣੀ ਦੇ ਅਰਥ ਜਿਹੜੇ ਆਪਣੀ ਮਰਜ਼ੀ ਨਾਲ ਉਲਟ ਕਰਦੇ ਆ, ਸਤਸੰਗੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਪਾਣੀ ਦੇ ਸਿਰ 'ਚ ਪਾਉਣ ਨਾਲ ਕੇਵਲ ਮੁਕਤੀ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਨਹੀਂ ਹੈ ਕਿ ਪਾਣੀ ਨਾਲ ਕੇਵਲ ਮੁਕਤੀ ਮਿਲ ਜੇਗੀ। ਮਹਾਰਾਜ ਨੇ ਕਿਹਾ ਸਰੀਰ ਦੀ ਸੁੱਧੀ ਪਾਣੀ ਨਾਲ ਮੇਰਾ ਸਿੱਖ ਜ਼ਰੂਰ ਕਰੇ। ਜਲ ਤੋਂ ਜਿਹੜੀ ਵਿਸ਼ੇਸ਼ਤਾਈ ਪਰਮੇਸ਼ਰ ਨੇ ਬਣਾਈ ਹੈ, ਉਹਦਾ ਗੁਣ, ਉਹਦੀ ਵਿਸ਼ੇਸ਼ਤਾ ਹੀ ਜ਼ਰੂਰ ਹਾਸਲ ਕਰੇ, ਉਹਦਾ ਲਾਭ ਜ਼ਰੂਰ ਲਵੇ। ਪਰ ਮੁਕਤੀ ਮਹਾਰਾਜ ਕਹਿੰਦੇ ਨਾਮ ਤੋਂ ਹੈ। ਗੁਰਸਿੱਖੋ ਨਾਮ ਜਪਣ ਨਾਲ ਹੀ ਮੁਕਤੀ ਮਿਲਦੀ ਹੈ। ਇੱਥੇ ਹਜ਼ੂਰ ਨੇ ਕਿਹਾ ਜਿਉਣ ਲੱਗੇ, ਜਿਉਂਦਿਆਂ ਭਾਵ ਜਦੋਂ ਜਨਮ ਹੁੰਦਾ ਹੈ ਉਦੋਂ ਵੀ ਸਰੀਰ ਦੀ ਸੁੱਧੀ ਪਾਣੀ ਨਾਲ ਹੁੰਦੀ ਹੈ, ਤੇ ਜਦੋਂ ਮਰਦਾ ਹੈ ਜੀਵ
ਤੇ ਉਹਦੇ ਸੰਸਕਾਰ ਤੋਂ ਪਹਿਲਾਂ ਵੀ ਜਿਹੜੀ ਸੁੱਧੀ ਹੈ ਨਾ ਉਹ ਪਾਣੀ ਨਾਲ ਹੀ ਗਤ ਪ੍ਰਾਪਤ ਹੁੰਦੀ ਹੈ। ਜਦੋਂ ਸਿਰ ਤੋਂ ਲੈ ਕੇ ਪੈਰਾਂ ਤੱਕ ਪਾਣੀ ਨਾਲ ਇਸ਼ਨਾਨ ਕਰਾ ਦਈਏ ਤੇ ਸੁੱਧੀ ਕਰ ਦਿੰਦਾ, ਪਵਿੱਤਰਤਾ ਕਰ ਦਿੰਦਾ ਜਲ। ਨਾਨਕ ਸਿਰ ਖੁੱਥੈ ਸੈਤਾਨੇ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਸਿਰ ਖੁੱਥੇ, ਸਿਰ ਦੇ ਕੇਸ ਪੁੱਟੇ ਹੋਏ ਆ, ਉਹ ਤਾਂ ਮਹਾਰਾਜ ਕਹਿੰਦੇ ਸ਼ੈਤਾਨ ਹੈ ਭਾਈ। ਉਹਨਾਂ ਦੀ ਸਾਰੀ ਕਿਰਿਆ ਹੀ ਸ਼ੈਤਾਨਾਂ ਵਾਲੀ ਹੈ ਤੇ ਉਹਨਾਂ ਦੇ ਕਰਮ ਵੀ ਸਾਰੇ ਮਹਾਰਾਜ ਕਹਿੰਦੇ ਭਾਈ ਸ਼ੈਤਾਨਾਂ ਵਾਲੇ ਹਨ। ਇਹਨਾਂ ਗੱਲ ਨਾ ਭਾਣੇ। ਇਹਨਾਂ ਨੂੰ ਮਹਾਰਾਜ ਕਹਿੰਦੇ ਭਾਈ ਇਹ ਗੱਲ ਪਾਉਂਦੀ ਨਹੀਂ ਇਹ ਇਸ਼ਨਾਨ ਕਰਨ ਦੀ। ਵੇਖੋ ਇਹਨਾਂ ਦੇ ਸ਼ੈਤਾਨਾਂ ਵਾਲੀ ਕਿਰਿਆ ਨਾ, ਇਹ ਵੀ ਲਿਖਿਆ ਹੋਇਆ ਹੈ ਕਿ ਜਿਹੜੇ ਸਾਧ ਸੰਗਤ ਜੀ ਇਸ਼ਨਾਨ ਨਹੀਂ ਨਾ ਕਰਦੇ, ਉਹ ਜਿਹੜੇ ਹਨ ਆਸੁਰੀ ਸੰਪਦਾ ਵਾਲੇ ਹੁੰਦੇ ਆ, ਦੈਂਤ ਬਿਰਤੀ ਹੁੰਦੀ ਆ ਉਹਨਾਂ ਦੀ। ਇਹ ਜਿਹੜੀ ਗੱਲ ਉਹਨਾਂ ਨੂੰ ਪਾਉਂਦੀ ਨਹੀਂ ਹੈ ਇਸ਼ਨਾਨ ਕਰਨ ਵਾਲੀ। ਮਹਾਰਾਜ ਕਹਿੰਦੇ ਭਾਈ ਉਹ ਸ਼ੈਤਾਨਾਂ ਵਾਲੇ ਕਰਮ ਹਨ। ਉੱਠਾ ਹੋਏ ਬਿਲਾਵਲ। ਹੋਰ ਪਾਣੀ ਦਾ ਮਹਾਰਾਜ ਸਾਹਿਬ ਜੀ ਲਾਭ ਦੱਸਦੇ ਆ। ਮਹਾਰਾਜ ਕਹਿੰਦੇ ਜਦੋਂ ਉੱਠਾ ਵਰਸਦਾ ਹੈ ਨਾ ਮੀਂਹ, ਤੇ ਕੀ ਹੁੰਦਾ? ਹੋਏ ਬਿਲਾਵਲ। ਜੀਆਂ ਨੂੰ ਬਿਲਾਵਲ ਖੁਸ਼ੀ ਹੋ ਜਾਂਦੀ ਹੈ, ਆਨੰਦ ਹੋ ਜਾਂਦਾ, ਜੀਵ ਖੁਸ਼ ਹੋ ਜਾਂਦੀ ਹੈ। ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਆ ਕਿੰਨੀ ਗਰਮੀ ਪੈ ਰਹੀ ਸੀ ਤੇ ਇੱਕ ਗਲਾਸ ਦੀ ਥਾਂ ਤੇ 4-4 ਗਲਾਸ ਪਾਣੀ ਦੇ ਪੀਣੇ ਪੈਂਦੇ ਸੀ। ਅੱਜ ਜਿੱਦਣ ਮਹਾਰਾਜ ਨੇ ਬੱਦਲ ਕਰ ਦਿੱਤੇ ਆ, ਕਿਆ ਮੀਂਹ ਪਿਆ, ਖੁਸ਼ਗਵਾਰ ਮੌਸਮ ਹੋ ਗਿਆ, ਜੀ ਲੋਚਦੇ ਆ, ਖੁਸ਼ ਹੋ ਜਾਂਦੇ ਆ ਜੀਵ ਜੰਤੂ ਧਰਤੀ ਤੇ ਵਸਣ ਵਾਲੇ। ਉੱਠਾ ਹੋਏ ਬਿਲਾਵਲ। ਜਦੋਂ ਉੱਠਦ ਵਰਸਦਾ ਹੈ ਮੀਂਹ ਤੇ ਬਿਲਾਵਲ ਆਨੰਦ ਹੋ ਜਾਂਦਾ, ਜੀਵਾਂ ਨੂੰ ਖੁਸ਼ ਹੋ ਜਾਂਦੇ ਸਾਰੇ। ਜੀਆਂ ਜੁਗਤ ਸਮਾਣੇ। ਮਹਾਰਾਜ ਕਹਿੰਦੇ ਜੀਆਂ ਦੀ ਜਿਹੜੀ ਜੀਵਨ ਜੁਗਤ ਹੈ ਨਾ ਉਹ ਜਲ 'ਚ ਹੀ ਸਮਾਈ ਹੋਈ ਹੈ, ਜਲ ਦੇ ਵਿੱਚ ਹੀ ਹੈ। ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਮਹਾਰਾਜ ਕਹਿੰਦੇ ਜੀਵਨ ਦੀ ਜੁਗਤ ਹੀ ਜਲ 'ਚ ਸਮਾਈ ਹੋਈ ਹੈ। ਤੇ ਸਰੇਵੜੇ ਮੀਂਹ ਪੈਂਦੇ ਆ ਦੁਖੀ ਹੁੰਦੇ ਆ, ਕਾਹਨੂੰ ਪੈਣ ਲੱਗ ਪਿਆ ਮੀਂਹ। ਜਿਵੇਂ ਅਮਲੀ ਨਹੀਂ ਬਾਲੇ ਦੁਖੀ ਹੁੰਦੇ ਕਿ ਨਸ਼ਾ ਲੈ ਜਾਊਗਾ, ਇਸ ਤਰ੍ਹਾਂ ਬਾਲੇ ਦੁਖੀ ਹੁੰਦੇ ਸਰੇਵੜੇ। ਤੇ ਮਹਾਰਾਜ ਕਹਿੰਦੇ ਭਾਈ ਜੀਵਨ ਦੀ ਜੁਗਤ ਹੀ ਜਲ ਵਿੱਚ ਸਮਾਈ ਹੋਈ ਹੈ, ਜੀਆਂ ਜੁਗਤ ਸਮਾਣੀ। ਫਿਰ ਜਦੋਂ ਮੀਂਹ ਪੈਂਦਾ ਹੈ ਨਾ, ਜੀਆਂ ਦੇ ਅੰਦਰ ਸਾਧ ਸੰਗਤ ਜੀ ਅੰਨ ਦੇ ਪੈਦਾ ਕਰਨ ਦੀ ਜਿਹੜੀ ਜੁਗਤ ਹੈ ਨਾ ਉਹ ਸਮਾਣੀ ਫੁਰ ਆਉਂਦੀ ਹੈ ਕਿ ਭਾਈ ਮੀਂਹ ਪਿਆ ਤੇ ਚਲੋ ਧਰਤੀ ਹੁਣ ਜਿਹੜਾ ਹੈ ਬਹੁਤਾ ਅੰਨ ਉਪਜੇਗਾ। ਤੇ ਉਹ ਜਦੋਂ ਵੱਤਰ ਆਉਂਦੀ ਹੈ ਧਰਤੀ ਤੇ ਬੀਜ ਬੀਜਦੇ ਆ, ਪਾਣੀ ਫਿਰ ਉੱਤੋਂ ਮੀਂਹ ਪੈਂਦਾ ਤੇ ਐਨ ਫਸਲਾਂ ਲਹਿਰਾਉਂਦੀਆਂ, ਹਰਿਆਵਲਤਾ ਛਾ ਜਾਂਦੀ ਹੈ। ਇਉਂ ਮਹਾਰਾਜ ਕਹਿੰਦੇ ਜੀਆਂ ਦੇ ਅੰਦਰ ਭਾਈ ਇਹ ਜੁਗਤ ਆ ਕਰਕੇ ਫੁਰ ਜਾਂਦੀ ਹੈ ਕਿ ਅੰਨ ਪਾਣੀ ਜਿਹੜਾ ਨਾ ਅੰਨ ਆਦਿਕ ਉਹ ਪੈਦਾ ਕਰਨਾ ਕਰੀਏ। ਉੱਠੈ ਅੰਨ ਕਮਾਦ ਕਪਾਹਾ। ਜਦੋਂ ਉੱਠ ਵਰਸਦਾ ਹੈ ਮਹਾਰਾਜ ਕਹਿੰਦੇ ਭਾਈ ਮੀਂਹ ਪੈਂਦਾ ਹੈ, ਜਲ ਵਰਸਦਾ ਹੈ ਤੇ ਕੀ ਹੁੰਦਾ ਹੈ? ਜੀਵ ਫਿਰ ਅੰਨ ਪੈਦਾ ਕਰ ਲੈਂਦੇ ਆ। ਕਮਾਦ ਜਿਹੜਾ ਗੰਨਾ ਮਿੱਠਾ ਉਹ ਪੈਦਾ ਕਰ ਲੈਂਦੇ ਆ। ਤੇ ਫਿਰ ਮਹਾਰਾਜ ਕਹਿੰਦੇ ਭਾਈ ਕਪਾਹ ਜਿਹੜੀ ਆ ਉਹ ਪੈਦਾ ਕਰ ਲੈਂਦੇ ਆ। ਸਭ ਸੈ ਪਰਦਾ ਹੋਵੇ। ਸਾਰਿਆਂ ਦਾ ਪਰਦਾ ਜਿਸ ਕਪਾਹ ਤੋਂ ਕੱਪੜਾ ਬਣਦਾ ਹੈ ਤੇ ਸਾਰਿਆਂ ਦਾ ਨੰਗੇਜ ਟਕਿਆ ਜਾਂਦਾ ਹੈ, ਉਹ ਕਿੱਥੋਂ ਪੈਦਾ ਹੋਇਆ? ਪਾਣੀ ਤੋਂ ਪੈਦਾ ਹੋਇਆ ਹੈ। ਪਾਣੀ ਨਾ ਹੁੰਦਾ ਤੇ ਅੰਨ ਬਣ ਜਾਂਦਾ, ਗੰਨਾ ਪੈਦਾ ਹੋ ਜਾਂਦਾ, ਕੱਪੜਾ ਬਣ ਜਾਂਦਾ। ਕਪਾਹ ਹੀ ਨਾ ਉਪਜਦੀ ਤੇ ਕੱਪੜਾ ਕਿਵੇਂ ਬਣਦਾ? ਮਹਾਰਾਜ ਕਹਿੰਦੇ ਜਿਵੇਂ ਕੱਪੜੇ ਨੇ ਸਭ ਦਾ ਹੀ ਪਰਦਾ ਟਕਿਆ ਹੋਇਆ ਹੈ। ਅਥਵਾ ਸਾਧ ਸੰਗਤ ਜੀ ਇੱਥੇ ਗ੍ਰਸਤੀ ਦਾ ਨਿਯਮ ਵੀ ਮਹਾਰਾਜ ਦੱਸਿਆ ਹੈ। ਜਦੋਂ ਗ੍ਰਸਤੀ ਕੋਲ ਕੋਈ ਅਰਥੀ ਆਉਂਦਾ ਹੈ ਨਾ ਤੇ ਗ੍ਰਸਤੀ ਦਾ ਪਰਮ ਫਰਜ਼ ਹੁੰਦਾ ਉਹਨੂੰ ਭੋਜਨ ਛਕਾਉਣਾ ਤੇ ਰਾਤ ਵਿਸ਼ਰਾਮ ਕਰਾਉਣਾ, ਲੋੜ ਵਾਲੀਆਂ ਚੀਜ਼ਾਂ ਹਾਜ਼ਰ ਕਰਨੀਆਂ। ਉਹ ਕੀ ਕਹਿੰਦਾ? ਅੰਨ ਹੁੰਦਾ। ਸਭ ਤੋਂ ਪਹਿਲਾਂ ਭੁੱਖਿਆ ਹੈ ਕਿਉਂਕਿ ਰਾਹਗੀਰ ਆਇਆ ਹੈ, ਉਹਨੂੰ ਭੁੱਖ ਲੱਗੀ ਹੈ ਤੇ ਗ੍ਰਸਤੀ ਦੇ ਘਰੋਂ ਜੇ ਭੋਜਨ ਨਾ ਖਾਣ ਨੂੰ ਮਿਲੇ ਤੇ ਗ੍ਰਸਤੀ ਤਾਂ ਬੇਪਰਦਾ ਹੋ ਜਾਂਦਾ। ਉਹ ਕਹਿੰਦੇ ਆ, ਸਾਧੂ ਕਹਿ ਦਿੰਦੇ ਆ, ਕਈ ਵਾਰੀ ਅਰਥੀ ਕਹਿ ਦਿੰਦੇ ਆ, ਜਾਓ ਨਕੰਮਿਆ ਤੂੰ ਕਾਹਦਾ ਗ੍ਰਸਤੀ ਬਣਿਆ, ਤੇਰੇ ਕੋਲ ਭੋਜਨ ਹੀ ਹੈ ਨਹੀਂ ਖਾਣ ਨੂੰ। ਤਾਂ ਜਾ ਕੇ ਗ੍ਰਹਿ ਸੋਭਾਰੇ ਨਾ ਹੈ ਆਵਤ ਪਹੀਆ ਖੂਦੇ ਜਾਹੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਆਏ ਜਗਿਆਸੂ ਖਾਲੀ ਮੁੜ ਜਾਣ। ਕਹਿੰਦੇ ਕਾਹਨੂੰ ਗ੍ਰਸਤੀ ਬਣਿਆ ਜੇ ਕਿਰਤ ਕਰਕੇ ਤੂੰ ਵੰਡ ਕੇ ਨਹੀਂ ਸੀ ਛਕ ਸਕਦਾ। ਤਾਂ ਇਹ ਸਾਧ ਸੰਗਤ ਜੀ ਉਹਨੂੰ ਵੀ ਦੋਸ਼ ਲੱਗਦਾ ਫਿਰ ਤੇ ਬੇਪਰਦਾ ਹੋ ਜਾਂਦਾ ਹੈ ਗ੍ਰਸਤੀ। ਫਿਰ ਤੇ ਅੰਨ ਜਿਹੜਾ ਹੈ ਉਹ ਅਰਥੀ ਨੂੰ ਦੇਣਾ, ਤੇ ਜਦੋਂ ਅੰਨ ਦੇ ਨਾਲ ਮਿੱਠਾ ਨਾ ਹੋਵੇ ਤੇ ਫਿਰ ਅੰਨ ਵੀ ਸਵਾਦਿਸ਼ਟ ਨਹੀਂ ਬਣਦਾ। ਉਹਨੂੰ ਹੋਰ ਸਵਾਦਿਸ਼ਟ ਬਣਾਉਣ ਵਾਸਤੇ ਨਾਲ ਮਿੱਠਾ ਜ਼ਰੂਰ ਬਣਾਈਦਾ। ਜਿੱਥੇ ਵੀ ਲੰਗਰ ਪ੍ਰਸ਼ਾਦ ਕੋਈ ਪ੍ਰਚਲਿਤ ਬਣਾਇਆ ਜਾਂਦਾ ਹੈ ਨਾ ਉੱਥੇ ਮਿੱਠਾ ਜ਼ਰੂਰ ਨਾਲ ਬਣਾਉਂਦੇ ਆ। ਤੇ ਉਹ ਮਹਾਰਾਜ ਕਹਿੰਦੇ ਭਾਈ ਪਾਣੀ ਤੋਂ ਪੈਦਾ ਹੁੰਦਾ ਉਹ ਵੀ ਗੰਨਾ ਤੇ ਨਾਲ ਮਿੱਠਾ ਹੁੰਦਾ। ਤੇ ਫਿਰ ਜੇ ਆਏ ਹੋਏ ਅਰਥੀ ਨੂੰ ਕੋਈ
ਮੰਜਾ ਨਾ ਦੇਵੇ, ਬਿਸਤਰਾ ਨਾ ਦੇਵੇ, ਥੱਲੇ ਵਿਛਾਉਣ ਨੂੰ ਤਲਾਈ, ਸਰਾਣਾ ਉੱਤੇ ਲੈਣ ਨੂੰ ਚਾਦਰ, ਰਜਾਈ ਕੁਝ ਨਾ ਦੇਵੇ। ਉਹ ਕਹਿੰਦਾ ਜਾਓ, ਤੇਰੇ ਕੋਲ ਕੁਛ ਵੀ ਨਹੀਂ, ਨੰਗ ਹੈ ਤੂੰ ਤਾਂ। ਉਹ ਫਿਰ ਵੀ ਬੇਪਰਦਾ ਹੁੰਦਾ ਹੈ। ਮਹਾਰਾਜ ਕਹਿੰਦੇ ਜਿਸ ਨਾਲ ਭਾਈ ਸਭ ਦਾ ਹੀ ਪਰਦਾ ਕੱਜਿਆ ਜਾਂਦਾ ਹੈ ਨਾ, ਇਹ ਅੰਨ ਵੀ, ਗੰਨਾ ਮਿੱਠਾ ਵੀ, ਤੇ ਮਹਾਰਾਜ ਕਹਿੰਦੇ ਭਾਈ ਜਿਹੜਾ ਇਹ ਸੂਤ ਕੱਪੜਾ ਵੀ, ਕਪਾਹ, ਇਹ ਹਜੂਰ ਕਹਿੰਦੇ ਪਾਣੀ ਤੋਂ ਹੀ ਪੈਦਾ ਹੁੰਦੇ ਆ, ਜਿਸ ਦੇ ਨਾਲ ਸਭ ਦਾ ਹੀ ਪਰਦਾ ਕੱਜਿਆ ਜਾਂਦਾ ਏ। ਉਠੈ ਕਾਹੋ ਚਰਹਿ ਨਿਤ ਸੁਰਹੇ। ਤੇ ਫਿਰ ਜਦੋਂ ਮੀਂਹ ਵਰਸਦਾ ਹੈ, ਧਰਤੀ ਤੇ ਘਾਹ ਪੈਦਾ ਹੋ ਜਾਂਦਾ ਹੈ, ਤੇ ਜਿਹੜੀਆਂ ਸੁਰਹੀ ਗਾਵਾਂ ਹਨ ਮਹਾਰਾਜ ਕਹਿੰਦੇ ਭਾਈ ਉਹ ਚਰਦੀਆਂ ਨੇ, ਤੇ ਚਰਦੀਆਂ ਜਦੋਂ ਤੇ ਤ੍ਰਿਪਤ ਹੁੰਦੀਆਂ ਤੇ ਫਿਰ ਉਹ ਰਾਜੀਂਦੀਆਂ, ਜਦੋਂ ਗਾਵਾਂ ਤ੍ਰਿਪਤ ਹੋ ਕੇ ਦੁੱਧ ਦਿੰਦੀਆਂ ਹਨ। ਸਾ ਧਨ ਦਹੀਂ ਬਿਲੋਵਾ। ਤੇ ਧਨ ਜਿਹੜੀਆਂ ਇਸਤਰੀਆਂ ਹਨ ਫਿਰ ਉਸ ਦੁੱਧ ਦਾ ਦਹੀਂ ਬਣਾ ਕਰਕੇ ਮਹਾਰਾਜ ਕਹਿੰਦੇ ਭਾਈ ਦਹੀਂ ਨੂੰ ਰਿੜਕਦੀਆਂ ਨੇ। ਜੇ ਗਾਂ ਮੱਝ ਨੂੰ ਪੱਠੇ ਹੀ ਨਹੀਂ ਖਾਣ ਨੂੰ ਤੇ ਉਹਨੇ ਦੁੱਧ ਖੇ ਤੇ ਸਵਾਹ ਦੇਣਾ ਹੈ। ਘਾਹ ਕਿੱਥੋਂ ਉੱਗਿਆ ਹੈ? ਪਾਣੀ ਤੋਂ। ਤੇ ਜੇ ਪਾਣੀ ਤੋਂ ਘਾਹ ਉੱਗਿਆ ਤੇ ਉਹਨੂੰ ਖਾਧਾ ਹੈ ਸੁਰਹੀ ਗਾਂ ਨੇ। ਪਸ਼ੂ ਖਾਂਦੇ ਆ, ਤੇ ਜਿਹੜੇ ਦੁੱਧ ਦੇਣ ਵਾਲੇ ਪਸ਼ੂ ਆ ਉਹ ਰਜਵਾਂ ਦੁੱਧ ਦਿੰਦੇ ਆ ਫਿਰ ਪੂਰਾ। ਅੱਜ ਜਦੋਂ ਸੋਕਾ ਪੈ ਜਾਂਦਾ ਨਾ, ਕਿਤੇ ਮੱਝਾਂ ਗਾਵਾਂ ਨੂੰ ਚਾਰਾ ਘਟ ਜਾਂਦਾ ਹੈ ਤੇ ਉਹ ਦੁੱਧ ਵੀ ਸੁੱਕ ਜਾਂਦਾ ਉਹਨਾਂ ਦਾ। ਪੁੱਛ ਲਿਓ ਕਿਤੇ ਜਿਹੜੇ ਚਰਗਾਹੇ ਆ ਦੁੱਧ ਨੂੰ ਕਾਰੋਬਾਰ ਕਰਨ ਵਾਲੇ ਦੁੱਧ ਦਾ, ਉਹਨਾਂ ਦਾ ਦੁੱਧ ਹੀ ਸੁੱਕ ਜਾਂਦਾ ਹੈ। ਕਹਿੰਦੇ ਦੁੱਧ ਘਟ ਗਿਆ, ਚਾਰਾ ਨਹੀਂ ਰਿਹਾ। ਜਦੋਂ ਮੀਂਹ ਪੈਂਦਾ ਫਿਰ ਚਾਰਾ ਖੂਬ ਹੋ ਜਾਂਦਾ, ਤੇ ਜਿਹੜੀਆਂ ਗਾਵਾਂ ਉਹ ਦੁੱਧ ਰਜਵਾਂ ਦਿੰਦੀਆਂ ਨੇ, ਤੇ ਸਵਾਣੀਆਂ ਕੀ ਕਰਦੀਆਂ ਨੇ, ਉਹਦਾ ਦਹੀਂ ਜਮਾ ਕਰਕੇ ਫਿਰ ਉਹ ਦਹੀਂ ਨੂੰ ਵਿਲੋਵਾ ਰਿੜਕਦੀਆਂ ਹਨ। ਰਿੜਕ ਕੇ ਫਿਰ ਮੱਖਣ ਕੱਢ ਲੈਂਦੀਆਂ। ਮੱਖਣ ਕੱਢ ਕੇ ਮਹਾਰਾਜ ਕਹਿੰਦੇ ਭਾਈ ਉਹਦਾ ਘਿਓ ਬਣਾ ਲੈਂਦੀਆਂ। ਇਹ ਸਭ ਕੁਝ ਹੋਇਆ ਕਿੱਥੋਂ? ਪਾਣੀ ਤੋਂ। ਅੱਜ ਇਹਨੂੰ ਸਰੇਵੜੇ ਕਹਿੰਦੇ ਚੰਗਾ ਹੀ ਨਹੀਂ। ਗੁਰੂ ਨਾਨਕ ਸਾਹਿਬ ਕਿੰਨੀ ਸਿਫਤ ਦੱਸ ਰਹੇ ਪਾਣੀ ਦੀ ਸੱਚੇ ਪਾਤਸ਼ਾਹ। ਮਹਾਰਾਜ ਕਹਿੰਦੇ ਭਾਈ ਦੁੱਧ, ਦਹੀਂ, ਮੱਖਣ, ਘਿਓ ਸਭ ਪਾਣੀ ਕਰਕੇ ਹੀ ਪੈਦਾ ਹੋ ਰਿਹਾ ਹੈ। ਤੇ ਸਤਿਗੁਰੂ ਜੀ ਕਹਿੰਦੇ ਭਾਈ ਜਦੋਂ ਘਿਓ ਫਿਰ ਬਣ ਜਾਂਦਾ ਏ, ਤਿਤ ਕੇ ਹੋਮ ਜਗ ਸਦ ਪੂਜਾ। ਤਿਤ ਤਿਸ ਘਿਓ ਨਾਲ ਮਹਾਰਾਜ ਕਹਿੰਦੇ ਵੇਖੋ ਹਵਨ ਕਰਦੇ ਆ, ਖੁਸ਼ਬੂ ਹੀ ਖੁਸ਼ਬੂ ਫੈਲ ਜਾਂਦੀ ਹੈ। ਜਗ ਕਰਦੇ ਆ, ਪੂਜਾ ਦੇ ਵਿੱਚ ਕੰਮ ਆਉਂਦਾ ਹੈ। ਅੱਜ ਕੱਲ ਦੇ ਨਲਾਇਕ ਕਹਿੰਦੇ ਆ ਜੋਤੀ ਕਿਉਂ ਘਿਓ ਦੀ ਜਗਾਉਨੇ ਹੋ? ਕਹਿੰਦੇ ਬਥੇਰੀਆਂ ਲਾਈਟਾਂ ਟਿਊਬਾਂ ਹੈਗੀਆਂ। ਤੇ ਵੇਖ ਲਓ ਮਹਾਰਾਜ ਕਹਿੰਦੇ ਭਾਈ ਇਹ ਖੁਸ਼ਬੂ ਵਾਸਤੇ ਹੁੰਦਾ ਘਿਓ। ਬੜੀ ਵਾਤਾਵਰਨ ਵਿੱਚ ਸ਼ੁੱਧੀ ਹੋ ਜਾਂਦੀ ਹੈ। ਇਸੇ ਕਰਕੇ ਸਾਡੇ ਮੁੱਖ ਸਥਾਨਾਂ ਤੇ ਘਿਓ ਦੀਆਂ ਜੋਤਾਂ ਜਗਦੀਆਂ ਹਨ। ਇਹ ਆਦਿ ਕਾਲ ਤੋਂ ਹੀ ਹੈ, ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਤਾਂ ਮਹਾਰਾਜ ਕਹਿੰਦੇ ਭਾਈ ਜਿਹੜੇ ਹਨ ਉਹ ਹੋਮ ਹਵਨ ਵੀ ਕਰਦੇ ਆ। ਇੱਥੇ ਸਤਿਗੁਰੂ ਜੀ ਦੱਸ ਰਹੇ ਉਹਦੇ ਲਾਭ। ਇਹ ਨਾ ਕੋਈ ਹੁਣ ਕਿ ਮਹਾਰਾਜ ਆਗਿਆ ਕਰ ਰਹੇ ਹਵਨ ਕਰਨ ਨੂੰ, ਮਹਾਰਾਜ ਆਗਿਆ ਨਾਮ ਜਪਣ ਦੀ ਕਰਦੇ ਸੱਚੇ ਪਾਤਸ਼ਾਹ। ਹਜੂਰ ਕਹਿੰਦੇ ਆ ਕਿ ਇਸ ਘਿਓ ਦੇ ਨਾਲ ਫਿਰ ਕਿੰਨੇ ਸ਼ੁਭ ਕਾਰਜ ਲੋਕ ਕਰਦੇ ਆ। ਹਵਨ ਕਰਨ ਵਾਲੇ ਕਹਿੰਦੇ ਆ ਵੀ ਬੜਾ ਸ਼ੁਭ ਹੈ, ਲਿਆਓ ਘਿਓ ਦੀ ਆਹੂਤੀ ਪਾਓ। ਤੇ ਜਗ ਕਰਨ ਵਾਲੇ, ਤੇ ਜਗ ਹੀ ਨਹੀਂ ਸੰਪੂਰਨ ਹੁੰਦਾ ਸਾਧ ਸੰਗਤ ਜੀ ਜੇ ਘਿਓ ਨਾ ਹੋਵੇ ਤਾਂ। ਉਹ ਘਿਓ ਜਗ ਵਿੱਚ ਵਰਤਦੇ ਆ। ਤੇ ਫਿਰ ਪੂਜਾ ਕਾਹਦੀ ਜਿੱਥੇ ਘਿਓ ਹੀ ਨਹੀਂ ਹੈਗਾ? ਉਹ ਪੂਜਾ ਪੂਰੀ ਨਹੀਂ ਮੰਨੀ ਜਾਂਦੀ ਜਿੱਥੇ ਘਿਓ ਦੀ ਜੋਤ ਨਹੀਂ ਜਗਦੀ ਆ। ਪਈਐ ਕਾਰਜ ਸੋਹੈ। ਤੇ ਘਿਓ ਦੇ ਪੈਣ ਨਾਲ ਸਾਰੇ ਕਾਰਜ ਸ਼ੋਭ ਜਾਂਦੇ ਆ। ਬੜੇ ਸ਼ੋਭਦੇ ਘਿਓ 'ਚ ਜਿਹੜੀ ਚੀਜ਼ ਬਣੀ ਹੋਵੇ। ਅੱਜ ਕੱਲ ਤਾਂ ਭਾਵੇਂ ਸਾਰੇ ਕਾਸਟਰੋਲ ਹੀ ਕਰਾਈ ਫਿਰਦੇ ਆ, ਪਰ ਪਹਿਲਿਆਂ ਸਮਿਆਂ ਵਿੱਚ ਘਿਓ ਬੜਾ ਸਾਧ ਸੰਗਤ ਜੀ ਉੱਤਮ ਹੀ ਖੁਰਾਕ। ਅੱਜ ਵੀ ਚੰਗੀ ਹੈ ਖੁਰਾਕ, ਪਰ ਡਾਕਟਰਾਂ ਨੇ ਵਹਿਮ ਬੜਾ ਪਾ ਛੱਡਿਆ। ਤੇ ਘਿਓ ਤੋਂ ਬਿਨਾਂ ਸਿਆਣਿਆਂ ਦਾ ਕਥਨ ਹੈ ਜਿਹੜੀ ਰਸੋਈ ਹੈ ਭੂਤ ਰਸੋਈ ਕਹਿੰਦੇ ਆ। ਜਿਸ ਰਸੋਈ ਵਿੱਚ ਲੰਗਰ ਵਿੱਚ ਘਿਓ ਨਾ ਹੋਵੇ, ਦੇਸੀ ਤੇ ਹੋਰ ਤਰ੍ਹਾਂ ਦੇ ਘਿਓ ਨਹੀਂ। ਮਹਾਰਾਜ ਸਾਹਿਬ ਜੀ ਉਹ ਘਿਓ ਦੱਸ ਰਹੇ ਆ ਸੱਚੇ ਪਾਤਸ਼ਾਹ ਜੀ ਮਹਾਰਾਜ। ਹਜੂਰ ਕਹਿੰਦੇ ਆ ਕਿ ਭਾਈ ਸਾਰੇ ਕਾਰਜ ਜਿਹੜੇ ਆ ਘਿਓ ਦੇ ਪੈਣ ਨਾਲ ਫਿਰ ਸ਼ੋਭਦੇ ਆ। ਪਏ ਕਾਰਜ ਸੋਹ ਹੈ। ਮਹਾਰਾਜ ਕਹਿੰਦੇ ਭਾਈ ਪਏ ਕਾਰਜ ਸਾਰੇ ਸ਼ੋਭ ਰਹੇ ਆ। ਕਾਹਦੇ ਤੋਂ? ਪਾਣੀ ਤੋਂ ਸ਼ੋਭ ਰਹੇ ਆ। ਪਾਣੀ ਕਰਕੇ ਮਹਾਰਾਜ ਕਹਿੰਦੇ ਭਾਈ ਸਾਰੇ ਕਾਰਜ ਸ਼ੋਭਾ ਪਾ ਰਹੇ ਹਨ। ਗੁਰੂ ਸਮੁੰਦ ਨਦੀ ਸਭ ਸਿੱਖੇ। ਫਿਰ ਮਹਾਰਾਜ ਪਾਣੀ ਤੋਂ ਉਦਾਹਰਨ ਦੇ ਕੇ ਕਹਿੰਦੇ ਆ ਸਤਿਗੁਰੂ ਜੀ ਕਹਿੰਦੇ ਭਾਈ ਨਿਰੰਕਾਰ ਜੋ ਹਨ ਨਾ ਗੁਰੂ ਸਰੂਪ ਹਨ। ਤੇ ਉਹ ਨਿਰੰਕਾਰ ਗੁਰੂ ਸਰੂਪ ਹੁੰਦੇ ਹੋਏ ਸਮੁੰਦਰ ਦਾ ਰੂਪ ਨੇ। ਤੇ ਜਿਹੜੀ ਸਿੱਖੀ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਨੇ ਪ੍ਰਗਟ ਕੀਤੀ ਹੈ। ਮਹਾਰਾਜ ਕਹਿੰਦੇ ਸਿੱਖੀ ਸਾਰੀ ਨਦੀਆਂ ਦੀ ਤਰ੍ਹਾਂ ਹੈ। ਜਿੰਨੇ ਜਿੰਨੇ ਮਹਾਰਾਜ ਦੇ ਬ੍ਰਹਮ ਗਿਆਨੀ ਸਿੱਖ ਹਨ ਤੇ ਉਹ ਸਾਧ ਸੰਗਤ ਜੀ ਨਦੀਆਂ ਦੀ ਨਿਆਈ ਹਨ। ਤੇ ਹਜੂਰ ਫਰਮਾਉਂਦੇ ਹਨ ਨਹਾਤਾ ਜਿਤ ਵਡਿਆਏ। ਜਿਸ ਵਿੱਚ ਇਸ਼ਨਾਨ ਕਰਕੇ ਮਹਾਰਾਜ ਕਹਿੰਦੇ ਭਾਈ ਬ੍ਰਹਮ ਦੇ ਸਰੂਪ ਵਿੱਚ ਅਭੇਦ ਹੋਣ ਦੀ ਵਡਿਆਈ ਪ੍ਰਾਪਤ ਹੋ ਜਾਂਦੀ ਹੈ। ਭਾਈ ਮਨਸੁਖ ਜੀ ਨਦੀ ਦੀ ਤਰ੍ਹਾਂ ਹੀ ਸੀ ਨਾ।
ਤੇ ਰਾਜੇ ਸ਼ਿਵਨਾਭ ਨੇ ਜਦੋਂ ਇਸ਼ਨਾਨ ਕੀਤਾ ਭਾਈ ਮਨਸੁਖ ਰੂਪੀ ਨਦੀ 'ਚ, ਤੇ ਕਿੱਥੇ ਜਾ ਮਿਲਿਆ ਰਾਜਾ ਸ਼ਿਵਨਾਭ? ਗੁਰੂ ਨਾਨਕ ਸਾਹਿਬ ਰੂਪੀ ਸਮੁੰਦਰ 'ਚ ਚਲੇ ਗਏ। ਨਦੀਆਂ ਕਿੱਥੇ ਜਾਂਦੀਆਂ ਨੇ? ਸਮੁੰਦਰ 'ਚ ਜਾਂਦੀਆਂ ਸਾਰੀਆਂ। ਜਿਹੜੇ ਮਹਾਰਾਜ ਦੇ ਥਾਪੇ ਹੋਏ ਬ੍ਰਹਮ ਗਿਆਨੀ ਸਿੱਖ ਹਨ ਨਾ, ਜਿੰਨੀ ਸਿੱਖੀ ਹੈ ਮਹਾਰਾਜ ਕਹਿੰਦੇ ਮੇਰੀ ਸਾਰੀ ਸਿੱਖੀ ਨਦੀਆਂ ਦੀ ਤਰ੍ਹਾਂ ਹੈ। ਜਿਹੜੇ ਸਿੱਖ ਉੱਠ ਕੇ ਸਵੇਰੇ ਜਪਦੇ ਆ ਵਾਹਿਗੁਰੂ ਵਾਹਿਗੁਰੂ, ਥੱਕਦੇ ਹੀ ਨਹੀਂ, ਬਾਣੀ ਪੜ੍ਹੀ ਜਾਂਦੇ, ਸੇਵਾ ਕਰੀ ਜਾਂਦੇ, ਨਦੀਆਂ ਕਿਤੇ ਰੁਕ ਜਾਂਦੀਆਂ? ਜੋ ਪੱਥਰ ਰੁੱਖ ਆਉਂਦੇ ਆ ਸਭ ਨੂੰ ਵਹਾਉਂਦੇ ਹੋਏ ਕਹਿੰਦੇ ਸਮੁੰਦਰ ਮੇਰਾ ਸਰੋਤ ਹੈ, ਦਰਿਆ ਰੋਕਿਆ ਨਹੀਂ ਰੁਕਦੇ, ਬੰਨ ਮਾਰਿਆ ਨਹੀਂ ਰੁਕਦੇ, ਦਰਿਆ ਕਹਿੰਦਾ ਮੈਂ ਆਪਣੇ ਸਰੋਤ ਨੂੰ ਮਿਲਣਾ ਜਾ ਕੇ। ਸਿੱਖਾਂ ਦੀ ਇਹ ਭਾਵਨਾ ਹੈ ਕਿ ਮੈਂ ਆਪਣੇ ਸਮੁੰਦਰ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣਾ ਹੈ। ਤੇ ਜੇ ਸਮੁੰਦਰ 'ਚ ਹੀ ਸਿੱਧਾ ਇਸ਼ਨਾਨ ਕਰ ਲਏ ਤਾਂ ਫਿਰ ਤਾਂ ਬ੍ਰਹਮ ਰੂਪ 'ਚ ਉਸੇ ਵੇਲੇ ਹੀ ਭੇਦ ਹੋ ਜੇ। ਜਿਹੜੇ ਗੁਰੂ ਸਾਹਿਬ ਦੀ ਸੰਗਤ ਹੀ ਕਰਨ ਲੱਗ ਜਾਂਦੇ ਆ ਉਹ ਤਾਂ ਫਿਰ ਸਾਧ ਸੰਗਤ ਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕਰਦੇ ਤਾਂ ਸਮੁੰਦਰ ਨਾਲ ਹੀ ਸਿੱਧਾ ਆ ਜੁੜਦੇ ਆ, ਬ੍ਰਹਮ ਰੂਪ ਸਮੁੰਦਰ 'ਚ ਹੀ ਭੇਦ ਹੋ ਜਾਂਦੇ ਆ। ਜਿਹੜੇ ਸਿੱਖਾਂ ਕੋਲ ਕਹਿੰਦੇ ਆ ਮਹਾਰਾਜ ਸਾਨੂੰ ਸਾਖੀ ਸੁਣਾਓ ਗੁਰੂ ਨਾਨਕ ਸਾਹਿਬ ਦੀ, ਮਹਾਰਾਜ ਸਾਨੂੰ ਗੁਰਬਾਣੀ ਦੇ ਅਰਥ ਦੱਸੋ, ਉਹ ਨਦੀ 'ਚ ਇਸ਼ਨਾਨ ਹੈ ਤੇ ਫਿਰ ਥੋੜਾ ਵਕਤ ਲੱਗ ਜਾਂਦਾ ਹੈ। ਨਦੀ ਵੀ ਆਉਂਦੀ ਕਿੱਥੇ ਹੈ? ਸਮੁੰਦਰ 'ਚ ਹੀ ਆਉਂਦੀ ਹੈ। ਸਿੱਖ ਨੇ ਦਿੱਤੀ ਹੋਈ ਜਿਹੜੀ ਸਿੱਖਿਆ ਨਾ ਉਹ ਵੀ ਬ੍ਰਹਮ ਰੂਪ ਗੁਰੂ ਨਾਨਕ ਸਾਹਿਬ ਤੱਕ ਹੀ ਪਹੁੰਚਣੀ ਹੈ। ਤੇ ਫਿਰ ਮਹਾਰਾਜ ਕਿਹਾ ਗੁਰੂ ਸਮੁੰਦ ਨਦੀ ਸਭ ਸਿੱਖੀ। ਇਹ ਜਿੰਨੇ ਸਿੱਖ ਬ੍ਰਹਮ ਗਿਆਨੀ ਹਜੂਰ ਨੇ ਥਾਪੇ ਹੈ, ਜਿੰਨਿਆਂ ਨੂੰ ਸਿੱਖੀ ਦਿੱਤੀ ਹੈ, ਮਹਾਰਾਜ ਕਹਿੰਦੇ ਸਭ ਨਦੀਆਂ ਸਾਡੇ ਵਿੱਚ ਹੀ ਆ ਕੇ ਸਮਾਉਣਗੀਆਂ। ਸਿੱਖੋ ਸਾਰੇ ਸਾਡੇ ਵਿੱਚ ਹੀ ਆ ਜਾਣਗੇ। ਇਹ ਵੀ ਮਹਾਰਾਜ ਪਾਣੀ ਤੋਂ ਦ੍ਰਿਸ਼ਟਾਂਤ ਧਰ ਕੇ ਸਿੱਖਿਆ ਦਿੰਦੇ ਹੈ ਕਿ ਭਾਈ ਗੁਰੂ ਸਾਹਿਬ ਸਮੁੰਦਰ ਦੀ ਨਿਆਈ ਵਿਸ਼ਾਲ ਹਨ, ਬ੍ਰਹਮ ਰੂਪ ਹਨ। ਮਹਾਰਾਜ ਕਹਿੰਦੇ ਸਾਜੀ ਹੋਈ ਸਿੱਖੀ ਜਿਹੜੀ ਹੈ 9 ਖੰਡਾਂ ਵਿੱਚ ਸਿੱਖੀ ਦਾ ਛਟਾ ਦਿੱਤਾ ਹੈ। ਮਹਾਰਾਜ ਨੇ ਇੰਨੀਆਂ ਨਦੀਆਂ ਵਹਾਤੀਆਂ ਤਾਂ ਕੁਝ ਗਿਣਤੀ ਦੀਆਂ ਹੀ ਚੱਲਦੀਆਂ ਨਾ, ਧਰਤੀ ਤੇ ਚੱਲਦੀਆਂ ਗਿਣਤੀ ਦੀਆਂ ਨਦੀਆਂ ਉਹਨਾਂ ਦੀ ਗਿਣਤੀ ਕਰ ਸਕੀਦੀ ਹੈ, ਪਰ ਗੁਰੂ ਨਾਨਕ ਸਾਹਿਬ ਨੇ ਜਿਹੜੀਆਂ ਨਦੀਆਂ ਵਹਾਤੀਆਂ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਉਹ ਸਾਰੀਆਂ ਬ੍ਰਹਮ ਰੂਪ ਸਮੁੰਦਰ ਗੁਰੂ ਨਾਨਕ ਸਾਹਿਬ ਦੇ ਅੰਦਰ ਆ ਕੇ ਸਮਾਉਂਦੀਆਂ, ਜਿਸ ਵਿੱਚ ਇਸ਼ਨਾਨ ਕਰਨੇ ਕਰਕੇ ਬ੍ਰਹਮ ਵਿੱਚ ਅਭੇਦ ਹੋਣ ਦੀ ਵਡਿਆਈ ਮਿਲਦੀ ਆ। ਨਾਨਕ ਜੇ ਸਿਰ ਖੁੱਥੇ ਨਹਾਵਨ ਨਹਾਏ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਸਿਰ ਖੁੱਥੇ ਪੁੱਟੇ ਹੋਏ ਆ ਕੇਸ ਤੇ ਨਹਾਉਂਦੇ ਨਹੀਂ ਹਨ, ਮਹਾਰਾਜ ਕਹਿੰਦੇ ਭਾਈ ਮਲੀਨ ਤੇ ਗੰਦੇ ਰਹਿੰਦੇ ਆ, ਜਲ ਨਾਲ ਨਹਾਉਂਦੇ ਨਹੀਂ ਹਨ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਉਹਨਾਂ ਨੂੰ ਕੀ ਸਰੋਪਾ ਮਿਲਣਾ ਚਾਹੀਦਾ? ਮਹਾਰਾਜ ਕਹਿੰਦੇ ਦੱਸਦੇ ਆ ਭਾਈ ਮਰਦਾਨਿਆ ਉਹਨਾਂ ਨੂੰ ਕੀ ਸਰੋਪਾ ਮਿਲਣਾ ਚਾਹੀਦਾ। ਤਾਂ 7 ਚੱਟੇ ਸਿਰ ਛਾਏ। ਮਹਾਰਾਜ ਕਹਿੰਦੇ 7 ਕਹਿੰਦੇ 100 ਨੂੰ, ਚੱਟੇ ਕਹਿੰਦੇ ਬੁੱਕ ਨੂੰ। ਮਹਾਰਾਜ ਕਹਿੰਦੇ 100 ਬੁੱਕ ਸਵਾਹ ਸਿਰ 'ਚ ਪਾਉਣੀ ਚਾਹੀਦੀ ਹੈ ਜਿਹੜਾ ਨਹਾਉਂਦਾ ਨਹੀਂ ਹੈ। ਵੇਖ ਲਓ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਤੋਹਾ ਦਿੱਤਾ ਉਹਨਾਂ ਨੂੰ ਜਿਹੜੇ ਇਸ਼ਨਾਨ ਨਹੀਂ ਕਰਦੇ। ਤੇ ਜਿਹੜੇ ਸਿੱਖਾਂ ਦੇ ਵਿੱਚ ਹੋ ਕੇ ਇਸ਼ਨਾਨ ਨਹੀਂ ਕਰਦੇ ਤੇ 100 ਬੁੱਕ ਸਵਾਹ ਦੇ ਸਿਰ 'ਚ ਪਾਉਣੇ ਚਾਹੀਦੇ ਆ। ਇਉਂ ਮਹਾਰਾਜ ਕਹਿੰਦੇ ਹਨ। ਫਿਰ ਪੜੋ ਤਾਂ 7 ਚੱਟੇ ਸਿਰ ਛਾਏ। ਸਾਧ ਸੰਗਤ ਜੀ ਚੱਟਾ ਨਾ ਇੱਕ ਜਦੋਂ ਸਮੁੰਦਰ ਵਿੱਚ ਬੇੜੇ ਵਿੱਚ ਪਾਣੀ ਭਰ ਜੇ ਨਾ, ਲੱਕੜ ਦਾ ਇੱਕ ਠੂਠਾ ਹੁੰਦਾ ਹੈ, ਉਹਦੇ ਨਾਲ ਪਾਣੀ ਕੱਢਦੇ ਆ ਮਲਾ, ਉਹਨੂੰ ਚੱਟਾ ਕਿਹਾ ਜਾਂਦਾ। ਪਾਣੀ ਝੱਟਦੇ ਆ ਨਾ, ਉਹਦਾ ਝੱਜੇ ਨਾ ਹੁੰਦਾ, ਉਹਦਾ ਨਾਂ ਚੱਟਾ ਪੈ ਗਿਆ। ਮਹਾਰਾਜ ਕਹਿੰਦੇ ਭਾਈ 100 ਚੱਟੇ ਉਹ ਭਰ ਕੇ ਸਵਾਹ ਦੇ ਉਹਦੇ ਸਿਰ 'ਚ ਪਾਉਣੇ ਚਾਹੀਦੇ ਆ ਜਿਹੜਾ ਇਸ਼ਨਾਨ ਨਹੀਂ ਕਰਦਾ ਹੈ। ਤੇ ਹੁਣ ਸਿੱਖ ਹੋ ਕੇ ਇਸ਼ਨਾਨ ਨਾ ਕਰੇ ਤੇ ਉਹਨੂੰ ਵੇਖ ਲਓ ਗੁਰੂ ਨਾਨਕ ਸਾਹਿਬ ਨੇ ਉਹਨੂੰ ਕੀ ਸਰੋਪਾ ਦਿੱਤਾ ਹੈ। 100 ਬੁੱਕ ਸਵਾਹ ਦਾ, 100 ਚੱਟਾ ਉਹ ਭਰਿਆ ਹੋਇਆ ਠੂਠਾ ਲੱਕੜ ਦਾ ਸਵਾਹ ਦਾ। ਮਹਾਰਾਜ ਕਹਿੰਦੇ ਉਹਦੇ ਸਿਰ 'ਚ ਪੈਂਦਾ, ਇੱਥੇ ਨਹੀਂ ਪੈਂਦਾ ਤੇ ਪਰਲੋਕ 'ਚ ਪਊਗਾ। ਮਹਾਰਾਜ ਨੇ ਨਿਰੰਕਾਰ ਨੇ ਕਹਿਣਾ ਹੀ ਹੈ ਨਾ ਕਿ ਪਾਣੀ ਨਹਾਉਣ ਨੂੰ ਦਿੱਤਾ ਸੀ, ਇਸ਼ਨਾਨ ਕਰਨ ਨੂੰ, ਪੀ ਕੇ ਤਾਂ ਪਿਆਸ ਬੁਝਾਉਂਦੇ ਸੀ, ਉਹ ਨਹਾਉਣ ਲੱਗਿਆ ਕੀ ਹੁੰਦਾ ਸੀ ਤੁਹਾਨੂੰ? ਓਏ ਇਹ ਨਿਰੰਕਾਰ ਦੀ ਬਣਾਈ ਹੋਈ ਪ੍ਰਕਿਰਿਆ ਹੈ। ਇਸ ਕਰਕੇ ਮਹਾਰਾਜ ਕਹਿੰਦੇ ਫੋਕਟ ਧਰਮ ਹੈ ਸਾਰਾ। ਸਤਿਗੁਰੂ ਜੀ ਨੇ ਇਹ ਦੱਸਿਆ ਹੈ, ਸ਼ਲੋਕ ਅੱਜ ਸੰਪੂਰਨ ਹੋਇਆ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਇਹ ਸਤਿਗੁਰੂ ਜੀ ਨੇ ਵੇਖ ਲਓ ਦੱਸ ਦਿੱਤਾ ਕਿ ਭਾਈ ਇਸ਼ਨਾਨ ਨਾ ਕਰੇ ਤਾਂ ਉਹਨੂੰ ਕੀ ਦੇਣਾ ਚਾਹੀਦਾ ਸਰੋਪਾ। ਤੇ ਇਹ ਸਵਾਹ ਹੀ ਸਿਰ 'ਚ ਪੈਂਦੀ ਹੈ, ਇੱਥੇ ਵੀ ਪੈਂਦੀ ਹੈ, ਪ੍ਰਤੱਖ ਹੀ ਸਰੇਵੜੇ ਪਾਈ ਫਿਰਦੇ ਆ, ਪਰਲੋਕ ਵਿੱਚ ਵੀ ਫਿਰ ਲਾਹਨਤਾਂ ਦੀ ਸਵਾਹ ਪੈਂਦੀ ਹੈ। ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨ। ਅਸੀਂ ਵੇਖੋ ਕਿਸੇ ਕਿੱਡੇ ਵਡਭਾਗੀ ਆ, ਮਹਾਰਾਜ ਨਿਰੰਕਾਰ ਨੇ ਸਾਨੂੰ ਜਨਮ ਗੁਰੂ ਨਾਨਕ ਸਾਹਿਬ ਦੀ ਸਿੱਖੀ ਵਿੱਚ ਦਿੱਤਾ ਹੈ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਉਪਦੇਸ਼ ਨੂੰ ਸੁਣਨ ਦਾ ਸੁਭਾਗ ਦਿੱਤਾ ਹੈ। ਮਹਾਰਾਜ ਦਾ ਸਾਨੂੰ ਸਵਾਸ ਸਵਾਸ ਰੋਮ ਰੋਮ ਸ਼ੁਕਰਾਨਾ ਕਰਨਾ ਚਾਹੀਏ। ਮਹਾਰਾਜ ਧੰਨਵਾਦ ਹੈ ਆਪ ਜੀ ਦਾ। ਕਿਰਪਾ ਕਰੋ ਮਹਾਰਾਜ ਅਸੀਂ ਆਪ ਦੇ ਸੱਚ ਦੇ ਉਪਦੇਸ਼ ਨੂੰ ਕਮਾ ਕਰਕੇ ਮਹਾਰਾਜ ਅਸੀਂ ਵੀ ਕਿਸੇ ਬ੍ਰਹਮ
ਰੂਪ ਸਿੱਖ ਦੀ ਸੰਗਤ ਕਰਕੇ ਨਦੀ ਦੇ ਰਾਹੀਂ ਆਪ ਤੱਕ ਪਹੁੰਚ ਜਾਈਏ। ਮਹਾਰਾਜ ਤੁਹਾਡੀ ਬਾਣੀ ਸਿੱਧੀ ਸਾਡੇ ਅੰਦਰ ਪ੍ਰਵੇਸ਼ ਕਰੇ ਤੇ ਮਹਾਰਾਜ ਸਿੱਧਾ ਹੀ ਬ੍ਰਹਮ ਰੂਪ ਨਾਲ ਸਾਡਾ ਸੰਬੰਧ ਜੁੜ ਜਾਵੇ। ਇਹ ਮਹਾਰਾਜ ਸਾਡੇ ਤੇ ਕਿਰਪਾ ਕਰੋ। ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਇਹ ਦਾਤ ਮੰਗਿਆ ਕਰੀਏ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਗੁਰੂ ਸਮੁੰਦ ਨਦੀ ਸਭ ਸਿੱਖੇ, ਨਹਾਤਾ ਜਿਤ ਵਡਿਆਏ। ਨਾਨਕ ਜੇ ਸਿਰ ਖੁਥੇ ਨਹਾਵਨ ਨਹਾਹੇ, ਤਾਂ ਸਤ ਚਟੇ ਸਿਰ ਛਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ।